कोरोना ते राजनीति नहीं करनी चाहिए। कोरोना ते राजनीति कोरोना ते जिहड़ी राजनीति है कांग्रेस सरकार दे सारे पहली बार एजेंडा आया कि टीके फ्री दिते जाओगे, वोटां पाओ। राजनीति अज तक कांग्रेस सरकार करती रही। किसानां दी होंद खत्म कर देणगे, जिहदे नाल मजदूर पल्लेदार आड़ती ते आड़तियां दे मनीम है जिहड़े उन्हां दी होंद ही खत्म हो जानी। ने कुछ पैकेज वो भी विच जोड़ के सारा कुछ जोड़ के 20 ਲੱਖ ਕਰੋੜ एक बड़ा ਵੱਡਾ ਜਿਹੜਾ ਸ਼ਬਦ ਵਗ ਦਿਖਾਤਾ ਹਿੰਦੁਸਤਾਨ ਦੇ ਲੋਕਾਂ ਨੂੰ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਪੈਕੇਜ ਦਿੱਤਾ, ਔਰ ਸਟੇਟ ਦੀਆਂ ਸਰਕਾਰਾਂ ਇਹ ਕਹਿ ਰਹੀਆਂ ਕਿ ਸਾਡੇ ਤੱਕ ਪਹੁੰਚਿਆ ਨਹੀਂ ਹੈਗਾ। ਪਰ ਚਲੋ ਇਹ ਲੋਕ ਆਪਸੀ ਹੈ, ਕਿਉਂਕਿ ਇਹ ਰਾਜ ਕਰਦੇ ਲੋਕ ਹੈ, ਇਹਨਾਂ ਨੇ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਨੀ। केंद्र तो आए हुए जो फूड पैकेट से उन्होंने अपने कैप्टन अमरिंदर सिंह की फोटो ला के लोगों को भेजने शुरू कर दिते। मोदी जी ने 22 तरीक ਨੂੰ जनता कर्फ्यू ला के उस तो बाद कदे ताड़ियां मरवातियां, कदे भांडे खड़काओ जी, कदे कुछ खड़काओ जी। ये तो ਜਿਹੜੇ जुमले दिखाए जिमें 15-15 ਲੱਖ ਕਰੋੜ वाले आते सी। मैं पंजाब की गल नहीं करता, मैं नंगल की गल नहीं करता। देश के एक बंदा कह दे कि मैनू 20 ਲੱਖ ਕਰੋੜ ਦੇ ਵਿੱਚੋਂ 1 ਰੁਪਈਆ भी आया हो, 1 ਰੁਪਈਆ भी आया हो। केवल तो केवल लोगों को जिमें 15 ਲੱਖ वाला सी भी काला धन 15 ਲੱਖ आ जाऊँगा जी। ਦੇ ਲਈ ਜਾਂ ਸੁਸ਼ਾਂਤ ਵਾਲੇ ਕੇਸ, ਕੰਗਨ ਵਾਲੇ ਕੇਸਾਂ ਦੇ ਵਿੱਚ ਇਹ ਈਡੀ ਦੇ ਛਾਪੇ ਮਰਵਾ ਸਕਦੇ, ਸੀਬੀਆਈ ਦੇ ਮਰਵਾ ਸਕਦੇ, ਤਾਂ ਪੰਜਾਬ ਸਰਕਾਰ ਦੇ ਵੇਅਰ ਹਾਊਸਾਂ ਤੇ ਵੀ ਮਾਰ ਦੇਣ। ਸਾਲ ਦਾ 6000 ਦਿੰਦੇ, ਉਹ ਕਰੋਨਾ ਤੋਂ ਪਹਿਲਾਂ ਹੀ ਨਹੀਂ ਸ਼ੁਰੂ ਕੀਤਾ ਕਦੋਂ ਹੈ? ਜਦੋਂ ਵੋਟਾਂ ਹੋਣੀਆਂ ਤੀਆਂ ਐਮਪੀ ਦੀਆਂ। ਇਹ ਉਹ ਵੀ 80000 ਕਰੋੜ ਗਿਣੀ ਜਾਂਦੇ। ਸਾਨੂੰ ਨੰਗਲ ਸ਼ਹਿਰ ਦੇ ਵਿੱਚ ਇੱਕ ਬੰਦਾ ਲਿਆ ਦਿਓ ਜਿਹਦੇ ਘਰ ਰੋਟੀ ਨਹੀਂ ਆਈ, ਤੇ ਜਿਹੜਾ ਬੰਦਾ ਭੁੱਖਾ ਸੁੱਤਾ ਅਸੀਂ ਜਵਾਬਦੇਹੀ ਹੈ। पंजाब सरकार की बहुत वड्डी नलैकी हैगी है जो एक्शन नहीं लेंदे। पंजाब सरकार ने जरूर ये गल कही है कि फीस नहीं जमा करानी, पर जो असीं प्रैक्टिकली देखिए तो फीस जमा हो रही है। निजी स्कूल जोड़े है अपने टीचर्स के थ्रू या बच्चों को WhatsApp पर मैसेज कर रहे उन्होंने पेरेंट्स को कि सानू फीस चाहिए, फीस जमा कराओ। उस स्कूल की एफिलीएशन रद्द करा के देवांगा, नहीं तो राजनीति छड़ दांगा। पर पेरेंट्स मेला पाण, कोई तंग करन, उन्होंने कंप्लेंटा देण। पंजाब टीवी वेख रहे सारे दर्शकों को प्यार भरी सत श्री अकाल ते मैं हरकेश सिंह राणा। जे असीं गल करिए करोना की, तो करोना के चलते हुए जो हिंदुस्तान है, पंजाब है, किस तरह के हालात रहे, इस बारे असीं गल करांगे। तो सब तो पहले तुहानूं दस दें कि जिमें कि पंजाब टीवी स्थानिक लोग है जो वसनीक ने पंजाब के, उन्हां तक पहुंची है तो उन्हां नाल गलबात कीती है। गलबात दौरान उन्होंने की हालात बयान किए कि करोना के चलते किस प्रकार उन्होंने मुश्किलों का सामना करना पिया। आओ सब तो पहला सुनते हैं। सरकार ने कोई राहत नहीं जी दी। सरकार ने बथेरा कि राशन वंडिया पर लोगों तक पहुँचा नहीं राशन। सरकार नूं तां चाहिदा ये सीगा भी ਜਿਹੜੇ आम ਜਿਹੜੀਆਂ जनता संस्थावां ਜਿਹੜੇ राशन ਵੰਡਦੀਆਂ ਪਈਆਂ ਉਹਨਾਂ ਦੇ ਸਹਿਯੋਗ ਦੇ ਨਾਲ ਜੇ ਵੰਡਦਾ ਲੋਕਾਂ ਤੱਕ ਪਹੁੰਚਣਾ ਸੀਗਾ, ਲੇਕਿਨ ਸਰਕਾਰ ਵੱਲੋਂ ਕੁਝ ਵੀ ਨਹੀਂ ਪਹੁੰਚਿਆ। ਨਾ ਤਾਂ ਬਿਜਲੀ ਦੇ ਬਿੱਲ ਮਾਫ ਹੋਏ, ਨਾ ਕੋਈ ਟੈਕਸ ਮਾਫ ਹੋਇਆ। ਜਿਹੜੀਆਂ ਅਸੀਂ ਕਿਸ਼ਤਾਂ ਦਿੰਦੇ ਸੀ ਗੱਡੀਆਂ ਦੀਆਂ, ਉਹ ਕਿਸ਼ਤਾਂ ਵੀ ਸਾਡੇ ਕੋਲੋਂ ਦੇਣੀ ਹੋਈ। ਆਪਣੀ ਇੱਕ ਛੋਟੀ ਜਿਹੀ ਦੁਕਾਨ ਹੈ, ਬਿਲਕੁਲ ਮੇਰੇ ਖਿਆਲ 1000-2000 ਰੁਪਏ ਸਾਡੀ ਸੇਲ ਹੈ। ਉਹ ਸਾਨੂੰ ਤਾਂ ਇੰਨੀ ਮੁਸ਼ਕਿਲ ਹੋਈ ਵੀ ਅਸੀਂ ਤਾਂ ਜਦੋਂ ਕਰੋਨਾ ਦਾ ਚੱਲਿਆ ਹੋਇਆ ਸੀਗਾ ਲੋਕਡਾਊਨ, ਅਸੀਂ ਉਦੋਂ ਵੀ ਬੜੀ ਪ੍ਰੋਬਲਮ ਦੇ ਵਿੱਚ ਸੀ, ਹੁਣ ਵੀ ਬਹੁਤ ਪ੍ਰੋਬਲਮ ਦੇ ਵਿੱਚ ਹੈ। ਸਾਨੂੰ ਤਾਂ ਸਮਝ ਨਹੀਂ ਆ ਰਹੀ, ਨਾ ਤਾਂ ਅਸੀਂ ਬਿਜਲੀ ਦੇ ਬਿੱਲ ਦੇ ਪਾ ਰਹੇ, ਨਾ ਕਿਸ਼ਤਾਂ ਅਸੀਂ ਦੇ ਰਹੇ, ਤਾਂ ਅਸੀਂ ਜਾਈਏ ਕਿਹੜੇ ਪਾਸੇ। ਜਨਤਾ ਨੇ ਜਿਹੜਾ ਸਰਕਾਰ ਨੇ ਜਿਹੜਾ ਸਮਾਨ ਵੰਡਿਆ ਉਹ ਆਪਣੇ ਤੱਕ ਪਹੁੰਚਿਆ ਬਿਲਕੁਲ ਨਹੀਂ ਹੈ, ਤੇ ਨਾ ਹੀ ਆਮ ਜਨਤਾ ਤੱਕ ਪਹੁੰਚਿਆ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਵੀ ਇਹ ਜਿਹੜਾ ਰਾਸ਼ਨ ਤੁਸੀਂ ਵੰਡਦੀਆਂ ਪਈਆਂ ਸਰਕਾਰਾਂ, ਕਿ ਆਮ ਆਦਮੀ ਤੱਕ ਪਹੁੰਚਦਾ, ਜਿਹੜੇ ਸੜਕਾਂ ਦੇ ਉੱਤੇ ਬੈਠੇ ਹੋਏ ਆ। ਲੇਕਿਨ ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਜਿਹੜਾ ਰਾਸ਼ਨ ਸੀਗਾ ਉਹ ਵੱਡੇ ਹੀ ਲੋਕ ਲੈ ਕੇ ਛੋਟੇ ਲੋਕਾਂ ਤੱਕ ਬਿਲਕੁਲ ਵੀ ਨਹੀਂ ਪਹੁੰਚਿਆ। ਨਾਲੇ ਵੀ ਗੱਲ ਹੈ ਕਿ ਮੋਦੀ ਸਾਹਿਬ ਨੇ
20 ਲੱਖ ਕਰੋੜ ਰੁਪਇਆ ਗਿਆ ਸੀ ਮੈਂ ਭੇਜਾਂਗਾ ਸਾਰੀਆਂ ਸਟੇਟਾਂ ਨੂੰ ਵੰਡ ਕੇ, ਲੇਕਿਨ ਉਹ ਵੀ ਬਿਲਕੁਲ ਵੀ ਨਹੀਂ ਜਨਤਾ ਤੱਕ ਪਹੁੰਚਿਆ। ਸਾਨੂੰ ਤਾਂ ਪਤਾ ਨਹੀਂ ਲੱਗਦਾ ਸਰਕਾਰਾਂ ਕਰਦੀਆਂ ਕੀ ਆ, ਆਪਣੇ ਬਸ ਜਿੰਦਾਬਾਦ ਆਪਣੀ ਕਰਵਾਉਂਦੀਆਂ, ਬਾਕੀ ਤਾਂ ਜਨਤਾ ਦੇ ਪੱਲੇ ਕੱਖ ਨਹੀਂ ਪੈਂਦਾ। ਨੁਕਸਾਨ ਕਿਹਦਾ ਹੋਇਆ ਜੀ? ਨੁਕਸਾਨ ਆਮ ਆਦਮੀ ਦਾ ਹੋਇਆ ਜੀ, ਸਾਡੇ ਪੱਲੇ ਤਾਂ ਕੱਖ ਨਹੀਂ ਪਿਆ ਸੀ। ਕਈਆਂ ਬੰਦਿਆਂ ਨਾਲ ਗੱਲਾਂ ਕਰਦੇ ਹਾਂ, ਅਸੀਂ ਇੱਕ ਪਾਰਟੀ ਨਾਲ ਰਿਲੇਟਡ ਰਹੇ ਹਾਂ, ਸੰਬੰਧਿਤ ਰਹੇ ਹਾਂ ਪਾਰਟੀਆਂ ਦੀ। ਜੇ ਗੱਲ ਕਰਦੇ ਹਾਂ ਕਿਸੇ ਲੋਕਾਂ ਨੂੰ ਪੁੱਛਦੇ ਹਾਂ, ਕਹਿੰਦੇ ਵੀ ਸਾਨੂੰ ਤਾਂ ਸਾਡੇ ਤੱਕ ਤਾਂ ਕੱਖ ਨਹੀਂ ਪਹੁੰਚਿਆ। ਜਿਹੜਾ ਸਮਾਨ ਸੀ ਉਹ ਅਮੀਰ ਬੰਦੇ ਹੀ ਲੈ ਗਏ ਆ, ਗਰੀਬਾਂ ਤੱਕ ਬਿਲਕੁਲ। ਹੁਣ ਦੇਖੋ ਲੋਕਡਾਊਨ ਦੇ ਵਿੱਚ ਜੋ ਵੀ ਗਵਰਨਮੈਂਟ ਨੇ ਕੀਤਾ ਸਾਡੇ ਫੇਵਰ ਦੇ ਵਿੱਚ ਕੀਤਾ। ਸਿਰਫ ਲੋਕਡਾਊਨ ਲਾਉਣ ਨਾਲ ਇਹ ਨਹੀਂ ਮਤਲਬ ਬਣਦਾ ਵੀ ਤੁਹਾਡੀ ਸੇਫਟੀ ਹੋ ਗਈ ਆ। ਉਹਦੇ ਵਿੱਚ ਬਹੁਤ ਕੁਝ ਸੀਗਾ, ਜਿੰਨੀਆਂ ਰਾਹਤਾਂ ਉਹਨੇ ਦਿੱਤੀਆਂ ਸੀਗੀਆਂ, ਬਿਜਲੀ ਦੇ ਬਿੱਲ ਸੀਗੇ, ਬੱਚੇ ਦੀਆਂ ਫੀਸਾਂ ਸੀਗੀਆਂ, ਕਿਸ਼ਤਾਂ ਸੀਗੀਆਂ। ਹੁਣ ਬੰਦੇ ਨੇ ਗੱਡੀਆਂ ਜਾਂ ਕੁਝ ਵੀ ਕਿਸ਼ਤਾਂ, ਮਕਾਨ ਦੀਆਂ ਕਿਸ਼ਤਾਂ, ਜੋ ਵੀ ਹੈ, ਲੋਕਡਾਊਨ ਵਿੱਚ ਕੰਮ ਬੰਦ ਹੋ ਗਿਆ, ਕਿੱਥੋਂ ਕਿਸ਼ਤਾਂ ਦੇਣ? ਠੀਕ ਨਹੀਂ, ਇੱਥੋਂ ਥੋੜ੍ਹਾ ਜਿਹਾ ਮਹਿਸੂਸ ਹੋ ਰਿਹਾ, ਮਤਲਬ ਤੰਗ ਹੋ ਰਿਹਾ ਬੰਦੇ। 4-4 ਮਹੀਨੇ ਦੇ ਬਿੱਲ ਭੇਜਤੇ ਆ ਬਿਜਲੀ ਦੇ, ਇੱਕ ਪਾਸੇ ਮਾफ़ ਕਰਨੇ ਸੀਗੇ, ਕਿਸ਼ਤਾਂ ਮਾफ़ ਕਰਨੀਆਂ ਸੀਗੀਆਂ, ਹੁਣ ਬਿੱਲ ਭੇਜਤੇ ਆ, ਕਿੱਥੋਂ ਦੇਣਗੇ ਬੰਦੇ? ਜੋਬਲੈਸ ਹੋ ਗਏ, ਨੌਕਰੀ ਦੇ ਬੰਦੇ ਨਿਕਲ ਗਏ। ਇਹ ਥੋੜ੍ਹਾ ਜਿਹਾ ਮਹਿਸੂਸ ਹੋ ਰਿਹਾ। ਆਮ ਜਨਤਾ ਤੱਕ ਰਾਹਤ ਪੈਕੇਜ ਨਹੀਂ ਮਿਲੇ, ਪੂਰੇ ਨਹੀਂ ਮਿਲੇ, ਕੁਝ ਵੀ ਨਹੀਂ ਹੋਇਆ। ਤੰਗ ਹੈ ਜਨਤਾ, ਬਹੁਤ ਜ਼ਿਆਦਾ ਤੰਗ ਹੈ। ਕਿੱਥੇ ਤੱਕ ਰਹਿ ਗਏ ਫਿਰ ਰਾਹਤ ਪੈਕੇਜ? ਰਾਹਤ ਪੈਕੇਜ ਸ਼ੁਰੂ ਹੀ ਨਹੀਂ ਹੋਏ ਆ, ਸ਼ੁਰੂ ਹੀ ਨਹੀਂ ਹੋਏ। ਤੇ ਗੱਲਾਂ ਹੀ ਸੀਗੀਆਂ, ਗੱਲਾਂ ਹੀ ਆ, ਗੱਲਾਂ ਹੀ ਹੋਈਆਂ, ਗੱਲਾਂ ਹੀ ਨਹੀਂ ਮਿਲੇ ਆ। ਆਮ ਜਨਤਾ ਬਹੁਤ ਤੰਗ ਹੈ। ਮੱਧਮ ਵਰਗ ਜਿਹੜਾ ਹੈਗਾ, ਦੇਖੋ ਜਿਹੜਾ ਤਾਂ ਹੈਗਾ ਅਪ, ਉਹਦੇ ਕੋਲ ਬਹੁਤ ਕੁਛ ਆ। ਜਿਹੜਾ ਹੈਗਾ ਨੀਵਾਂ, ਉਹ ਹੱਥ ਜੋੜ ਕੇ ਵੀ ਲੈ ਲੈਂਦਾ, ਉਹਨੂੰ ਦਿੰਦੀ ਵੀ ਆ ਸਰਕਾਰ। ਜਿਹੜਾ ਮੱਧਮ ਵਰਗ ਹੈਗਾ ਉਹਦੇ ਲਈ ਬਹੁਤ ਔਖਾ। ਪਰ ਸਰਕਾਰਾਂ ਦਾਅਵੇ ਕਰ ਰਹੀ ਜੀ ਅਸੀਂ ਸਭ ਕੁਝ ਕੀਤਾ। ਤੇ ਦਾਅਵੇ ਭਾਜੀ ਕਾਗਜ਼ਾਂ 'ਚ ਹੀ ਆ, ਦਾਅਵੇ ਨਹੀਂ, ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ। ਦੇਖੋ ਰਾਹਤ ਪੈਕੇਜ ਜਦ ਤੱਕ ਤੁਸੀਂ ਗੱਲ ਕਰ ਰਹੇ ਹੋ, ਰਾਹਤ ਪੈਕੇਜ ਦੇ ਵਿੱਚ ਬਹੁਤ ਕੁਝ ਆ ਜਾਂਦਾ। ਰਾਹਤ ਪੈਕੇਜ ਵਿੱਚ ਸਿਰਫ ਇਹ ਨਹੀਂ ਕਿ ਤੁਸੀਂ ਗਰੀਬ ਵਰਗ ਨੂੰ ਖਾਣਾ ਭੇਜਤਾ ਜਾਂ ਕਿਸੇ ਸੁਸਾਇਟੀ ਨੂੰ ਡਿਊਟੀ ਲਗਾਤੀ ਕਿ ਲੰਗਰ ਲਗਾ ਦਿਓ, ਜਾਂ ਪ੍ਰਸ਼ਾਸਨ ਨੇ ਮੈਡੀਸਨ ਦੇ ਬਾਰੇ ਤਾਂ ਚਲੋ ਜੇ ਕੁਛ ਹੈ ਨਹੀਂ, ਪ੍ਰਸ਼ਾਸਨ ਨੇ ਜੋ ਵੀ ਉਹਨਾਂ ਦੇ ਜਿਹੜੇ ਜ਼ਰੂਰੀ ਫਰਜ਼ ਸੀ ਉਹ ਨਿਭਾਤੇ, ਪਰ ਉਹ ਰਾਹਤ ਪੈਕੇਜ ਨਹੀਂ ਹੈ। ਰਾਹਤ ਪੈਕੇਜ ਦਾ ਮਤਲਬ ਹੈ ਕਿ ਤੁਸੀਂ ਸੋਸ਼ਲ ਸਿਕਿਉਰਿਟੀ ਦਿਓ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਲੋਕਾਂ ਦੇ ਕੋਲ ਜੌਬ ਨਹੀਂ ਹੈਗੀ, ਜਿਨ੍ਹਾਂ ਕੋਲ ਜੌਬ ਹੈਗੀ ਉਹਨਾਂ ਕੋਲ ਤਨਖਾਹ ਨਹੀਂ ਹੈਗੀ, ਉਹਨਾਂ ਨੂੰ 3-3 4-4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੋਈ, ਘਰ ਦਾ ਰੋਜ਼ੀ ਰੋਟੀ ਚਲਾਉਣੀ ਔਖੀ ਹੋ ਗਈ ਉਹਨਾਂ ਲਈ। ਜਿਹੜੇ ਰੋਜ਼ਮਰਾ ਦੇ ਵਿੱਚ ਜਿਨ੍ਹਾਂ ਦਾ ਸਿਰਫ ਗੁਜ਼ਾਰਾ ਹੀ ਤਨਖਾਹ 'ਤੇ ਹੋ ਰਿਹਾ, ਕੁਝ ਸਮੇਂ ਲਈ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੇ ਬੱਚਿਆਂ ਦੀਆਂ ਫੀਸਾਂ ਮਾਫ਼ ਹੋ ਗਈਆਂ, ਤੁਹਾਡੀ ਜਿਹੜੀ ਲੋਨ ਦੀ ਤੁਹਾਡੀ EMI ਮਾਫ਼ ਹੋ ਗਈ, ਤੁਹਾਡੇ ਕੋਲ XYZ ਦੀ ਜਿਹੜੀ ਇੰਸਟਾਲਮੈਂਟ ਆ ਉਹ ਅਸੀਂ ਮਾਫ਼ ਕਰਤੀ। ਬਟ ਉਹ ਮਾਫ਼ ਕਰਨ ਦਾ ਕੀ ਫਾਇਦਾ ਕਿ ਜਦੋਂ ਅਜੇ ਜੌਬਸ ਦਾ ਜਾਂ ਜਿਹੜੀਆਂ ਸਿਕਿਉਰਿਟੀਜ਼ ਨੇ ਉਹ ਸਟੇਬਲ ਹੋਈਆਂ ਨਹੀਂ, ਔਰ ਤੁਸੀਂ ਉਹ ਸਾਰਾ ਰਿਕਵਰੀ 'ਤੇ ਪਾਤਾ। ਤੁਹਾਡੇ ਕੋਲ ਜੌਬਸ ਜੇ ਸਟੇਬਲ ਨਹੀਂ ਹੋਈਆਂ, ਜੇ ਤੁਸੀਂ ਸੋਚੋ ਕਿ ਅਗਲੇ 6 ਮਹੀਨੇ ਤੱਕ ਤੁਹਾਡੀਆਂ ਜੌਬਸ ਸੇਫ ਹੋ ਜਾਣਗੀਆਂ, ਕਿਸੇ ਕੋਲ ਜੌਬ ਨਹੀਂ ਹੈਗੀ। ਬਹੁਤ ਘੱਟ ਬੰਦੇ ਨੇ ਜਿਹੜੇ ਜੌਬ 'ਚ ਨੇ। ਕੰਪਨੀਆਂ ਜੌਬ ਕੱਢ ਰਹੀਆਂ ਨੇ, ਕੰਪਨੀਆਂ ਵੀ ਕੀ ਕਰਨ, ਆਫਿਸਿਸ ਵੀ ਕੀ ਕਰਨ, ਸਰਕਾਰ ਵੀ ਅੱਧੀ ਤਨਖਾਹ ਦੇ ਰਹੀ ਹੈ। ਪਰ ਅਸੀਂ ਇਹੀ ਚਾਹਾਂਗੇ ਕਿ ਸਰਕਾਰ ਨੇ ਜੇ ਕੁਝ ਫੈਸਲਾ ਲੈਣਾ ਹੈ ਲੋਕਡਾਊਨ ਦੇ ਵਿੱਚ ਜਾਂ ਲੋਕਡਾਊਨ ਤੋਂ ਬਾਅਦ ਵੀ, ਉਹਨੂੰ ਸੋਸ਼ਲ ਸਿਕਿਉਰਿਟੀ ਦੇ ਐਂਗਲ ਤੋਂ ਲਿਆ ਜਾਏ। ਰਾਹਤ ਮਿਲੀ ਕਿ ਨਹੀਂ ਮਿਲੇਗੀ? ਰਾਹਤ ਬਿਲਕੁਲ ਨਹੀਂ ਮਿਲੀ। ਰਾਹਤ ਕੀ, ਕਿਸ ਮੋਨੀਟਰੀ ਤੁਹਾਨੂੰ ਸਪੋਰਟ ਕਰੇ, ਉਹ ਰਾਹਤ ਹੈ। ਨਾ ਕਿ ਇਹ ਰਾਹਤ ਕਿ ਤੁਸੀਂ ਘਰ ਬੈਠੋ, ਮਾਸਕ ਲਗਾ ਲਓ, ਇਹ ਕਰੋ, ਉਹ ਕਰੋ, ਸੋਸ਼ਲ ਡਿਸਟੈਂਸਿੰਗ ਰੱਖੋ। ਇਹ ਤਾਂ ਪੈਰਾਮੀਟਰਸ ਨੇ, ਇਹ ਤਾਂ ਵਰਲਡ ਵਾਈਡ ਸੇਮ ਨੇ। ਸਰਕਾਰ ਦੇ ਦਾਅਵੇ ਹੈ ਜੀ ਅਸੀਂ ਸਭ ਕੁਝ ਕੀਤਾ ਹੈ ਜੀ। ਦੇਖੋ ਸਰਕਾਰ ਨੇ ਦਾਅਵੇ ਕਰਨੇ ਆ ਕਿ ਅਸੀਂ ਸਭ ਕੁਝ ਕੀਤਾ, ਬਟ ਦਾਅਵੇ ਜਿਹੜੇ ਆ ਉਹ ਸਿਰਫ ਉੱਥੇ ਤੱਕ ਰਹਿ ਗਏ ਜਿੱਥੇ ਤੱਕ ਉਹਨਾਂ ਦੀ ਲੋੜ ਸੀਗੀ। ਉਹ ਦਾਅਵੇ ਸੀ, ਉਹਨਾਂ ਨੇ ਦਾਅਵੇ 2 ਬੰਦਿਆਂ ਨੂੰ ਦੇ ਦਿੱਤੇ, 4 ਨੂੰ ਦੇ ਦਿੱਤੇ, ਜਿਹੜੇ ਲੋਅਰ ਲੈਵਲ ਦੇ ਹੱਥ ਜੋੜਤੇ ਉਹਨਾਂ ਨਾਲ ਫੋਟੋ ਖਿਚਾ ਲਈ। ਪਰ ਦਾਅਵੇ ਤਾਂ ਪੂਰੇ ਹੋਣ ਜੇ ਮੱਧਮ ਵਰਗ ਨੂੰ ਕੁਝ ਦਿੱਤਾ ਜਾਏ। ਮੱਧਮ ਵਰਗ ਤਾਂ ਉਹ ਨਾ ਕਿਸੇ ਅੱਗੇ ਹੱਥ ਜੋੜਨ ਜੋਗਾ, ਉਹ ਨਾ ਕਿਸੇ ਨਾਲ ਗੱਲ ਕਰਨ ਜੋਗਾ, ਉਹ ਬੈਠਾ ਪਰੇਸ਼ਾਨ ਹੈ। ਮੱਧਮ ਵਰਗ ਹੀ ਮੈਕਸਿਮਮ ਸੈਲਰੀ ਪਰਸਨ, ਉਹਦਾ ਗੁਜ਼ਾਰਾ ਸੈਲਰੀ ਨਾਲ ਹੋ ਰਿਹਾ। ਜਾਂ ਤਾਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਂ ਉਹਨੂੰ ਸੈਲਰੀ ਨਹੀਂ ਮਿਲੀ। ਕਰੋਨਾ ਦੇ ਚੱਲਦੇ ਨੁਕਸਾਨ ਕੀ ਹੋਇਆ ਪਬਲਿਕ ਨੂੰ ਨੁਕਸਾਨ ਇਹੀ ਹੋਇਆ ਕਿ ਵੀ ਜਿਹੜਾ ਬੰਦਾ ਮੱਧਮ ਵਰਗ ਦੇ ਵਿੱਚ ਸੀਗਾ ਉਹ ਖਤਮ ਹੋ ਗਿਆ। ਤੇ ਇਹ ਸੀਗੇ ਸਥਾਨਕ ਲੋਕ, ਜਿਵੇਂ ਕਿ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਕਰੋਨਾ ਦੇ ਚੱਲਦੇ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਤੇ ਗੱਲ ਕਰਦੇ ਹਾਂ ਅੱਜ ਕਿ ਕਰੋਨਾ ਦੇ ਚੱਲਦੇ ਸਰਕਾਰਾਂ ਵੱਲੋਂ ਜਿਹੜੇ ਪੈਕੇਜ ਐਲਾਨੇ ਗਏ ਸੀ, ਕੀ ਉਹਨਾਂ ਪੈਕੇਜਾਂ ਦਾ, ਰਾਹਤ ਪੈਕੇਜਾਂ ਦੀ ਅਸੀਂ ਗੱਲ ਕਰੀਏ ਤਾਂ ਜੋ ਪੈਕੇਜ ਉਹਨਾਂ ਨੂੰ ਸਥਾਨਕ ਜੋ ਵਸਨੀਕ ਨੇ ਇੰਡੀਆ ਦੇ, ਉਹਨਾਂ ਲਈ ਐਲਾਨੇ ਗਏ ਸੀਗੇ, ਪੰਜਾਬ ਵਾਸੀਆਂ ਲਈ ਐਲਾਨੇ ਗਏ ਸੀ, ਉਹਨਾਂ ਉੱਤੇ ਗੱਲ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਅੱਜ ਜੁੜੇ ਨੇ ਡਿਬੇਟ ਦੇ ਵਿੱਚ। ਸਭ ਤੋਂ ਪਹਿਲਾਂ ਇੰਟਰੋ ਕਰਾਵਾਂਗੇ ਜੀ ਅਨੁਜ ਠਾਕਰ ਨੇ ਜੋ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਹੈ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਿਲਕੁਲ, ਇਸ ਤੋਂ ਬਾਅਦ ਕਿਸਾਨ ਆਗੂ ਅਸੀਂ ਕਹਿ ਸਕਦੇ ਹਾਂ ਕਿਸ਼ਨ ਜੀ ਸਾਡੇ ਨਾਲ ਜੁੜੇ ਨੇ। ਸਰ ਤੁਹਾਡਾ ਵੀ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਧੰਨਵਾਦ ਜੀ। ਤੇ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਤੋਂ ਪ੍ਰਤੀਕ ਆਲੂਵਾਲੀਆ ਜੀ ਉਹ ਜੁੜੇ ਨੇ। ਸਰ ਤੁਹਾਡਾ ਪੰਜਾਬ ਟੀਵੀ ਤੇ ਸਵਾਗਤ ਹੈ। ਨਮਸਕਾਰ, ਸਭ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਬਿਲਕੁਲ, ਇਸ ਦੇ ਨਾਲ ਤੁਹਾਨੂੰ ਇੰਟਰੋ ਕਰਾਉਂਦੇ ਹਾਂ ਜੋ ਸਾਡੇ ਗੈਸਟ ਨੇ ਕਾਂਗਰਸ ਤੋਂ ਪਰਮਜੀਤ ਪੰਮਾ ਜੀ ਇਹ ਸਾਡੇ ਨਾਲ ਜੁੜੇ ਨੇ। ਸਰ ਸਵਾਗਤ ਹੈ ਜੀ। ਧੰਨਵਾਦ ਜੀ। ਤੇ ਸੀਟੂ ਤੋਂ ਜੁੜੇ ਨੇ ਸਾਡੇ ਨਾਲ ਵਿਨੋਦ ਭੱਟੀ ਜੀ, ਇਹਨਾਂ ਦਾ ਵੀ ਸਵਾਗਤ ਹੈ ਜੀ। ਧੰਨਵਾਦ ਜੀ, ਸ਼ੁਕਰੀਆ। ਤੇ ਸਾਡੇ ਨਾਲ ਰਾਜਾ ਜੀ ਜੁੜੇ ਨੇ। ਸਰ ਇਹਨਾਂ ਦਾ ਵੀ ਬਹੁਤ ਬਹੁਤ ਪੰਜਾਬ ਟੀਵੀ ਤੇ ਸਵਾਗਤ ਹੈ। ਬਹੁਤ ਧੰਨਵਾਦ ਜੀ। ਤੇ ਇਹ ਸੀਗੇ ਸਾਡੇ ਅੱਜ ਦੇ ਗੈਸਟ। ਜੇ ਅਸੀਂ ਗੱਲ ਕਰੀਏ ਤਾਂ
ਜੋ ਪੈਕੇਜ ਐਲਾਨੇ ਗਏ ਸੀਗੇ ਕਿਆ ਉਹਨਾਂ ਦਾ ਬੈਨੀਫਿਟ ਲੋਕਾਂ ਨੂੰ ਮਿਲਿਆ ਕਰੋਨਾ ਦੇ ਚੱਲਦੇ ਜਾਂ ਨਹੀਂ ਮਿਲਿਆ? ਸਭ ਤੋਂ ਪਹਿਲਾਂ ਚੱਲਦੇ ਅਨੁਜ ਠਾਕਰ ਜੀ ਕੋਲ। ਸਰ, ਜਾਣਨਾ ਚਾਹਾਂਗੇ ਕਰੋਨਾ ਦੇ ਚੱਲਦੇ ਜੋ ਪੈਕੇਜ ਐਲਾਨੇ ਗਏ ਸੀ, ਕੀ ਸਥਾਨਿਕ ਵਸਨੀਕ ਹੈ ਜੋ ਉਹਨਾਂ ਨੂੰ ਉਹਨਾਂ ਦਾ ਫਾਇਦਾ ਮਿਲਿਆ? ਉਹਨਾਂ ਦੇ ਜੋ ਅਮਾਉਂਟ ਅਨਾਉਂਸ ਕੀਤੀ ਗਈ ਸੀਗੀ ਉਸ ਦਾ ਫਾਇਦਾ ਹੋਇਆ, ਜਾਂ ਕਿਸ ਤਰ੍ਹਾਂ ਦੇ ਪੈਕੇਜ ਅਨਾਉਂਸ ਕੀਤੇ ਗਏ ਸੀਗੇ ਰਿਐਲਿਟੀ ਗਰਾਊਂਡ ਦੇ ਵਿੱਚ ਉਹਨਾਂ ਦਾ ਮਿਲਿਆ ਫਾਇਦਾ? ਦੇਖੋ, ਜਿੱਥੇ ਤੱਕ ਮੇਰੇ ਦੇਖਿਆ ਜਾਂ ਮੇਰੀ ਸੋਚ ਹੈ ਜਾਂ ਮੈਂ ਪ੍ਰੈਕਟੀਕਲੀ ਜਾ ਕੇ ਗਰਾਊਂਡ 'ਚ ਦੇਖਿਆ ਹੈ, ਜੋ ਸਰਕਾਰਾਂ ਨੇ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਇਸ ਨੂੰ ਲੈ ਕੇ ਕਰੋਨਾ ਨੂੰ, ਕਿ ਅਸੀਂ ਇੰਨੇ ਲੱਖ ਦਾ ਪੈਕੇਜ ਪੰਜਾਬ ਲਈ ਦਿੱਤਾ ਹੈਗਾ। ਪਰ ਪ੍ਰੈਕਟੀਕਲੀ ਜੇ ਦੇਖਿਆ ਜਾਵੇ ਗਰਾਊਂਡ ਰਿਐਲਿਟੀ ਬਿਲਕੁਲ ਅਲੱਗ ਹੈਗੀ। ਗਰਾਊਂਡ ਰਿਐਲਿਟੀ ਦੇ ਵਿੱਚ ਕੁਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋਈ ਇਸ ਕਰੋਨਾ ਵਾਇਰਸ ਦੇ ਵਿੱਚ, ਕਿਉਂਕਿ ਸਾਰਿਆਂ ਪਰਸਨਸ ਦੀ ਇਨਕਮ ਬੰਦ ਹੋ ਗਈ, ਬਿਲਕੁਲ ਹੀ ਖਤਮ ਹੋ ਗਈ। ਜਿਹੜੇ ਮਜ਼ਦੂਰ ਲੋਕ ਥੇ ਉਹਨਾਂ ਨੂੰ ਰਾਸ਼ਨ ਦੀ ਨੀਡ ਥੀ ਜਾਂ ਹੋਰ ਬੇਸਿਕ ਜਿਹੜੀ ਫੈਸਿਲਿਟੀਜ਼ ਸੀ ਉਹਦੀ ਲੋੜ ਥੀ, ਪਰ ਗਵਰਨਮੈਂਟ ਵੱਲੋਂ ਮੇਰੇ ਅਕੋਰਡਿੰਗ ਇੰਨਾ ਕੁਝ ਨਹੀਂ ਦਿੱਤਾ ਗਿਆ ਸਰਕਾਰ ਨੂੰ ਜਿੰਨਾ ਚਾਹੀਦਾ ਥਾ, ਕਿਉਂਕਿ ਲੋਕਾਂ ਨੂੰ ਆਸ ਥੀ ਗਵਰਨਮੈਂਟ ਤੇ, ਕਿਉਂਕਿ ਇਹ ਤਕਰੀਬਨ 100 ਸਾਲ ਤੋਂ ਬਾਅਦ ਇਸ ਤਰ੍ਹਾਂ ਦੀ ਮਹਾਮਾਰੀ ਆਈ ਹੈ ਜਿੱਥੇ ਲੋਕਾਂ ਨੇ ਐਕਸਪੈਕਟ ਕੀਤੀ ਕਿ ਅੱਜ ਤੱਕ ਅਸੀਂ ਗਵਰਨਮੈਂਟਸ ਨੂੰ ਜਿਹੜੀਆਂ ਵੀ ਆਈਆਂ ਉਹਨਾਂ ਨੂੰ ਟੈਕਸ ਦਿੰਦੇ ਰਹੇ, ਉਹਦੇ ਵਿੱਚ ਸਾਨੂੰ ਅੱਜ ਕਿਆ ਗਵਰਨਮੈਂਟ ਦਿੰਦੀ ਹੈ। ਔਰ ਮੇਰੇ ਅਕੋਰਡਿੰਗ ਗਵਰਨਮੈਂਟ ਨੇ ਕੋਈ ਇੰਨਾ ਅੱਛਾ ਪੈਕੇਜ ਜਾਂ ਇੰਨੇ ਅੱਛੀ ਫੈਸਿਲਿਟੀਜ਼ ਲੋਕਾਂ ਨੂੰ ਨਹੀਂ ਦਿੱਤੀਆਂ ਕਿ ਘਰ ਘਰ ਜਾ ਕੇ ਲੋਕਾਂ ਨੂੰ ਕੁਝ ਫੈਸਿਲਿਟੀ ਨਹੀਂ ਦਿੱਤੀ ਗਈ ਹੈ ਜੀ। ਕਿਸਾਨ ਆਗੂ ਕਿਵੇਂ ਦੇਖਦੇ ਹੋ ਕਿ ਫੈਸਿਲਿਟੀਜ਼ ਗਵਰਨਮੈਂਟ ਨੇ ਕਰੋਨਾ ਕਾਲ ਦੇ ਸਮੇਂ ਦਿੱਤੀਆਂ ਕਿ ਨਹੀਂ ਦਿੱਤੀਆਂ ਜੀ? ਦੇਖੋ ਜੀ, ਜਿੱਥੇ ਤੱਕ ਕਿਸਾਨਾਂ ਦਾ ਸਵਾਲ ਹੈ, ਇਸ ਗਵਰਨਮੈਂਟ ਨੇ ਜਿਹੜਾ ਉਹਨਾਂ ਨੂੰ ਪੈਕੇਜ ਦਿੱਤਾ ਉਹ 3 ਖੇਤੀ ਬਿੱਲ ਹੈ ਜਿਹੜੇ ਕਿਸਾਨਾਂ ਦੀ ਹੋਂਦ ਖਤਮ ਕਰ ਦੇਣਗੇ, ਜਿਹਦੇ ਨਾਲ ਮਜ਼ਦੂਰ, ਪੱਲੇਦਾਰ, ਆੜਤੀ ਤੇ ਆੜਤੀਆਂ ਦੇ ਮਨੀਮ ਹੈ ਜਿਹੜੇ ਉਹਨਾਂ ਦੀ ਹੋਂਦ ਹੀ ਖਤਮ ਹੋ ਜਾਣੀ। ਇਹ ਸਾਨੂੰ ਕੇਂਦਰ ਦੀ ਸਰਕਾਰ ਨੇ ਕਰੋਨਾ ਵੇਲੇ ਪੈਕੇਜ ਦਿੱਤਾ। ਕੇਂਦਰ ਦੀ ਸਰਕਾਰ ਨੇ ਕਰੋਨਾ ਨੂੰ ਇੱਕ ਅਫਸਰ ਬਣਾਇਆ। ਕਾਹਦੇ ਵਾਸਤੇ? ਕਿਸਾਨਾਂ ਦਾ ਮਲੀਆ ਮੇਟ ਕਰਨ ਵਾਸਤੇ, ਮਜ਼ਦੂਰਾਂ ਦੀ ਰੁਜ਼ਗਾਰ ਖੋਣ ਵਾਸਤੇ। ਕਿਸਾਨਾਂ ਨੇ, ਮਜ਼ਦੂਰਾਂ ਨੇ ਜਿਹੜਾ 150 ਸਾਲ ਪਹਿਲਾਂ ਲੜ ਕੇ ਕੋਈ ਮੰਗਾਂ ਮਨਾਈਆਂ ਤੀਆਂ, ਅੱਜ ਇਹ ਕੇਂਦਰ ਦੀ ਸਰਕਾਰ ਨੇ ਉਹ ਇਸ ਕਰੋਨਾ ਦੀ ਆੜ 'ਚ ਉਹਨਾਂ ਤੋਂ ਖੋਹਣ ਦਾ ਕੰਮ ਕੀਤਾ। ਜਦ ਕਿ ਇਹਨਾਂ ਨੂੰ ਇਹ ਆਸ ਸੀ ਕਿ ਜਿਹੜੇ ਕਿਸਾਨ ਹੈ ਉਹ ਕਰੋਨਾ ਕਰਕੇ ਆਪਣੇ ਘਰਾਂ 'ਚ ਬੰਦ ਰਹਿਣਗੇ, ਪਰ ਇਹ ਪੰਜਾਬ ਦੇ ਬਹਾਦਰ ਕਿਸਾਨ ਹੈ ਜਿਨ੍ਹਾਂ ਨੇ ਭਗਤ ਸਿੰਘ ਦੇ ਚਾਚਾ ਵਾਲੀ ਪਗੜੀ ਸੰਭਾਲ ਲਹਿਰ ਜੱਟਾਂ ਤੇ ਸ਼ੁਰੂ ਕਰਕੇ ਅੱਜ ਤੱਕ ਰੇਲਾਂ ਤੇ, ਸੜਕਾਂ ਤੇ, ਸਟੇਸ਼ਨਾਂ ਤੇ ਬੈਠੇ ਆ। ਕਰੋਨਾ ਨਾਲੋਂ, ਮਰਨ ਨਾਲੋਂ ਚੰਗਾ ਏ ਅਸੀਂ ਰੇਲ ਦੀਆਂ ਪਟੜੀਆਂ ਤੇ ਮਰੀਏ, ਸੜਕਾਂ ਤੇ ਮਰੀਏ, ਤਾਂ ਕਿ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਹੈ ਜਿਹੜੇ ਆਪਣੇ ਬੱਚੇ ਹੈ ਉਹਨਾਂ ਨੂੰ ਬਚਾ ਸਕੀਏ। ਜੀ ਬਿਲਕੁਲ। ਇੱਧਰ ਸਾਡੇ ਨਾਲ ਰਾਜਾ ਜੀ ਹੈ ਸਰ, ਤੋਂ ਉੱਤੇ ਵੀ ਜਾਣਨਾ ਚਾਹਾਂਗੇ ਕਿ ਕਿਹੜੇ ਪੈਕੇਜ ਜਿਹੜੇ ਐਲਾਨੇ ਗਏ ਸੀ ਕਿ ਉਹਨਾਂ ਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ ਜੀ? ਸਰ 20 ਲੱਖ ਕਰੋੜ ਦੀ ਕੇਂਦਰ ਸਰਕਾਰ ਗੱਲ ਕਰ ਰਹੀ ਹੈ, ਆਰਥਿਕ ਪੈਕੇਜ ਜੋ ਹਿੰਦੁਸਤਾਨ ਲੈਵਲ ਤੇ ਕਹਿੰਦੇ ਕਿ ਦਿੱਤਾ ਹੈ। ਪਰ ਮੈਂ ਗੱਲ ਕਰਨੀ ਚਾਹਦਾ ਕਿ ਕਰੋਨਾ ਮਹਾਮਾਰੀ ਦੇ ਪੀੜ ਦੇ ਦੌਰਾਨ ਜਿਹੜੇ ਮਜ਼ਦੂਰ ਲੋਕ ਜਿਨ੍ਹਾਂ ਦੀ ਮਜ਼ਦੂਰੀ ਬੰਦ ਹੋ ਗਈ, ਜਿਹੜੇ ਲੋਕ ਘਰਾਂ ਦੇ ਵਿੱਚ ਇੰਨਾ ਚਿਰ ਬੈਠੇ ਰਹੇ, ਜਿਨ੍ਹਾਂ ਦਾ ਰੁਜ਼ਗਾਰ ਛੀਨਿਆ ਗਿਆ, ਪਰ ਇਹ ਲੋਕ, ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਪੈਕੇਜ ਦਿੱਤਾ, ਔਰ ਸਟੇਟ ਦੀਆਂ ਸਰਕਾਰਾਂ ਇਹ ਕਹਿ ਰਹੀਆਂ ਕਿ ਸਾਡੇ ਤੱਕ ਪਹੁੰਚਿਆ ਨਹੀਂ ਹੈਗਾ। ਪਰ ਚਲੋ ਇਹ ਲੋਕ ਆਪਸੀ ਹੈ, ਕਿਉਂਕਿ ਇਹ ਰਾਜ ਕਰਦੇ ਲੋਕ ਹੈ, ਇਹਨਾਂ ਨੇ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਨੀ ਹੈ। ਤੁਸੀਂ ਕੀ ਕਹਿੰਦੇ ਹੋ ਜੀ ਇਹਦੇ ਬਾਰੇ? ਦੇਖੋ, ਸਾਡੇ ਮਾਨनीय ਵਿੱਤ ਮੰਤਰੀ ਜੀ ਨੇ 20 ਲੱਖ ਕਰੋੜ ਦਾ ਪੈਕੇਜ ਜਿਹੜਾ ਉਹ ਅਨਾਉਂਸ ਕੀਤਾ ਸੀ। ਪਹਿਲਾਂ ਤਾਂ ਉੱਥੇ ਹੀ ਕੇਂਦਰ ਸਰਕਾਰ ਗਲਤ ਸੀਗੀ। ਉਹ 20 ਲੱਖ ਕਰੋੜ ਜਿਹੜਾ ਸੀਗਾ, ਉਹ 20 ਲੱਖ ਕਰੋੜ ਜਿਹੜਾ ਉਹ ਇਸ ਤਰ੍ਹਾਂ ਨਹੀਂ ਸੀਗਾ ਵੀ ਉਹ ਕਰੋਨਾ ਵਾਸਤੇ ਲੋਕਾਂ ਨੂੰ 20 ਲੱਖ ਕਰੋੜ ਦਿੱਤਾ। ਉਹਦੇ ਵਿੱਚ ਕਈ ਸਕੀਮਾਂ ਦੇ ਪੈਸੇ ਸੀਗੇ। ਉਹ ਤਾਂ ਮੇਰਾ ਖਿਆਲ ਕੋਈ ਪੌਣੇ 2 ਲੱਖ ਕਰੋੜ ਦੇ ਕਰੀਬ ਦਾ ਜਿਹੜਾ ਸਿਰਫ ਇੱਕ ਪੈਕੇਜ ਸੀਗਾ, ਉਹਨੂੰ 20 ਲੱਖ ਕਰੋੜ ਜੋੜ ਦਿੱਤਾ, ਜਿਹਦੇ ਵਿੱਚ ਕੰਸਟਰਕਸ਼ਨ ਵਰਕਰ ਦੇ ਪੈਸੇ ਸੀਗੇ ਜਾਂ ਹੋਰ ਸਕੀਮਾਂ ਦੇ ਪੈਸੇ ਸੀਗੇ। ਕੁਝ ਜਿਹੜੇ ਬਜਟ ਦੇ ਵਿੱਚ ਅਨਾਉਂਸ ਕੀਤੇ ਸੀਗੇ ਇਹਨਾਂ ਨੇ ਕੁਝ ਪੈਕੇਜ, ਉਹ ਵੀ ਵਿੱਚ ਜੋੜ ਕੇ, ਸਾਰਾ ਕੁਝ ਜੋੜ ਕੇ 20 ਲੱਖ ਕਰੋੜ ਇੱਕ ਬੜਾ ਵੱਡਾ ਜਿਹੜਾ ਸ਼ਬਦ ਵਕਤ ਦਿਖਾਤਾ ਹਿੰਦੁਸਤਾਨ ਦੇ ਲੋਕਾਂ ਨੂੰ, ਜਿਹੜਾ ਕਿ ਹਿੰਦੁਸਤਾਨ ਦੇ ਲੋਕਾਂ ਨਾਲ ਹੀ ਬੜਾ ਵੱਡਾ ਧੋਖਾ ਸੀਗਾ। ਜੀ ਬਿਲਕੁਲ। 20 ਲੱਖ ਕਰੋੜ ਦਾ ਪੈਕੇਜ ਮੋਦੀ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਜੀ। ਕਿੱਥੇ ਗਏ ਆ ਪੈਸੇ? ਕੀ ਜੋ ਸਥਾਨਿਕ ਲੋਕ ਹੈ ਉਹਨਾਂ ਨੂੰ ਬੈਨੀਫਿਟ ਮਿਲਿਆ ਜੀ ਗਰਾਊਂਡ ਲੈਵਲ ਤੇ? ਜੇ ਅਸੀਂ ਗੱਲ ਕਰੀਏ, ਜਿਹੜੀ ਮੇਰੇ ਵੀਰ ਨੇ ਗੱਲ ਕੀਤੀ 20 ਲੱਖ ਕਰੋੜ ਦੀ, 20 ਲੱਖ ਕਰੋੜ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 20 ਕਰੋੜ ਮਹਿਲਾਵਾਂ ਨੂੰ 3 ਮਹੀਨੇ ਲਗਾਤਾਰ 500 ਰੁਪਏ ਉਹਨਾਂ ਦੇ ਅਕਾਊਂਟ 'ਚ ਡਾਇਰੈਕਟ ਟ੍ਰਾਂਸਫਰ ਕੀਤਾ ਗਿਆ। ਸਾਡੇ ਕਿਸਾਨਾਂ ਦੇ ਅਕਾਊਂਟਾਂ ਦੇ ਵਿੱਚ 80 ਕਰੋੜ ਰੁਪਏ 80,000 ਕਰੋੜ ਰੁਪਏ ਟ੍ਰਾਂਸਫਰ ਕੀਤਾ ਗਿਆ।
ਉਸ ਤੋਂ ਇਲਾਵਾ EPF ਦੇ ਅੰਦਰ ਕੰਪਨੀਆਂ ਨੂੰ ਇਸ ਕਰਕੇ ਰਿਬੇਟ ਦਿੱਤੀ ਗਈ ਤਾਂ ਕਿ ਉਹਨਾਂ ਦੇ ਟੈਕਸ ਬੈਨੀਫਿਟਸ ਹੋਣ। ਉਹਦੇ 12% ਤੋਂ ਉਹਨੂੰ 10% ਕੀਤਾ ਗਿਆ। ਉਸ ਤੋਂ ਇਲਾਵਾ ਜੀ 80 ਕਰੋੜ ਫੈਮਲੀਆਂ ਨੂੰ ਰਾਸ਼ਨ ਵੰਡਿਆ ਗਿਆ, ਜਿਹਦੇ ਵਿੱਚ 5 ਕਿਲੋ ਆਟਾ ਜਾਂ ਚਾਵਲ, ਦਾਲ ਤੇ ਤੇਲ ਔਰ ਨਮਕ ਦੇ ਪੈਕੇਟ ਦਿੱਤੇ ਗਏ, ਜਿਹੜੀ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ। ਲੇਕਿਨ ਸਾਡੇ ਪੰਜਾਬ ਪ੍ਰਦੇਸ਼ ਦੀ ਸਰਕਾਰ ਨੇ ਉਹਨਾਂ ਪੈਕਟਾਂ ਨੂੰ ਵੀ ਵੇਚ ਕੇ ਪੈਸਾ ਕਮਾਇਆ, ਉਹਨਾਂ ਪੈਕਟਾਂ ਵਿੱਚ ਵੀ ਘਪਲੇਬਾਜ਼ੀ ਕੀਤੀ। ਇਹ ਕੰਮ ਪੰਜਾਬ ਸਰਕਾਰ ਨੇ ਕੀਤਾ। ਕੇਂਦਰ ਦੀ ਸਰਕਾਰ ਨੇ ਜੋ ਹੋ ਸਕਿਆ ਮੁਨਾਸਿਬ ਉਹ ਹਰ ਬੰਦੇ ਲਈ ਭੇਜਿਆ। ਸਰਕਾਰ ਦੇ ਬਹੁਤ ਸਾਰੀ ਜਗ੍ਹਾ ਉਹਨਾਂ ਦੇ ਵੇਅਰ ਹਾਊਸਾਂ ਦੇ ਵਿੱਚ, ਉਹਨਾਂ ਦੇ ਆਫਿਸਾਂ ਦੇ ਵਿੱਚ ਉਹ ਫੂਡ ਪੈਕਟ ਬਰਾਮਦ ਹੋਏ। ਉਹਨਾਂ ਨੇ ਕੇਂਦਰ ਤੋਂ ਆਏ ਹੋਏ ਜਿਹੜੇ ਫੂਡ ਪੈਕਟ ਸੀਗੇ ਉਹਨਾਂ ਤੇ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਲੋਕਾਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ। ਲੋਕ ਕੇਂਦਰ ਸਰਕਾਰ ਵੱਲੋਂ ਆਏ ਹੋਏ ਸੀਗੇ। ਬਿਲਕੁਲ ਜੀ। ਕੀ ਕਹਿੰਦੇ ਹੋ ਸਰ, ਜੋ ਇਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਕੇਂਦਰ ਸਰਕਾਰ ਨੇ ਰਾਹਤ ਪੈਕੇਜ ਭੇਜੇ ਪਰ ਕਾਂਗਰਸ ਨੇ ਆਪਣੀ ਫੋਟੋ ਲਗਾ ਕੇ ਦਿੱਤੇ ਹੈ, ਕੀ ਕਹੋਗੇ ਜੀ? ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਸਭ ਤੋਂ ਵੱਡਾ ਸਟੈਪ ਚੱਕਿਆ ਮਾਰਚ ਦੇ ਮਹੀਨੇ ਦੇ ਵਿੱਚ 2020 ਦੇ ਵਿੱਚ, ਜਿੱਥੇ ਮੋਦੀ ਸਾਹਿਬ ਨੂੰ ਵੀ ਫੋਲੋ ਕਰਨਾ ਪਿਆ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚੋਂ ਪੰਜਾਬ ਸੂਬਾ ਇਹੋ ਜਿਹਾ ਜਿਹਦੇ 'ਚ ਲਾਕਡਾਊਨ ਲਾਇਆ ਗਿਆ ਕਿ ਲੋਕਾਂ ਦੀ ਜਾਨ ਤੇ ਮਾਲ ਨੂੰ ਸੁਰੱਖਿਅਤ ਕੀਤਾ ਜਾਵੇ। ਹਾਂ, ਮੋਦੀ ਜੀ ਨੇ 22 ਤਰੀਕ ਨੂੰ ਜਨਤਾ ਕਰਫਿਊ ਲਾ ਕੇ ਉਹ ਤੋਂ ਬਾਅਦ ਕਦੇ ਤਾੜੀਆਂ ਮਰਵਾਤੀਆਂ, ਕਦੇ ਭਾਂਡੇ ਖੜਕਾਓ ਜੀ, ਕਦੇ ਕੁਛ ਖੜਕਾਓ ਜੀ। ਇਹ ਤਾਂ ਜਿਹੜੇ ਜੁਮਲੇ ਦਿਖਾਏ ਜਿਵੇਂ 15-15 ਲੱਖ ਕਰੋੜ ਵਾਲੇ ਆਉਂਦੇ ਸੀ। ਜਿਹੜੀ ਇਹਨਾਂ ਨੇ ਮੇਰੇ ਭਰਾ ਉਹਨਾਂ ਨੇ ਗੱਲ ਕੀਤੀ ਕਿ 20 ਲੱਖ ਕਰੋੜ ਦੇ ਵਿੱਚੋਂ ਇੱਕ ਦਿੱਤਾ। ਦੇਸ਼ ਦੇ ਵਿੱਚ ਇੱਕ ਬੰਦਾ, ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਨੰਗਲ ਦੀ ਗੱਲ ਨਹੀਂ ਕਰਦਾ, ਦੇਸ਼ ਦੇ ਵਿੱਚ ਇੱਕ ਬੰਦਾ ਕਹਿ ਦੇਵੇ ਕਿ ਮੈਨੂੰ 20 ਲੱਖ ਕਰੋੜ ਦੇ ਵਿੱਚੋਂ 1 ਰੁਪਈਆ ਵੀ ਆਇਆ ਹੋਵੇ, 1 ਰੁਪਈਆ ਵੀ ਆਇਆ ਹੋਵੇ। ਕੇਵਲ ਤੇ ਕੇਵਲ ਲੋਕਾਂ ਨੂੰ ਜਿਵੇਂ 15 ਲੱਖ ਵਾਲਾ ਸੀ ਵੀ ਕਾਲਾ ਧਨ 15 ਲੱਖ ਆ ਜਾਊਗਾ ਜੀ। ਮੋਦੀ ਸਾਹਿਬ ਆਪਣੇ ਲਈ ਹਜ਼ਾਰਾਂ ਕਰੋੜ ਦਾ 에ਅਰਫੋਰਸ ਦਾ ਜਹਾਜ਼ ਤਾਂ ਖਰੀਦ ਸਕਦੇ ਇਸ ਦੇਸ਼ ਦੇ ਵਿੱਚ। ਉਧਰ ਲੋਕ ਮਰ ਰਹੇ, ਉਧਰ ਵੈਕਸੀਨੇਸ਼ਨ ਨਹੀਂ ਹੈ, ਕਿਸੇ ਨੂੰ ਰੋਟੀ ਨਹੀਂ ਮਿਲ ਰਹੀ, ਕਿਸੇ ਨੂੰ ਪਾਣੀ ਨਹੀਂ ਮਿਲ ਰਿਹਾ। ਜਿਹੜੇ ਮਾਈਗ੍ਰੈਂਟਸ ਲੇਬਰ ਹੈ 200 ਤੋਂ ਵੱਧ, ਘੱਟੋ ਘੱਟ 200-300 ਮਾਈਗ੍ਰੈਂਟ ਲੇਬਰ ਜਦੋਂ ਉਹਨਾਂ ਨੇ ਆਪਣੇ ਮਾਈਗ੍ਰੇਟ ਕੀਤਾ ਆਪਣੀ ਸਟੇਟਸ ਨੂੰ ਗਏ, ਉਹ ਮਾਰੇ ਗਏ। ਤੇ ਲੋਕ ਸਭਾ 'ਚ ਕੁਐਸਚਨ ਪੁੱਛਿਆ ਗਿਆ ਤਾਂ ਇਹਨਾਂ ਦੇ ਮੰਤਰੀਆਂ ਨੂੰ ਨਹੀਂ ਪਤਾ ਕਿ ਕੀ ਕੌਣ ਮਰਿਆ ਉੱਥੇ, ਕਹਿੰਦੇ ਸਾਡੇ ਕੋਲ ਅੰਕੜੇ ਨਹੀਂ ਹੈ। ਪੰਜਾਬ ਸਰਕਾਰ ਨੇ ਕੀ ਕੀਤਾ? ਪੰਜਾਬ ਸਰਕਾਰ ਨੇ ਜਿਹੜਾ ਪਹਿਲਾਂ ਤਾਂ ਮੈਂ ਇਹਨਾਂ ਦੇ ਦੋਸ਼ ਦੀ ਕਹਿਣਾ ਬਈ ਉਹ ਗੋਦਾਮ ਵੇਅਰ ਹਾਊਸ ਮਰਾ ਦੇਣ ਈਡੀ ਦੇ ਛਾਪੇ, ਉੱਦਾਂ ਵੀ ਤਾਂ ਮਰਾਨੇ ਹੀ ਹੈ। ਉੱਦਾਂ ਵੀ ਤਾਂ ਆਪਣੇ ਵਿਰੋਧੀਆਂ ਦੀ ਜ਼ਬਾਨ ਨੂੰ ਬੰਦ ਕਰਾਉਣ ਦੇ ਲਈ ਜਾਂ ਸੁਸ਼ਾਂਤ ਵਾਲੇ ਕੇਸ 'ਚ, ਕੰਗਨ ਵਾਲੇ ਕੇਸਾਂ ਦੇ ਵਿੱਚ ਇਹ ਈਡੀ ਦੇ ਛਾਪੇ ਮਰਵਾ ਸਕਦੇ, CBI ਦੇ ਮਰਵਾ ਸਕਦੇ, ਤਾਂ ਪੰਜਾਬ ਸਰਕਾਰ ਦੇ ਵੇਅਰ ਹਾਊਸਾਂ ਤੇ ਵੀ ਮਾਰ ਦੇਣ। ਐਨੀ ਔਕਾਤ ਨਹੀਂ ਹੈ BJP ਦੀ। ਹਾਂ, ਆਪਣੀਆਂ ਗਲਤੀਆਂ ਛਪਾਉਣ ਦੇ ਲਈ ਜਿਹੜਾ 20 ਲੱਖ ਕਰੋੜ ਦਾ ਝੂਠਾ ਜਿਹੜੀ ਸਾਡੇ ਫਾਈਨਾਂਸ ਮਿਨਿਸਟਰ ਕਹਿੰਦੇ, ਆਪਣੇ ਤਾਂ 20-20 ਹਜ਼ਾਰ ਕਰੋੜ ਦੇ ਜਹਾਜ਼ ਖਰੀਦੇ ਗਏ। ਆਹ ਕਰੋਨਾ ਕਾਲ ਦੇ ਵਿੱਚ ਹੋਇਆ। ਜਿਹੜਾ ਪੰਜਾਬ ਸਰਕਾਰ ਦੀ ਗੱਲ ਕੀਤੇ, ਜਿਹੜਾ ਪੰਜਾਬ ਸਰਕਾਰ ਦਾ ਹੁਣੇ ਮੇਰੇ ਕਿਸਾਨ ਨੇਤਾ ਵੀ ਗੱਲ ਕਰ ਰਹੇ ਸੀ, ਜਿਹੜਾ ਫੂਡ ਇਹ ਕਹਿੰਦੇ ਅਸੀਂ ਦਿੱਤਾ, ਇਹ ਪੈਦਾ ਕਿਹਨੇ ਕੀਤਾ? ਇਹ ਪੈਦਾ ਕੀਤਾ ਪੰਜਾਬ ਦੇ ਕਿਸਾਨ ਨੇ। ਇਹ ਆਸਾਨ ਨਹੀਂ ਕੀਤਾ ਕਿਸੇ ਨੇ। ਇਹ ਜਿਹੜੇ ਅੱਜ ਤਾਂ ਸਾਡੇ ਸਿਰ ਤੇ ਦੇ ਗਏ, ਪੰਜਾਬੀਆਂ ਦੇ ਸਿਰ ਤੇ ਇਹ ਜਿਹੜਾ ਅੰਨ ਤੇ ਪਾਣੀ ਦੇ ਗਏ, ਜਿਹੜੇ 2-2 ਰੁਪਏ ਦੀ ਆਟੇ ਦੀ ਗੱਲ ਕਰਦੇ, ਕਿਲੋ ਦੀ ਆਟੇ ਦੀ ਗੱਲ ਕਰਦੇ, ਉਹ ਸਾਡਾ ਰਾਈਟ ਹੈ। ਇਹਨਾਂ ਨੇ ਸਾਡੀ GST ਦਾ 4500 ਕਰੋੜ ਰੁਪਈਆ ਰੋਕ ਕੇ ਰੱਖਿਆ। ਇਹਨਾਂ ਨੇ ਸਟੇਟਾਂ ਨੂੰ ਕਿਹਾ, ਇਹਨਾਂ ਦੇ ਫਾਈਨਾਂਸ ਮਿਨਿਸਟਰ ਨੇ, ਕਿ ਜਿਹੜਾ 4500 ਕਰੋੜ ਰੁਪਈਆ ਹੈ ਉਹ ਆਪਾਂ ਕੋਲ ਨਹੀਂ ਦੇ ਹੋਣੇ ਪੈਸੇ। ਇਹ ਕਹਿੰਦੇ ਲੋਨ ਲੈ ਲਓ। ਇਹਨਾਂ ਨੂੰ ਕਿਹਨੇ ਕਿਹਾ ਸੀ ਕਿ GST ਲਗਾਓ? ਪਹਿਲਾਂ ਇਹਨਾਂ ਨੇ ਨੋਟਬੰਦੀ 'ਚ ਲਾਈਨਾਂ ਦੇ ਵਿੱਚ ਲਾ ਕੇ ਸੈਂਕੜੇ ਬੰਦੇ ਮਾਰ ਦਿੱਤੇ। ਫਿਰ ਇਹਨਾਂ ਨੇ GST ਦੇ ਵਿੱਚ ਵਪਾਰੀ ਖਤਮ ਕਰ ਦਿੱਤੇ। ਇਹਨਾਂ ਨੇ ਕਰੋਨਾ ਦੇ ਵਿੱਚ ਇੱਕ ਕੀਤਾ ਕਿ ਕਰੋਨਾ 'ਚ ਹਰ ਅੰਬਾਨੀ ਤੇ ਅਡਾਨੀ ਨੂੰ ਹਵਾਈ ਅੱਡੇ ਵੇਚੇ। ਇਹਨਾਂ ਨੇ ਕਰੋਨਾ ਦੇ ਵਿੱਚ ਰੇਲਵੇ ਨੂੰ ਵੇਚਣ ਦੀ ਤਿਆਰੀ ਕੀਤੀ। ਇਹਨਾਂ ਨੇ ਕਰੋਨਾ ਦੇ ਵਿੱਚ ਚਾਈਨਾ ਦੇ ਵਿੱਚ ਗਲਵਾਨ ਦੇ ਵਿੱਚ ਸਾਡੇ ਸ਼ਹੀਦ ਹੋ ਗਏ, ਇਹਨਾਂ ਨੇ ਉਹਨੂੰ ਛਪਾਇਆ। ਇਹਨਾਂ ਨੇ ਕਰੋਨਾ ਦੇ ਵਿੱਚ ਪੰਜਾਬੀਆਂ ਨੂੰ ਧੋਖਾ ਦੇਣ ਲਈ, ਕਿਸਾਨਾਂ ਨੂੰ ਧੋਖਾ ਦੇਣ ਲਈ ਧੱਕੇ ਨਾਲ ਆਰਡੀਨੈਂਸ ਬਿੱਲ ਲਿਆਂਦੇ। ਆਹ ਕੀਤਾ ਇਹਨਾਂ ਨੇ ਕਰੋਨਾ। ਅਮਾ ਜੀ ਬਿਲਕੁਲ ਠੀਕ ਹੈ, ਸਹਿਮਤ ਹੈ ਤੁਹਾਡੇ ਨਾਲ, ਬਟ ਅਸੀਂ ਇਹ ਵੀ ਜਾਣਨਾ ਚਾਹਾਂਗੇ ਰਾਹਤ ਪੈਕੇਜ ਮੋਦੀ ਸਾਹਿਬ ਨੇ 20 ਲੱਖ ਕਰੋੜ ਦਾ ਐਲਾਨਿਆ, ਪੰਜਾਬ ਸਰਕਾਰ ਨੇ ਕਿਹੜੇ ਪੈਕੇਜ ਐਲਾਨੇ? ਪੰਜਾਬ ਸਰਕਾਰ ਨੇ ਹਰ ਘਰ 'ਚ ਰੋਟੀ ਦਿੱਤੀ। ਪੰਜਾਬ ਸਰਕਾਰ ਪੈਕੇਜ ਐਲਾਨਣ ਲਈ ਨਹੀਂ ਸੀ। ਇੱਕ ਵੀ ਪੰਜਾਬ ਦਾ ਬੰਦਾ ਜੇ ਭੁੱਖਮਰੀ ਨਾਲ ਮਰਿਆ ਹੋਵੇ ਕਰੋਨਾ ਦੌਰਾਨ, ਇਹਨਾਂ ਵਾਂਗੋ ਨਹੀਂ ਜਿਹੜੇ ਇਹ ਅੱਜ ਗੱਲਾਂ ਕਰਦੇ ਕਿ ਸਾਡਾ ਦੇਸ਼ ਬਹੁਤ ਮਹਾਨ ਹੈ। ਮੋਦੀ ਸਾਹਿਬ ਨੇ 45 ਸਾਲਾਂ ਦੀ ਬੇਰੁਜ਼ਗਾਰੀ ਸਭ ਤੋਂ ਵੱਧ ਮੋਦੀ ਸਾਹਿਬ ਸਮੇਂ, ਆ ਹੁਣ ਪਿੱਛੇ ਰਿਪੋਰਟ ਆਈ ਵਰਲਡ ਲੈਵਲ ਤੇ 94 ਨੰਬਰ ਤੇ ਭੁੱਖਮਰੀ 'ਚ ਆ ਗਿਆ ਪੰਜਾਬ, ਨਾ ਸੌਰੀ ਭਾਰਤ ਦਾ ਨੰਬਰ 94। ਨੇਪਾਲ, ਮਿਆਂਮਾਰ, ਤੁਹਾਡਾ ਬੰਗਲਾਦੇਸ਼, ਸ਼੍ਰੀਲੰਕਾ, ਉਹ ਵੀ ਸਾਡੇ ਨਾਲੋਂ ਚੰਗੀ ਰੋਟੀ ਖਾ ਰਹੇ। ਇਹ ਆ ਕਰੋਨਾ ਦੇ ਵਿੱਚ ਇਹਨਾਂ ਦੇ ਵਾਅਦੇ। ਕੇਵਲ ਤੇ ਕੇਵਲ ਯੋਗੀ ਸਰਕਾਰ ਨੇ ਦੰਗੇ ਕਰਾਏ, ਦਲਿਤਾਂ ਨੂੰ ਕਰੋਨਾ ਦੇ ਵਿੱਚ ਹਾਥਰਸ ਵਰਗੇ ਜਿਹੜੇ ਹਾਦਸੇ ਕਰਾਏ, ਰਾਤ ਨੂੰ ਅੱਗਾਂ 'ਚ ਫੁੱਕੇ, ਉਹ ਕਰਾਇਆ ਕਰੋਨਾ। ਤੋਤੇ ਕੁਐਸਚਨ ਲੈਣੇ ਆ, ਕਿਹੜੀ ਆਸ ਸੀਗੀ ਤੁਹਾਨੂੰ ਕਿ ਕਰੋਨਾ ਦੇ ਚੱਲਦੇ ਜਿਹੜੀ ਪੈਕੇਜ ਦਿੱਤੇ ਜਾਣਗੇ? ਸਾਨੂੰ ਆਸ ਸੀਗੀ ਕਿ ਇਹ ਪੈਕੇਜ ਸਾਨੂੰ ਮਿਲਣਗੇ ਤੇ ਸਾਨੂੰ ਰਾਹਤ ਮਿਲੇਗੀ। ਕਿਹੜੇ ਆਸ ਸੀਗੀ ਤੁਹਾਨੂੰ? ਦੇਖੋ, ਕਰੋਨਾ ਦੀ ਆੜ ਦੇ ਵਿੱਚ ਆਪਾਂ ਇੱਕ ਦੂਜੇ ਤੇ
ਦੋਨੋਂ ਇਹ ਪਾਰਟੀਆਂ ਇੱਕ ਦੂਜੇ ਦੀ ਦੁਸ਼ਮਣਬਾਜ਼ੀ ਕਰਦੇ, ਜਵਾਬ ਕੋਈ ਨਹੀਂ ਦਿੰਦਾ। ਦੇਖੋ ਕਰੋਨਾ ਦੇ ਵਿੱਚ ਜੇਕਰ ਪੈਕੇਜ ਅਨਾਉਂਸ ਕੀਤੇ ਸੀਗੇ, ਜਿੱਦਾਂ ਆਲੂ ਵਾਲੇ ਸਾਹਿਬ ਨੇ ਕਿਹਾ ਹੁਣੇ ਵੀ ਉਹਦੇ ਚ ਆਪਾਂ ਆਹ ਫਾਇਦੇ ਦੇ ਦਿੱਤੇ, 3-3000 ਪਾਤਾ, 5000 ਪਾਤਾ, ਉਹਦਾ ਕੋਈ ਬਹੁਤਾ ਲਾਭ ਨਹੀਂ ਹੋਇਆ ਕਿਸੇ ਨੂੰ। ਸਾਡੀ ਹਿੰਦੁਸਤਾਨ ਦੇ ਅੰਦਰ ਹਰ ਬੰਦੇ ਦੀ ਪਰਚੇਜ ਪਾਵਰ ਤਾਂ ਖਤਮ ਹੋ ਗਈ, ਖਰੀਦਣ ਦੀ ਸ਼ਕਤੀ ਖਤਮ ਹੋ ਗਈ। ਜਿਹੜਾ ਪੈਸਾ ਸੀਗਾ ਸਰਕੂਲੇਸ਼ਨ ਚੋਂ ਖਤਮ ਹੋ ਗਿਆ, ਉਹ ਪੈਸਾ ਕੁਝ ਚੰਦ ਲੋਕਾਂ ਦੇ ਕੋਲ ਇਕੱਠਾ ਹੋ ਗਿਆ। ਲੋਕ ਤਾਂ ਉਹ ਪੈਕੇਜ ਨਾਲ ਕੋਈ ਰਾਹਤ ਨਹੀਂ ਮਿਲੀ, ਲੋਕ ਹੋਰ ਜ਼ਿਆਦਾ ਨੁਕਸਾਨ ਚ ਗਏ। ਜੀ ਬਿਲਕੁਲ, ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ। ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਏ ਗਏ ਜੀ, ਕੀ ਕਹੋਗੇ? ਦੇਖੋ ਜੀ, ਜਿੱਥੇ ਤੱਕ ਤਾਂ ਇਹ ਕਿਸਾਨਾਂ ਦਾ 80,000 ਕਰੋੜ ਰੁਪਏ ਦੀ ਗੱਲ ਕਰਦੇ, ਉਹ 2,000 ਰੁਪਇਆ ਜਿਹੜਾ ਸਾਲ ਦਾ 6,000 ਦਿੰਦੇ, ਉਹ ਕਰੋਨਾ ਤੋਂ ਪਹਿਲਾਂ ਹੀ ਨਹੀਂ ਸ਼ੁਰੂ ਕੀਤਾ ਕਦੋਂ ਹੈ? ਜਦੋਂ ਵੋਟਾਂ ਹੋਣੀਆਂ ਤੀਆਂ MP ਦੀਆਂ, ਇਹ ਉਹ ਵੀ 80,000 ਕਰੋੜ ਗਿਣੀ ਜਾਂਦੇ। ਕਰੋਨਾ 'ਚ ਭਾਰਤ 'ਚ ਜਿਹੜਾ ਸਭ ਤੋਂ ਪਹਿਲਾ ਕੇਸ ਆਇਆ ਉਹ 30 ਜਨਵਰੀ ਨੂੰ ਕੇਰਲਾ 'ਚ ਆਇਆ ਤਾ, ਠੀਕ ਹੈ ਜੀ। 30 ਜਨਵਰੀ ਤੋਂ ਲੈ ਕੇ 22 ਮਾਰਚ ਤੱਕ ਇਨੀ ਦੇਸ਼ ਨੂੰ ਦੱਸਿਆ ਨਹੀਂ, ਦੇਸ਼ ਨੂੰ ਅਲਰਟ ਨਹੀਂ ਕੀਤਾ, ਦੇਸ਼ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਵਾਸਤੇ ਇਨੀ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ। ਕਿਉਂ? ਕਿਆ ਮੋਦੀ ਸਰਕਾਰ ਤਿਆਰ ਸੀਗੀ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ? ਤਿਆਰੀ ਪੂਰੀ ਸੀਗੀ ਜੀ। 7 ਮਾਰਚ 2020 ਨੂੰ ਕੇਂਦਰ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ। ਮਲਟੀਨੈਸ਼ਨਲ ਔਰ ਕਾਰਪੋਰੇਟ ਕੰਪਨੀਆਂ ਦੇ ਸਾਰੇ EMPLOYEES ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਆਪਣੇ ਘਰੋਂ ਕੰਮ ਕਰੋ। ਉਸ ਤੋਂ ਬਾਅਦ ਹੌਲੀ ਹੌਲੀ, ਕਿਉਂਕਿ ਸਾਡੇ ਦੇਸ਼ ਦਾ ਮੈਡੀਕਲ ਸਿਸਟਮ ਜਾਂ ਹੈਲਥ ਸਿਸਟਮ ਇੰਨਾ ਮਜ਼ਬੂਤ ਨਹੀਂ ਸੀਗਾ, ਔਰ ਇਸ ਕਰੋਨਾ ਬਿਮਾਰੀ ਦੇ ਵਿੱਚ US, ਜਰਮਨੀ, ਜਾਪਾਨ ਤੋਂ ਲੈ ਕੇ ਵੱਡੇ ਵੱਡੇ ਦੇਸ਼ ਜਿਨ੍ਹਾਂ ਨੂੰ ਅਸੀਂ ਸક્ષਮ ਮੰਨਦੇ ਹਾਂ, ਉਹ ਵੀ ਪਸਤ ਹੋਏ। ਪਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਗਵਾਈ ਹੇਠ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦੇ ਹੋਏ ਲਾਕਡਾਊਨ ਲਾਇਆ ਗਿਆ। 3 ਲਾਕਡਾਊਨ ਦੇ ਅੰਦਰ ਸਾਰੀਆਂ ਚੀਜ਼ਾਂ ਨੂੰ ਮੁਨਾਸਿਬ ਕੀਤਾ ਗਿਆ। ਤੁਸੀਂ ਜਾਣਦੇ ਹੋ, ਅੱਜ ਤੱਕ ਸਾਡੇ ਦੇਸ਼ ਦੇ ਅੰਦਰ PPE ਕਿਟ ਨਹੀਂ ਬਣਦੀ ਸੀਗੀ। ਅੱਜ ਸਾਡੇ ਦੇਸ਼ ਦੇ ਅੰਦਰ 15 ਲੱਖ ਰੋਜ਼ ਇਹ ਟੈਸਟ ਹੋ ਰਹੇ ਨੇ। ਉਦੋਂ 1500 ਵੀ ਨਹੀਂ ਹੋ ਰਹੇ ਸੀ ਜਿਸ ਦਿਨ ਪਹਿਲੇ ਦਿਨ ਸਾਡੇ ਕੋਲ ਕੇਸ ਆਇਆ। ਤਾਂ ਇਹ ਜਿਹੜੀਆਂ ਚੀਜ਼ਾਂ ਹੈ, ਆਤਮ ਨਿਰਭਰ ਭਾਰਤ ਬਣਾਉਣ ਵਾਸਤੇ ਮੋਦੀ ਜੀ ਨੇ ਪ੍ਰਯਾਸ ਕੀਤਾ, ਔਰ ਅੱਜ ਦੀ ਇਹ ਸਥਿਤੀ ਹੈ ਕਿ ਅਸੀਂ ਲੋਕਾਂ ਨੂੰ ਐਕਸਪੋਰਟ ਕਰ ਰਹੇ ਹਾਂ। ਕੀ ਤੁਸੀਂ ਮੰਨਦੇ ਹੋ ਜੀ ਇਸ ਗੱਲ ਨੂੰ? ਜੋ ਨਾ ਜੀ, ਮੇਰੀ ਗੱਲ ਗੱਬਾ ਰਹਿ ਗਈ ਸੀ। ਉਹਦੇ 'ਚ ਇਹ ਹੈ ਵੀ ਇਹਨੇ ਕਿਉਂ ਨਹੀਂ ਲੋਕਾਂ ਨੂੰ ਅਲਰਟ ਕੀਤਾ 30 ਜਨਵਰੀ ਤੋਂ ਲੈ ਕੇ 22 ਮਾਰਚ ਤੱਕ? ਇਹ ਤਾਂ ਗੁਜਰਾਤ 'ਚ ਨਮਸਤੇ ਟਰੰਪ ਕਰਨ 'ਚ ਬਿਜੀ ਰਹੇ। ਇਹਨਾਂ ਨੂੰ ਹਿੰਦੁਸਤਾਨ ਦੇ ਗਰੀਬ ਲੋਕਾਂ ਦੀ ਪਰਵਾਹ ਕਿੱਥੇ ਸੀ? ਉਹ ਤੋਂ ਬਾਅਦ 22 ਮਾਰਚ ਨੂੰ ਇਹਨਾਂ ਨੇ ਜਨਤਾ ਕਰਫਿਊ ਦੇ ਨਾਂ ਤੇ ਇੱਕ ਦਿਨ ਕਰਕੇ 24 ਮਾਰਚ ਨੂੰ ਇਹਨਾਂ ਨੇ ਇੱਕਦਮ ਕਰਫਿਊ ਲਾਤਾ। ਜਿਹੜੇ ਬੰਗਾਲ ਦੇ, ਬਿਹਾਰ ਦੇ, ਉੜੀਸਾ ਦੇ, ਮੱਧ ਪ੍ਰਦੇਸ਼ ਦੇ ਲੋਕ ਹੈ, ਪੰਜਾਬ 'ਚ ਕਮਾਣ ਆਏ, ਉਹ ਇੱਕ ਰਾਤ ਦੇ ਅੰਦਰ ਹੀ ਆਪਣੇ ਪ੍ਰਦੇਸ਼ਾਂ 'ਚ ਕਿਵੇਂ ਪੁੱਜਦੇ? ਇਹਦਾ ਜਿਹੜਾ ਇਹ ਨਤੀਜਾ ਪਤਾ ਕਿਆ ਹੋਇਆ? 29,415 ਮਜ਼ਦੂਰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 35 ਸਾਲ ਤੱਕ ਹੈ, ਉਹ ਸੜਕਾਂ ਤੇ ਰੇਲਾਂ ਤੇ ਮੌਤ ਹੋ ਗਈ। ਇਹ ਅੰਕੜਾ ਮੇਰਾ ਨਹੀਂ ਹੈ, ਇਹ ਸੈਂਟਰ ਸਰਕਾਰ ਦੇ ਰਾਜ ਮੰਤਰੀ ਦਾ ਰਾਜ ਸਭਾ ਚ ਅੰਕੜਾ ਹੈ। 29,415 ਮਾਵਾਂ ਦੇ ਹੀ ਨਹੀਂ ਪੁੱਤ ਖੋਲੇ। ਇਹਨਾਂ ਦਾ ਕਹਿਣ ਦਾ ਇਹ ਹੈ ਕਿ ਜਦੋਂ ਕਰਫਿਊ ਲਗਾ ਦਿੱਤਾ ਗਿਆ ਉਸ ਤੋਂ ਪਹਿਲਾਂ ਜੋ ਇੰਤਜ਼ਾਮ ਹੈ ਪੁਖਤਾ ਨਹੀਂ ਕੀਤੇ ਗਏ, ਸ਼ਾਇਦ ਉਸ ਦਾ ਕਾਰਨ ਹੈ ਜੋ ਇਹ ਅੰਕੜਾ ਦੱਸ ਰਿਹਾ ਇੰਨੀਆਂ ਮੌਤਾਂ ਹੋਈਆਂ। ਤੁਸੀਂ ਕੀ ਮੰਨਦੇ ਹੋ? ਸਭ ਤੋਂ ਪਹਿਲਾਂ ਮੈਂ ਅਫਸੋਸ ਜਤਾਵਾਂਗਾ ਜਿਹੜੇ ਸਾਡੇ 29,000 ਭਰਾ ਜਾਂ ਭੈਣਾਂ ਜਾਂ ਪਰਿਵਾਰ ਸਾਨੂੰ ਛੱਡ ਕੇ ਚਲੇ ਗਏ, ਉਹਨਾਂ ਦੀ ਆਤਮਾ ਨੂੰ ਭਗਵਾਨ ਸ਼ਾਂਤੀ ਦੇ। ਸਭ ਤੋਂ ਪਹਿਲਾਂ ਮੈਂ ਉਹਦਾ ਅਫਸੋਸ ਜਤਾਵਾਂਗਾ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਸਾਨੂੰ ਇਤਲਾਹ ਨਹੀਂ ਕੀਤੀ ਗਈ ਜਾਂ ਸਾਨੂੰ ਅਲਰਟ ਨਹੀਂ ਕੀਤਾ ਗਿਆ। ਅਲਰਟ, ਸਾਡਾ 130 ਕਰੋੜ ਲੋਕ ਦਾ ਦੇਸ਼ ਹੈ, 130 ਕਰੋੜ ਦੀ ਜਨਸੰਖਿਆ ਨੂੰ ਅਲਰਟ ਕਰਨ ਵਾਸਤੇ, ਪ੍ਰਪੇਅਰ ਕਰਨ ਵਾਸਤੇ ਸਮਾਂ ਚਾਹੀਦਾ ਸੀ। 22 ਮਾਰਚ ਨੂੰ ਜਦੋਂ ਨਰਿੰਦਰ ਮੋਦੀ ਜੀ ਨੇ ਇੱਕ ਦਿਨ ਲਈ ਜਨਤਾ ਕਰਫਿਊ ਲਗਾਇਆ, ਉਸ ਦਿਨ ਸਿਰਫ ਲੋਕਾਂ ਨੂੰ ਇਹ ਬਤਾਉਣ ਲਈ ਕਿ ਘੱਟੋ ਘੱਟ ਤੁਸੀਂ ਪ੍ਰਪੇਅਰ ਹੋ ਜਾਓ ਕਿ ਆਉਣ ਵਾਲੇ ਸਮੇਂ ਹੁਣ ਅਸੀਂ ਲਾਕਡਾਊਨ ਲਾਣਾ ਹੈ। ਉਸ ਤੋਂ ਬਾਅਦ 25 ਤਰੀਕ ਨੂੰ ਮੋਦੀ ਜੀ ਨੇ ਅਨਾਉਂਸ ਕੀਤਾ ਲਾਕਡਾਊਨ ਵਾਸਤੇ। ਜੀ ਅਨੂ ਜੀ ਤੋਂ ਤੇ ਕੁਐਸਚਨ ਲਾਵਾਂਗੇ ਜੀ, ਕੀ ਪਰੇਸ਼ਾਨੀਆਂ ਲਾਕਡਾਊਨ ਦੇ ਸਮੇਂ ਆਮ ਪਬਲਿਕ ਨੂੰ ਆਈਆਂ ਜੀ? ਇਸ ਤਰ੍ਹਾਂ ਸਰ, ਜਿੱਦਾਂ ਮੇਰੇ ਫਰੈਂਡ ਨੇ ਕਿਹਾ ਕਿ ਜੀ ਪੰਜਾਬ ਸਰਕਾਰ ਨੇ ਬਹੁਤ ਕੁਝ ਕੀਤਾ, ਠੀਕ ਹੈ, ਲੋਕਾਂ ਲਈ ਕੀਤਾ ਹੈਗਾ। ਉਹਦੇ ਲਈ ਮੈਂ ਇਹ ਕਹਾਂਗਾ, ਉਹਦੇ ਵਿੱਚ ਜ਼ਿਆਦਾਤਰ ਜਿਹੜਾ ਸਾਡਾ ਫੂਡ ਸਪਲਾਈ ਹੋਇਆ ਹੈ, ਘਰ ਘਰ ਪਹੁੰਚਿਆ, ਗਰੀਬ ਨੂੰ ਪਹੁੰਚਿਆ ਹੈ, ਉਹ ਜਿਹੜਾ ਫੂਡ ਹੈਗਾ ਜ਼ਿਆਦਾਤਰ ਗੁਰਦੁਆਰੇ
ਸੰਸਥਾ ਹੈਗਾ ਘਰ ਘਰ, ਉਹ ਜ਼ਿਆਦਾਤਰ ਸਾਡੇ ਜਿਹੜੇ ਪੰਜਾਬ 'ਚ ਗੁਰਦੁਆਰੇ ਹੈਗੇ ਆ ਉਹਨਾਂ ਦੇ ਜਿਹੜੇ ਸੰਤ ਹੈਗੇ ਉਹਨਾਂ ਨੇ ਭੇਜਿਆ ਹੈ। ਉਸ ਤੋਂ ਬਾਅਦ ਸੋਸ਼ਲ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੇ ਉਹਨਾਂ ਨੇ ਦਿੱਤਾ ਹੈ, ਜਿਹਦੇ ਵਿੱਚ ਪੰਜਾਬ ਸਰਕਾਰ ਦਾ ਮੈਂ ਦੇਖਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਰੋਲ ਹੋਣਾ ਚਾਹੀਦਾ ਥਾ ਇਹ ਡਿਸਟ੍ਰੀਬਿਊਸ਼ਨ ਦੇ ਵਿੱਚ ਬਹੁਤ ਘੱਟ ਰਿਹਾ। ਇਹ ਤਾਂ ਸਿਰਫ ਉਹ ਆਰਗੇਨਾਈਜੇਸ਼ਨਸ ਕਰਕੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਘਰ ਘਰ ਜਿਹੜਾ ਹੈਗਾ ਫੂਡ ਪੈਕੇਜ ਮਿਲੇ ਹੈ, ਪਰ ਗਵਰਨਮੈਂਟ ਵੱਲੋਂ ਇੰਨਾ ਪੁਖਤਾ ਇਲਜ਼ਾਮ ਕੋਈ ਨਹੀਂ ਥੇ ਕਿ ਜਿਹਦੇ ਵਿੱਚ ਕਰ ਸਕਣ। ਮੋਰ ਓਵਰ ਜਿਹੜੀ ਇੱਕ ਅਸੀਂ ਨੰਗਲ ਜੇ ਸ਼ਹਿਰ ਦੀ ਗੱਲ ਕਰੀਏ, ਸਾਡੀ ਨੰਗਲ ਸ਼ਹਿਰ ਦੇ ਵਿੱਚ ਮਿਊਨਿਸਪੈਲਿਟੀ ਬਹੁਤ ਸੰਪੂਰਨ ਹੈਗੀ ਹੈ ਜਿਹੜੀ ਕਿ ਸਭ ਕੁਝ ਕਰ ਸਕਦੀ ਸੀ, ਕਿਉਂਕਿ ਮਿਊਨਿਸਪੈਲਿਟੀ ਦਾ ਬਹੁਤ ਵੱਡਾ ਬਜਟ ਹੈਗਾ ਤੇ ਸਰਕਾਰ ਤੋਂ ਹੀ ਆਉਂਦਾ ਉਹ ਪੈਸਾ। ਇਹ ਨਹੀਂ ਹੈ ਕਿ ਮਿਊਨਿਸਪੈਲਿਟੀ ਦਾ ਆਪਣਾ ਪੈਸਾ ਹੈ। 120 ਕਰੋੜ ਦੇ ਕਰੀਬ ਬਜਟ ਹੈਗਾ, ਜਿਹਦੇ ਵਿੱਚੋਂ ਲੋੜ ਸੀ ਲੋਕਾਂ ਨੂੰ ਉਹ ਬਜਟ ਖਰਚਣ ਤੇ ਲੋਕਾਂ ਤੇ। ਪਰ ਜੇ ਕੋਰੋਨਾ ਟਾਈਮ ਦੇ ਵਿੱਚ ਵੀ ਮਿਊਨਿਸਪੈਲਿਟੀ ਦੇ ਵਿੱਚੋਂ ਉਹ ਫੰਡ ਨਹੀਂ ਖਰਚਾ ਗਿਆ, ਕਿਉਂਕਿ ਮੇਰੀ ਜਾਣਕਾਰੀ ਮੁਤਾਬਕ 5-10 ਲੱਖ ਰੁਪਇਆ ਹੀ ਖਰਚਾ ਗਿਆ ਮਿਊਨਿਸਪੈਲਿਟੀ ਦੇ ਫੰਡ ਦੇ ਵਿੱਚੋਂ ਨੰਗਲ ਸ਼ਹਿਰ ਦੇ ਵਿੱਚ, ਜਦ ਕਿ ਮਿਊਨਿਸਪੈਲਿਟੀ ਉਹ ਫੰਡਸ ਜੇ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ ਸ਼ਹਿਰ ਤੋਂ ਬਾਹਰ ਵੀ ਪੈਸਾ ਕਰੋੜਾਂ ਰੁਪਏ ਲਗਾਇਆ, ਸ਼ਹਿਰ ਦੇ ਵਿੱਚ ਵੀ ਲਾਂਦੀ ਹੈ। ਹੁਣ ਲੋਕਾਂ ਨੂੰ ਆਸ ਸੀ ਕਿ ਸਾਨੂੰ ਉਹ ਜਿਹੜੀ ਫੈਸਿਲਿਟੀਜ਼ ਹੈ, ਲੋਕਾਂ ਦਾ ਪੈਸਾ ਹੈ, ਪਬਲਿਕ ਦਾ ਪੈਸਾ, ਟੈਕਸਾਂ ਦਾ ਪੈਸਾ ਹੈ, ਉਹ ਸਾਨੂੰ ਮਿਲਦਾ ਹੈ ਜੇ ਰਾਹਤ ਪੈਕੇਜ। ਪੰਮਾ ਜੀ ਤੁਹਾਡੇ ਜਵਾਬ ਲਵਾਂਗੇ ਜੀ ਇਸ ਦਾ ਕਿ ਜੋ ਰਾਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਰਾਸ਼ਨ ਵੰਡਿਆ ਗਿਆ, ਰਾਸ਼ਨ ਤਾਂ ਜੋ ਸੋਸ਼ਲ ਸੰਸਥਾਵਾਂ ਨੇ ਉਹਨਾਂ ਨੇ ਵੀ ਵੰਡਿਆ ਜੀ, ਪਰ ਜੋ ਅਸਲੀ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਉਹ ਨਹੀਂ ਕੀਤਾ ਗਿਆ, ਐਲੀਗੇਸ਼ਨ ਲੱਗ ਰਿਹਾ ਜੀ। ਕੀ ਦੇਖੋ, ਇਹ ਪੰਜਾਬ ਦਾ ਇਤਿਹਾਸ ਹੈ, ਇਹ ਅੱਜ ਤੋਂ ਨਹੀਂ ਹੈ, ਸ਼ੁਰੂ ਤੋਂ ਹੈ। ਜਦ ਦਾ ਪੰਜਾਬ ਵਸਿਆ ਹੈ, ਜਦ ਦਾ ਪੰਜਾਬ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ, ਪੰਜਾਬੀਆਂ ਨੇ ਇੱਥੇ ਨਹੀਂ, ਪੰਜਾਬੀਆਂ ਨੇ ਤਾਂ ਇੰਗਲੈਂਡ 'ਚ ਵੀ ਲੰਗਰ ਲਾਏ, ਪੰਜਾਬੀ ਨੇ ਤਾਂ ਨਿਊਜ਼ੀਲੈਂਡ 'ਚ ਵੀ ਲੰਗਰ, ਇਹ ਤਾਂ ਸਾਡੀ ਪ੍ਰਥਾ ਹੈ। ਪੰਜਾਬ ਸਰਕਾਰ ਨੇ, ਮੈਂ ਉਹੀ ਗੱਲ ਕਹਿਣ ਲੱਗਿਆ, ਪੰਜਾਬ ਸਰਕਾਰ ਨੇ, ਮਿਊਨਿਸਪਲ ਕੌਂਸਲ ਨੇ, ਨੰਗਲ ਨੇ ਵਾਰ ਰੂਮ ਸਥਾਪਿਤ ਕੀਤਾ ਇੱਥੇ ਬੱਸ ਸਟੈਂਡ ਦੇ ਕੋਲ। ਉਸ ਵਾਰ ਰੂਮ ਦੇ ਰਾਹੀਂ ਜਿਸ ਵੀ ਗਰੀਬ ਬੰਦੇ ਨੂੰ ਕੋਈ ਅਨਾਜ ਚਾਹੀਦਾ, ਜਿਸ ਵੀ ਗਰੀਬ ਬੰਦੇ ਨੂੰ ਕੋਈ ਹੋਰ ਚਾਹੀਦਾ, ਕੋਈ ਮੈਨੂੰ ਇੱਕ ਬੰਦਾ ਲਿਆ ਦਿਓ, ਇੱਕ ਬੰਦਾ ਸ਼ਹਿਰ ਦੇ ਵਿੱਚੋਂ ਜਿੰਨੀ ਗਰੀਬ ਵਸੋਂ ਹੈ 5000 10000 ਇੱਕ ਬੰਦਾ ਲਿਆ ਦਿਓ ਵੀ ਜਿਹੜਾ ਕਹੇ ਕਿ ਅਸੀਂ ਪੰਜਾਬ ਸਰਕਾਰ ਦੇ ਦਫ਼ਤਰ ਦੇ ਵਿੱਚ ਵਾਰ ਰੂਮ 'ਚ ਗਏ ਤੇ ਉੱਥੇ ਦਰਵਾਜ਼ਾ ਖੜਕਾਇਆ, ਉਸ ਥਾਂ ਤੋਂ ਸਾਨੂੰ ਮਨਾ ਹੋਇਆ। ਆਪਾਂ ਟਰੰਪ ਤੇ ਮੋਦੀ, ਇੱਕ ਮੇਰੀ ਗੱਲ ਸੁਣੋ, ਆਪਾਂ ਟਰੰਪ ਤੇ ਮੋਦੀ ਵਾਂਗੂ ਭੰਗੜੇ ਨਹੀਂ ਪਾਏ ਜਨਵਰੀ ਦੇ ਵਿੱਚ। ਚਾਈਨਾ ਦੇ ਵਿੱਚ ਕਰੋਨਾ ਆਇਆ ਹੋਇਆ ਤੇ ਟਰੰਪ ਤੇ ਮੋਦੀ ਭੰਗੜੇ ਪਾ ਰਹੇ ਵੀ ਮੋਦੀ ਟਰੰਪ ਨੂੰ ਵੋਟਾਂ ਦਵਾਉਂਗਾ ਤੇ ਟਰੰਪ ਉੱਥੇ ਦਵਾਉਂਗਾ। ਅਸੀਂ ਆ ਨਹੀਂ ਕੀਤਾ, ਅਸੀਂ ਹਰ ਸ਼ਹਿਰ 'ਚ ਵਾਰ ਰੂਮ ਸਥਾਪਿਤ ਕੀਤੇ ਗਏ, ਹਰ ਸ਼ਹਿਰ ਦੇ ਵਿੱਚ ਹਰ ਥਾਂ ਤੇ ਕਿੱਟ ਪਹੁੰਚਾਈ ਗਈ। ਹਾਂ, ਕਦੇ ਕੋਈ ਇੱਕਾ ਦੁੱਕਾ ਰੇਅਰ ਆਫ ਦੀ ਰੇਅਰਸਟ ਕੇਸਾਂ ਦੇ ਵਿੱਚ ਰਿਹਾ ਜਾ ਸਕਦਾ। ਸਾਨੂੰ ਨੰਗਲ ਸ਼ਹਿਰ ਦੇ ਵਿੱਚ ਇੱਕ ਬੰਦਾ ਲਿਆ ਦਿਓ ਜਿਹਦੇ ਘਰ ਰੋਟੀ ਨਹੀਂ ਆਈ ਤੇ ਜਿਹੜਾ ਬੰਦਾ ਭੁੱਖਾ ਸੁੱਤਾ, ਅਸੀਂ ਜਵਾਬਦੇਹੀ ਹੈ ਸਾਡੀ। ਸਹਿਮਤ ਹੋ ਜੀ ਇਹਨਾਂ ਦੀ ਗੱਲ ਨਾਲ? ਨਹੀਂ, ਇਸ ਤਰ੍ਹਾਂ ਨਹੀਂ ਹੈ। ਦੇਖੋ, ਲੋਕ ਭੁੱਖੇ ਨਹੀਂ ਸੁੱਤੇ ਤਾਂ ਉਹ ਸਰਕਾਰ ਕਰਕੇ ਨਹੀਂ ਸੁੱਤੇ, ਉਹ ਤਾਂ ਲੋਕਾਂ ਨੇ, ਜਿਹੜੀਆਂ ਪਬਲਿਕ ਸੰਸਥਾਵਾਂ, ਜਿਹੜੀਆਂ ਸੋਸ਼ਲ ਵਰਕਰ ਸੀਗੇ ਜਾਂ ਮੰਦਿਰ ਗੁਰਦੁਆਰੇ ਸੀਗੇ, ਉਹਨਾਂ ਕਰਕੇ ਨਹੀਂ ਸੁੱਤੇ। ਜਿਹੜਾ ਅਨਾਜ ਆਇਆ ਉਹ ਤਾਂ ਸੜ ਗਿਆ, ਗੋਦਾਮਾਂ 'ਚ ਪਿਆ, ਲੋਕਾਂ ਤੱਕ ਪੁੱਜਿਆ ਹੀ ਨਹੀਂ। ਕੌਂਸਲ ਦੇ ਅੰਦਰ ਵੀ ਸੜਿਆ ਪਿਆ, ਉਹ ਵੰਡਿਆ ਨਹੀਂ ਗਿਆ। ਪਰ ਉਹ ਜਿਹੜਾ ਇਹਨਾਂ ਦਾ ਡਿਸਟ੍ਰੀਬਿਊਸ਼ਨ ਦਾ ਜਿਹੜਾ ਸਿਸਟਮ ਸੀਗਾ ਬਿਲਕੁਲ ਗਲਤ ਸੀਗਾ। ਤੇ ਇੱਕ ਜਿਹੜੀ ਗੱਲ ਸੀਗੀ, ਇਹ ਸਾਡੇ ਭਾਈ ਸਾਹਿਬ ਨੇ ਪਹਿਲਾਂ ਵੀ ਕੀਤੀ, ਉਹ ਗੱਲ ਰਹਿ ਗਈ ਸੀਗੀ ਕਿ ਜਿਹੜਾ 2000 5000 ਕਿਸਾਨਾਂ ਦੇ ਖਾਤਿਆਂ 'ਚ ਆਇਆ, ਜਿਹੜਾ 20 ਲੱਖ ਕਰੋੜ ਦੀ ਗੱਲ ਕਰਦੇ, ਉਹ ਇੱਕ ਕੰਸਟਰਕਸ਼ਨ ਵਰਕਰ ਜਿਹੜਾ ਹੈ 42000 ਕਰੋੜ ਰੁਪਇਆ ਉਹਨਾਂ ਦਾ ਹੀ ਪਿਆ, ਉਹੀ ਚੱਕੇ ਵੰਡੀ ਜਾਂਦੇ, ਆਪਾਂ ਉਹਨਾਂ ਨੂੰ ਦੇਈ ਜਾਂਦੇ, ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਦੇਈ ਜਾਂਦੇ। ਆਪਣੇ ਕੋਲ ਤੇ ਸਰਕਾਰ ਨੇ ਬਜਟ ਦੇ ਅੰਦਰ ਤੋਂ ਕੁਝ ਨਹੀਂ ਦਿੱਤਾ ਕਰੋਨਾ 'ਚ, ਉਲਟਾ ਲੋਕਾਂ ਤੋਂ ਲੈ ਹੈ 7 ਕਰੋੜ ਰੁਪਇਆ, 15 ਕਰੋੜ ਰੁਪਇਆ ਜਿਹਦਾ ਅਕਸ਼ੇ ਕੁਮਾਰ ਵਰਗੇ ਨੇ ਦਿੱਤਾ। ਸਾਡੀ BBMP ਸੰਸਥਾ ਨੇ 7.5 ਕਰੋੜ ਰੁਪਇਆ ਦਿੱਤਾ। ਇੱਦਾਂ ਹੋਰ ਸੰਸਥਾਵਾਂ ਨੇ ਪੈਸੇ ਦਿੱਤੇ, ਲੋਕਾਂ ਨੇ ਪੈਸੇ ਦਿੱਤੇ ਆ। ਪਰ ਦੂਜੇ ਪਾਸੇ ਦੁਨੀਆ ਦੇ ਅੰਦਰ ਜਿੱਥੇ ਵੀ ਕਰੋਨਾ ਆਇਆ, ਸਰਕਾਰਾਂ ਨੇ ਲੋਕਾਂ ਨੂੰ ਪੈਸੇ ਦਿੱਤੇ, ਲੋਕਾਂ ਦੇ ਖਾਤਿਆਂ 'ਚ ਪੈਸੇ ਪਾਏ, $2,000 $5,000 $3,000 ਆਮ ਲੋਕਾਂ ਨੂੰ ਦਿੱਤਾ, ਆਪਣੀ ਪਬਲਿਕ ਨੂੰ, ਤਾਂ ਕਿ ਉਹਨਾਂ ਦੀ ਸਰਕੂਲੇਸ਼ਨ ਚੱਲਦੀ ਰਹੇ ਔਰ ਉੱਥੇ ਆਰਥਿਕ ਤੰਗੀ ਨਾ ਆਵੇ। ਇੱਥੇ ਸਾਤੋਂ ਲੈ ਗਏ, ਉਲਟਾ ਕੋਸ਼ ਬਣਾਤਾ ਇੱਕ ਜਿਹਦਾ ਕੁਝ ਪਤਾ ਹੀ ਨਹੀਂ, ਕੋਈ ਆਡਿਟ ਨਹੀਂ ਕਦੀ ਹੋਣਾ। ਉਹ ਕੋਸ਼ ਇਦਾਂ ਦਾ ਬਣਾਤਾ ਕਿ ਉਹਦਾ ਪਤਾ ਹੀ ਕੁਝ ਨਹੀਂ ਹੈ ਕਿ ਕਿੱਥੋਂ ਪੈਸਾ ਆਇਆ, ਕਿੱਥੇ ਗਿਆ। ਪੱਟੀ ਸਾਹਿਬ ਕਹਿ ਰਹੇ ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਹੀ ਮੋੜ ਦਿੱਤਾ ਗਿਆ ਜੀ। क्षमा चाहूँगा मैं, कोई भी मेरा वीर, कोई भी आम जनता ਉਹਨੂੰ ਪਬਲਿਕਲੀ ਦੇਖ ਸਕਦੀ ਹੈ। ਵੈਬਸਾਈਟ ਦੇ ਉੱਪਰ ਅਵੇਲੇਬਲ ਹੈ ਕਿ 20 ਲੱਖ ਕਰੋੜ ਦੇ ਪੈਕੇਜ ਦੇ ਅੰਦਰ ਕਿਹੜੀ ਚੀਜ਼ ਕਿਹੜੇ ਇਨਸਾਨ ਨੂੰ ਦਿੱਤੀ ਗਈ ਜਾਂ ਕਿਹੜੀ ਚੀਜ਼ ਕਿਹੜੀ ਸੰਸਥਾਵਾਂ ਨੂੰ ਦਿੱਤੀ ਗਈ, ਉਹਦੀ ਪੂਰੀ ਵਾਈਫਿਕੇਸ਼ਨ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਹੁਣ ਆਨਲਾਈਨ ਦਿਖਾ ਸਕਦਾ ਹਾਂ। ਉਹ ਵੈਬਸਾਈਟ ਤੇ ਅਵੇਲੇਬਲ ਹੈ, ਤਾਂ ਮੈਂ ਆਪਣੇ ਵੀਰ ਨੂੰ ਚਾਹਾਂਗਾ ਕਿ ਤੁਸੀਂ ਖੁੱਲ੍ਹ ਕੇ ਦੇਖ ਸਕਦੇ ਨੇ। ਜਿਹੜਾ ਕੇਅਰ ਫੰਡ ਹੈ, ਇਹਨਾਂ ਨੂੰ ਪੁੱਛੋ ਵੀ PM ਕੇਅਰ ਫੰਡ ਹੈ, RTA ਦੇ ਅੰਡਰ ਨਹੀਂ ਆਉਂਦਾ। ਟਿਕਟੌਕ ਏਜੰਸੀਆਂ ਦਾ ਉਦਾਂ ਬਾਈਕਾਟ ਕਰਦੇ ਫਿਰਦੇ, ਉਦਾਂ ਟਿਕਟੌਕ ਵਰਗੀਆਂ ਤੋਂ ਚਾਈਨੀ ਕੰਪਨੀਆਂ ਤੋਂ ਹਜ਼ਾਰਾਂ ਕਰੋੜ PM ਨੇ ਲਿਆ। ਇਹਨਾਂ ਨੂੰ ਪੁੱਛੋ ਵੀ PM ਕੇਅਰ ਫੰਡ ਦਾ ਨਾ ਆਡਿਟ ਹੋ ਸਕਦਾ, ਨਾ ਉਹਦੇ ED ਜਾ ਸਕਦੀ, ਨਾ ਉੱਤੇ RTI ਜਾ ਸਕਦੀ। ਡਰਦੇ ਕਿਉਂ ਹੈ?
ਲੋਕਾਂ ਦਾ ਪੈਸਾ ਹੈ, ਪੀਐਮ ਕੇਅਰ ਫੰਡ ਕਿਸੇ ਦੇ ਪਿਓ ਦਾ ਪੈਸਾ ਨਹੀਂ ਹੈ, ਲੋਕਾਂ ਨੇ ਦਾਨ ਕੀਤਾ ਹੋਏ। ਜਿਹੜੀਆਂ ਚਾਈਨੀ ਕੰਪਨੀਆਂ ਤੇ ਲਾਣੇ ਇਹਨਾਂ ਦੇ ਨੰਗੇ ਚਿੱਠੇ ਖੋਲਣੇ ਆ ਦੇ, ਜਿਹੜੀਆਂ ਚਾਈਨੀਜ਼ ਕੰਪਨੀਆਂ ਤੇ ਇਹ ਦੋਸ਼ ਲਾਣੇ ਕਿ ਅਸੀਂ ਟਿਕਟੌਕ ਬੰਦ ਕਰਤੀ, ਅਸੀਂ ਫਲਾਣਾ ਚੈਟ ਬੰਦ ਕਰਤੀ, ਉਹਨਾਂ ਨੇ 1000 ਕਰੋੜ ਦਿੱਤਾ, ਹਜ਼ਾਰਾਂ ਕਰੋੜ ਰੁਪਈਆ ਖਾ ਕੇ ਆਪਣਾ ਪੀਐਮ। ਮੈਂ ਪਹਿਲੀ ਵਾਰ ਭਾਰਤ ਦੇ ਇਤਿਹਾਸ ਦੇ ਵਿੱਚ ਦਿੱਤਾ ਕਿ ਲੋਕਾਂ ਦਾ ਦਾਨ ਕੀਤਾ ਹੋਇਆ ਪੈਸਾ ਉਹਨੂੰ ਨਾ ਆਮ ਬੰਦਾ ਮੰਨ ਸਕਦਾ, ਨਾ ਉਹਨੂੰ ਆਰਟੀ ਰਾਹੀਂ ਜਾ ਸਕਦਾ, ਨਾ ਉਹ ਕਿਸੇ ਏਜੰਸੀ ਦੇ ਥੱਲੇ। ਹਾਂ, ਮੋਦੀ ਸਾਹਿਬ ਦੇ 9 ਲੱਖ ਦੇ ਸੂਟ ਦੇ ਲਈ, ਤੇ ਨਾਲੇ ਜਿਹੜਾ ਮੋਦੀ ਸਾਹਿਬ ਨੇ 20,000 ਕਰੋੜ ਦਾ ਜਹਾਜ਼ ਲਿਆਂਦਾ ਉਹਦੇ ਲਈ, ਜਾਂ ਅੰਬਾਨੀਆਂ ਅਡਾਨੀਆਂ ਨੂੰ ਬਚਾਉਣ ਲਈ ਇਹਨਾਂ ਨੇ ਅੱਡੇ ਦਿੱਤੇ। ਇਹਨਾਂ ਨੇ ਦੇਸ਼ ਦਾ ਬੇੜਾ ਗਰ ਕਰਤਾ ਕਰੋਨਾ ਦੇ ਵਿੱਚ। ਇਹ ਕਹਿੰਦੇ ਕੀਤਾ ਨਹੀਂ ਕੁਝ। ਬਾਹਰ ਕੈਨੇਡਾ 'ਚ ਦਵਾਈ ਬਣ ਗਈ ਜੀ, ਪੀਪੀ ਕਿੱਟਾਂ ਬਣੀਆਂ, ਉਹ ਬਹੁਤ ਵੱਡੀ ਉਪਲਬਧੀ ਕਰ ਲਈ। ਇੱਕ 5 ਰਫਾਲਿਆਂ ਨੂੰ ਦੇਖ ਕੇ ਤੁਸੀਂ ਸਾਰੇ ਦੇਸ਼ 'ਚ ਘਮਾਉਂਦੇ ਰਹੇ। ਪੀਪੀ ਕਿੱਟ ਬਣਾਉਣੀ ਔਖੀ ਕਿਆ ਹੈ? ਇਹਨਾਂ ਨੂੰ ਪੁੱਛੋ, ਮੈਂ ਬਣਾ ਦਿੰਦਾ ਹੁਣ ਸ਼ਾਮ ਨੂੰ ਪੀਪੀ ਕਿੱਟ ਜਾ ਕੇ। ਉਹ ਕੋਈ ਆਤਮ ਨਿਰਭਰਤਾ ਇਹਨਾਂ ਨੇ ਇਹ ਕੀਤੀ ਕਿ ਲੋਕ ਭੁੱਖੇ ਮਰ ਜਾਣ, ਲੋਕ ਵਿਸਾਖੀਆਂ ਤੇ ਤੁਰਨ, ਲੋਕਾਂ ਦਾ ਬੇੜਾ ਗਰਕ ਹੋ ਜਾਵੇ। ਦੇਸ਼ ਦੀ ਇਕਨੋਮੀ ਦੀ ਗੱਲ ਕਰਦੇ, ਕੈਨੇਡਾ 'ਚ ਜਾਓ, ਜਿਹੜੇ ਸਾਡੇ ਵਿਦਿਆਰਥੀ ਵੀ ਤੇ ਜਸਟਿਨ ਟਰੂਡੋ ਨੇ, ਜਿਹਨੂੰ ਮੋਦੀ ਨੇ ਆਏ ਨੇ ਪੁੱਛਿਆ ਨਹੀਂ, ਟਰੰਪ ਨੇ ਜੱਫੀਆਂ, ਜਸਟਿਨ ਟਰੂਡੋ ਵਰਗੇ ਨੇ ਸਾਡੇ ਵਿਦਿਆਰਥੀਆਂ ਨੂੰ ਵੀ $2,000 ਦਿੱਤੇ ਘਰ ਬੈਠਿਆਂ ਨੂੰ। ਪੰਮਾ ਜੀ, ਵਿਦਿਆਰਥੀਆਂ ਦੀ ਗੱਲ ਕਰਦੇ, ਜਵਾਬ ਥੋਤੇ ਵੀ ਲਵਾਂਗੇ, ਥੋਤੇ ਹੀ ਲਵਾਂਗੇ। ਫੀਸਾਂ ਦਾ ਮੁੱਦਾ ਕਰੋਨਾ ਦੇ ਚੱਲਦੇ ਬੜਾ ਗਰਮਾਇਆ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਪੇਰੈਂਟਸ ਨੇ ਪ੍ਰੋਟੈਸਟ ਵੀ ਕੀਤੇ, ਪਰ ਅਜੇ ਤੱਕ ਜੇ ਅਸੀਂ ਗੱਲ ਕਰੀਏ ਤਾਂ ਅਗਸਤ ਮਹੀਨੇ ਤੱਕ ਜੋ ਸਕੂਲਾਂ ਨੇ ਫੀਸਾਂ ਨਹੀਂ ਲਈਆਂ, ਪਰ ਅਗਸਤ ਮਹੀਨੇ ਤੋਂ ਬਾਅਦ ਨੋਟਿਸ ਆਣੇ ਸ਼ੁਰੂ ਹੋ ਗਏ ਕਿ ਫੀਸਾਂ ਭਰੋ। ਪੇਰੈਂਟਸ ਦੀ ਲਗਾਤਾਰ ਮੰਗ ਰਹੀ ਹੈ ਕਿ ਫੀਸਾਂ ਉੱਤੇ ਸਰਕਾਰਾਂ ਕੁਛ ਨਾ ਕੁਛ ਕਰਨ, ਨਿੱਜੀ ਸਕੂਲਾਂ ਨਾਲ ਗੱਲ ਕਰਨ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲ ਗਈ। ਪਰ ਸਰਕਾਰਾਂ ਨੇ ਨਿੱਜੀ ਸਕੂਲਾਂ ਦੀ ਫੀਸਾਂ ਲਈ ਕਦਮ ਕਿਉਂ ਨਹੀਂ ਚੁੱਕੇ? ਬੀਜੇਪੀ ਵੀ ਜਵਾਬ ਦੇਗੀ ਤੇ ਕਾਂਗਰਸ ਵੀ। ਪਹਿਲਾਂ ਮੈਂ ਨਿੱਜੀ ਸਕੂਲਾਂ ਬਾਰੇ ਬਾਅਦ 'ਚ ਕਹਾਂਗਾ। ਪੰਜਾਬ ਸਰਕਾਰ ਦਾ ਫੈਸਲਾ 12ਵੀਂ ਤੱਕ ਦੀ ਜਿਹੜੀ ਸਿੱਖਿਆ ਹੈ ਉਹ ਟੋਟਲ ਕਰੋਨਾ ਦੇ ਵਿੱਚ ਫੀਸਾਂ ਮਾਫ ਕੀਤੀਆਂ ਗਈਆਂ। 12ਵੀਂ ਤੱਕ ਸਾਡਾ ਫਸਟ ਕਲਾਸ ਤੋਂ ਲੈ ਕੇ ਨਰਸਰੀ ਕਲਾਸ ਤੋਂ ਲੈ ਕੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ +2 ਤੱਕ ਸਾਰੀਆਂ ਫੀਸਾਂ ਮਾਫ ਕੀਤੀਆਂ ਗਈਆਂ। ਦੂਸਰੀ ਰਹੀ, ਅਸੀਂ ਗੱਲ ਕਹਿੰਦੇ ਇਹਦੀ ਨਿੱਜੀ ਸਕੂਲਾਂ ਦੀ ਗੱਲ, ਨਿੱਜੀ ਸਕੂਲਾਂ ਦਾ ਕੇਸ ਸਾਡੀ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਵਜਿੰਦਰ ਸਿੰਗਲਾ ਜੀ ਨੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਉਸ ਨਿੱਜੀ ਸਕੂਲਾਂ ਦੀ ਅਸੀਂ ਐਫੀਲੀਏਸ਼ਨ ਬੰਦ ਕਰ ਦਾਂਗੇ, ਖਤਮ ਕਰ ਦਾਂਗੇ। ਹੁਣ ਵੀ 20 ਨਿੱਜੀ ਸਕੂਲਾਂ ਦੀ ਐਫੀਲੀਏਸ਼ਨ ਨੂੰ ਖਤਮ ਕੀਤਾ ਗਿਆ ਜਿਨ੍ਹਾਂ ਨੇ ਪੇਰੈਂਟਸ ਨੂੰ ਤੰਗ ਕੀਤਾ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੱਢਿਆ, ਉਹਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ, ਜਿਹੜੇ ਬੱਚਿਆਂ ਦੇ ਮਾਪਿਓ ਦੇ ਬਿਜ਼ਨਸ ਖਤਮ ਹੋ ਗਏ, ਜੇ ਸਕੂਲ ਉਹਨਾਂ ਤੋਂ ਫੀਸ ਲੈਂਦਾ ਉਹ ਤੇ ਕਾਰਵਾਈ ਕਰਾਂਗੇ, ਉਹ ਤੇ ਮੇਲ ਪਾਵਾਂਗੇ। ਉਹਨਾਂ ਲੋਕਾਂ ਤੇ ਉਹਨਾਂ ਸਕੂਲਾਂ ਤੇ ਕਾਰਵਾਈਆਂ ਕੀਤੀਆਂ ਗਈਆਂ। ਮੈਨੂੰ ਇੱਕ ਵੀ ਸਕੂਲ ਇਹੋ ਜਿਹਾ ਦਿਓ ਜਿਹੜੇ ਸਕੂਲ ਨੇ ਧੱਕਾ ਕਰਕੇ ਕੀਤਾ ਹੋਵੇ, ਉਹਦੇ ਲਈ ਅਸੀਂ ਹੁਣ ਵੀ ਜਵਾਬ ਦੇ ਆ। ਮੈਂ ਤੁਹਾਡੇ ਇੱਕ ਮਿੰਟ, ਮੈਂ ਤੁਹਾਡੇ ਦੀ ਗੱਲ ਕਰ ਰਹੇ ਪੰਮਾ ਜੀ, ਮੈਂ ਨਿੱਜੀ ਸਕੂਲਾਂ ਦੀ ਗੱਲ ਕਰਦਾ, ਅਸੀਂ ਆਪਣੇ ਇਲਾਕੇ ਦੀ ਗੱਲ ਕਰ ਲੈਨੇ। ਸਾਡੇ ਲੋਕਲ, ਬਿਲਕੁਲ ਤੁਸੀਂ ਸਹਿਮਤ ਹੋ ਜੀ ਇਸ ਗੱਲ ਨਾਲ? ਨਹੀਂ, ਦੇਖੋ ਅੱਜ ਜਿਹੜੇ ਨਿੱਜੀ ਸਕੂਲ ਸਾਡੇ ਇਲਾਕੇ 'ਚ ਹੈ, ਹਾਂ, ਉਹ ਜਿਹੜੇ ਨਿੱਜੀ ਸਕੂਲ ਹੈ ਉਹਨਾਂ ਦੇ ਤਾਂ ਜਿਹੜੇ ਸਟਾਫ ਹੈਗਾ ਉਹ ਘਰ ਜਾ ਕੇ ਫੀਸਾਂ ਮੰਗਣ ਲੱਗ ਪਿਆ, ਉਹ ਘਰ ਜਾਣ ਲੱਗ ਪਿਆ, ਉਹਨਾਂ ਤੇ ਕੋਈ ਕਾਰਵਾਈ ਨਹੀਂ। ਮੈਂ ਦੱਸ ਦਿੰਦਾ, ਸੈਂਟ ਸੋਲਜਰ ਹੈ, ਦੂਸਰਾ ਉਧਰ ਆਪਣਾ ਕਿਆ ਨਾਂ ਇਹਦਾ ਮਾਊਂਟ ਕਾਰਮਲ ਹੈ, ਰਿਲਾਇੰਸ ਵਾਲਿਆਂ ਦਾ ਹੈਗਾ। ਸਾਰੇ ਸਕੂਲ ਘਰ ਜਾ ਕੇ ਫੀਸਾਂ ਆਪਣੇ ਭੇਜ ਰਹੇ ਆ। ਤੁਸੀਂ ਕੀ ਕਹਿੰਦੇ ਹੋ ਨਿੱਜੀ ਸਕੂਲਾਂ ਬਾਰੇ? ਦੇਖੋ ਗੱਲ ਇਹ ਹੈ, ਇਹ ਪੰਮਾ ਜੀ ਦਾ ਬਿਆਨ ਆਇਆ ਕਿ ਸਿੱਖਿਆ ਮੰਤਰੀ ਨੇ ਸਾਡੇ ਨੇ ਹਦਾਇਤਾਂ ਜਾਰੀ ਕੀਤੀਆਂ ਨਿੱਜੀ ਸਕੂਲਾਂ ਵਾਸਤੇ। ਮੈਂ ਦੱਸਣਾ ਚਾਹਣਾ ਕਿ ਉਹ ਪ੍ਰੋਟੈਸਟ ਜਦੋਂ ਲੋਕਾਂ ਨੇ ਆਪ ਮੁਹਾਰੇ ਹੋ ਕੇ, ਪੇਰੈਂਟਸ ਨੇ, ਜੋ ਮਾਂ-ਬਾਪ ਲੋਕਾਂ ਨੇ ਇਕੱਠੇ ਹੋ ਕੇ, ਹਾਂ, ਜੋ ਮਾਤਾ ਪਿਤਾ ਲੋਕ ਜਿਹੜੇ ਸੀਗੇ ਬੱਚਿਆਂ ਦੇ, ਉਹਨਾਂ ਨੇ ਲੋਕਾਂ ਨੇ ਇਕੱਠਿਆਂ ਹੋ ਕੇ ਪ੍ਰੋਟੈਸਟ ਕੀਤਾ ਇਹਨਾਂ ਸਕੂਲਾਂ ਦੇ ਖਿਲਾਫ, ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕੀਤਾ। ਉਸ ਵੇਲੇ ਸਿੱਖਿਆ ਮੰਤਰੀ ਨੂੰ ਚੇਤਾ ਆਇਆ। ਉਸ ਤੋਂ ਪਹਿਲਾਂ ਕਿਉਂ ਨਹੀਂ ਚੇਤਾ ਆਇਆ? ਸਰਕਾਰ ਦੇ ਸੈਂਟਰ ਵੱਲੋਂ ਵੀ ਕੋਈ ਆਏ ਬਿਆਨ? ਬਿਲਕੁਲ ਨਹੀਂ, ਬਿਲਕੁਲ ਕੋਈ ਸੈਂਟਰ ਦਾ ਕੋਈ ਨਹੀਂ ਹੈਗੀ ਜੀ। ਬਿਲਕੁਲ ਅਨੂ ਜੀ, ਥੋਤੇ ਵੀ ਜਾਣਨਾ ਚਾਹਾਂਗੇ, ਨਿੱਜੀ ਸਕੂਲਾਂ ਦੀ ਗੱਲ ਹੋ ਰਹੀ ਹੈ, ਨਿੱਜੀ ਸਕੂਲਾਂ ਦੇ ਕਿੰਨੇ ਸਕੂਲਾਂ ਦੇ ਹੁਣ ਤੱਕ ਐਕਸ਼ਨ ਹੋ ਚੁੱਕੇ ਹੈ ਜੀ, ਤੇ ਕਿਸ ਤਰ੍ਹਾਂ ਟੌਰਚਰ ਕੀਤਾ ਗਿਆ ਹੈ? ਦੇਖੋ ਮੇਰੇ ਅਕੋਰਡਿੰਗ ਤਾਂ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈਗੀ ਹੈ ਜੇ ਐਕਸ਼ਨ ਨਹੀਂ ਲੈਂਦੇ। ਪੰਜਾਬ ਸਰਕਾਰ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਫੀਸ ਨਹੀਂ ਜਮ੍ਹਾਂ ਕਰਾਣੀ, ਪਰ ਜੇ ਅਸੀਂ ਪ੍ਰੈਕਟੀਕਲੀ ਦੇਖੀਏ ਤਾਂ ਫੀਸ ਜਮ੍ਹਾਂ ਹੋ ਰਹੀ ਹੈ। ਨਿੱਜੀ ਸਕੂਲ ਜਿਹੜੇ ਹੈਗੇ ਆਪਣੇ ਟੀਚਰਸ ਦੇ ਥਰੂ ਜਾਂ ਬੱਚਿਆਂ ਨੂੰ WhatsApp ਤੇ ਮੈਸੇਜ ਕਰ ਰਹੇ ਉਹਨਾਂ ਦੇ ਪੇਰੈਂਟਸ ਨੂੰ ਕਿ ਸਾਨੂੰ ਫੀਸ ਚਾਹੀਦੀ ਹੈ, ਫੀਸ ਜਮ੍ਹਾਂ ਕਰਾਓ। ਔਰ ਮੇਰੇ ਦੋਸਤ ਦੇਖਣ ਨੂੰ ਮਿਲਿਆ ਕਿ ਜਿਹੜੇ ਬੱਚੇ ਨੇ ਫੀਸਾਂ ਨਹੀਂ ਦਿੱਤੀਆਂ ਉਹਨਾਂ ਨੂੰ ਐਗਜ਼ਾਮ ਵੀ ਨਹੀਂ ਦੇਣ ਦਿੱਤੇ। ਬਿਲਕੁਲ ਸਹੀ ਗੱਲ ਹੈ। ਇਸ ਤਰ੍ਹਾਂ ਦੇ ਕਈ ਕੇਸਿਸ ਹੈਗੇ ਮੇਰੇ ਨੋਟਿਸ ਦੇ ਵਿੱਚ। ਇੱਕ ਮੇਰੇ ਦੋਸਤ ਨੇ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਦਾ ਕੋਈ ਸਕੂਲ ਦੱਸ ਦੇਣ ਜਿਹਦੇ ਵਿੱਚ ਕੀ ਫੀਸ ਲਈ ਗਈ ਹੋਵੇ। ਮੈਂ ਇੱਕ ਛੋਟੀ ਜਿਹੀ ਇਹਨਾਂ ਨੂੰ ਦੱਸਾਂਗਾ ਐਗਜ਼ਾਮਪਲ ਕਿ ਸਾਡਾ ਨਗਰ ਕੌਂਸਲ ਵੱਲੋਂ ਜਿਹੜਾ ਸਕੂਲ ਚਲਾਇਆ ਜਾ ਰਿਹਾ ਸ਼ਿਵਾਲਿਕ ਮਾਡਲ ਸਕੂਲ, ਉਹ ਸਾਰਾ ਫੰਡ ਉਹ ਜਿਹੜਾ ਹੈਗਾ ਮਿਊਨਿਸਪੈਲਿਟੀ ਕਰਦੀ ਉਹਨੂੰ, ਉਹਦੇ ਵਿੱਚ ਫੀਸ ਲਈ ਗਈ। ਉੱਥੇ ਦੇ ਜਿਹੜੇ ਪ੍ਰਿੰਸੀਪਲ ਹੈ ਉਹ WhatsApp ਮੈਸੇਜ ਕਰਕੇ ਪੇਰੈਂਟਸ ਨੂੰ ਕਹਿ ਰਹੇ ਹੈ ਕਿ ਫੀਸ ਜਮ੍ਹਾਂ ਕਰਾਓ।
ਉਹ ਪੇਰੈਂਟਸ ਜਾ ਕੇ ਫੀਸ ਵੀ ਜਮ੍ਹਾਂ ਕਰਾ ਰਹੇ। ਮਤਲਬ ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਆ ਹੋ ਸਕਦੀ ਕਿ ਨੰਗਲ ਸ਼ਹਿਰ ਦੇ ਵਿੱਚ ਹੀ ਜਿਹੜੀ ਕਮੇਟੀ 120 ਕਰੋੜ ਦੀ ਹੈ ਔਰ ਤਕਰੀਬਨ ਫੀਸਾਂ ਦਾ 10 ਲੱਖ ਰੁਪਇਆ ਨੀਅਰ ਅਬਾਊਟ ਬੱਚਿਆਂ ਤੋਂ ਫੀਸ ਲਈ ਜਾਂਦੀ ਹੈ ਸਾਲਾਨਾ, ਉਹ ਵੀ ਅਸੀਂ ਮਾਫ ਨਹੀਂ ਕਰ ਸਕੇ, ਤਾਂ ਇਸ ਤੋਂ ਵੱਡੀ ਮਾੜੀ ਗੱਲ ਅਨੂ ਜੀ, ਕੇਂਦਰ ਸਰਕਾਰ ਵੱਲੋਂ ਵੀ ਕੋਈ ਰਾਹਤ ਮਿਲੀ ਸਕੂਲਾਂ ਨੂੰ? ਨਹੀਂ, ਮੇਰੀ ਜਾਣਕਾਰੀ ਮੁਤਾਬਕ ਐਸੀ ਕੋਈ ਰਾਹਤ ਨਹੀਂ ਮਿਲੀ। ਜੀ ਬਿਲਕੁਲ। ਤੁਸੀਂ ਕਿਵੇਂ ਦੇਖਦੇ ਹੋ ਜੀ, ਫੀਸਾਂ ਮਾਫ ਹੋਈਆਂ ਬੱਚਿਆਂ ਦੀਆਂ ਤੇ ਕਿਸ ਤਰ੍ਹਾਂ ਸਕੂਲ ਪੇਰੈਂਟਸ ਤੋਂ ਫੀਸਾਂ ਮੰਗਦੇ ਰਹੇ, ਕੀ ਸੋਚਦੇ ਹੋ ਤੁਸੀਂ? ਦੇਖੋ ਜੀ, ਜਿੱਥੇ ਤੱਕ ਤਾਂ ਨਿੱਜੀ ਸਕੂਲਾਂ ਦਾ ਸੰਬੰਧ ਹੈ, ਉਹ ਤਾਂ ਆਪਣੀਆਂ ਫੀਸਾਂ ਲਗਾਤਾਰ ਜਾਰੀ ਰੱਖ ਰਹੇ, ਲੈ ਰਹੇ, ਤੇ ਉਹਦੇ 'ਚ ਨਹੀਂ ਜਿਹੜਾ ਤਰੀਕਾ ਹੈ ਉਹ ਬਦਲਤਾ। ਤਰੀਕਾ ਐ ਬਦਲਤਾ ਕਿ ਉਹ ਜਿਹੜੇ ਟੀਚਰ ਹੈ ਉਹ ਪੇਰੈਂਟਸ ਨੂੰ ਟੈਲੀਫੋਨ ਕਰਦੇ ਕਿ ਫੀਸਾਂ ਜਮ੍ਹਾਂ ਕਰਾਓ, ਨਹੀਂ ਤੁਹਾਡੇ ਬੱਚੇ ਦਾ ਨਾਂ ਕੱਟ ਦੇਵਾਂਗੇ, ਇਹਦਾ ਸਰਟੀਫਿਕੇਟ ਰੋਕ ਲਵਾਂਗੇ। ਇਹੋ ਜਿਹੇ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਇੱਕ ਤਰ੍ਹਾਂ ਦੇ ਥ੍ਰੈਟ, ਇਹ ਤਰੀਕੇ ਅਪਣਾਏ ਉਹਨੇ। ਸਾਡੇ ਆਪਣੇ ਇਲਾਕੇ 'ਚ ਜੰਦਵੜੀ ਮਾਊਂਟ ਕਾਰਮਲ ਹੈ ਤੇ ਨਾਲੇ ਉਹ ਰਿਲਾਇੰਸ ਵਾਲਿਆਂ ਦਾ ਦੂਜਾ ਸਕੂਲ ਹੈ, ਬਾਬਾ ਗੁਰਦਿੱਤਾ ਜੀ ਵਾਲਾ ਸਕੂਲ ਹੈ। ਇਹ ਪੰਜਾਬ ਸਰਕਾਰ ਹੈ ਜਿਹੜੀ ਬਾਹਰ ਹਾਈ ਕੋਰਟ ਵੀ ਗਈ। ਦੇਖੋ, ਹਾਈ ਕੋਰਟ ਜਾ ਕੇ ਹਾਈ ਕੋਰਟ ਨੇ ਆਰਡਰ ਕਰਤੇ ਕਿ ਇੱਕ ਟਿਊਸ਼ਨ ਫੀਸ ਲੈ ਸਕਦੇ। ਜਦੋਂ ਬੱਚਾ ਘਰ ਆਏ ਬੱਸਾਂ 'ਚੋਂ ਜਾਂਦਾ ਨਹੀਂ, ਟਰਾਂਸਪੋਰਟ ਫੀਸ ਕਾਹਦੀ ਉਹਦੀ ਬਿਲਡਿੰਗ ਦੀ ਫੀਸ ਕਾਹਦੀ ਬਿਲਡਿੰਗ ਫੰਡ ਲਿਆ ਕਰਦੇ ਹੋ। ਸਰਕਾਰ ਨੂੰ ਚਾਹੀਦਾ ਸੀਗਾ ਕਿ ਇਸ ਉੱਤੇ ਨਕੇਲ ਕੱਸਦੇ। ਜੇ ਸਰਕਾਰ ਚਾਹਵੇ, ਜੇ ਸਰਕਾਰਾਂ ਦੀ ਨੀਤ ਸਾਫ਼ ਹੋਵੇ ਤਾਂ ਇਹੋ ਜਿਹਾ ਕੋਈ ਅਦਾਰਾ ਨਹੀਂ ਹੈ, ਨਾ ਇਹ ਨਿੱਜੀ ਸਕੂਲ ਹੈ ਕਿ ਇਹ ਇਸ ਤਰ੍ਹਾਂ ਪੇਰੈਂਟਸ ਨੂੰ ਲੋਕਾਂ ਨੂੰ ਤੰਗ ਕਰ ਸਕਣ। ਨਿੱਜੀ ਸਕੂਲਾਂ ਤੋਂ ਫੀਸਾਂ ਲਈਆਂ ਗਈਆਂ, ਪੰਜਾਬ ਸਰਕਾਰ ਨੇ ਨਹੀਂ ਕੁਝ ਕਾਰਵਾਈ ਕੀਤੀ, ਕੀ ਕਹੋਗੇ? ਕੇਂਦਰ ਸਰਕਾਰ ਨੇ ਮਾਰਚ ਮਹੀਨੇ ਦੇ ਅੰਦਰ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਤੁਸੀਂ ਕੋਈ ਐਡਮਿਸ਼ਨ ਫੀਸ ਨਹੀਂ ਲਓਗੇ, ਸਿਰਫ ਟਿਊਸ਼ਨ ਫੀਸ ਲੈਣ ਦੀ ਪਰਮਿਸ਼ਨ ਦਿੱਤੀ ਗਈ ਸੀ, ਔਰ ਉਹ ਵੀ ਤਾਂ ਜੇ ਉਹ ਪੇਰੈਂਟਸ ਸਮਰਥ ਹੋਣ। ਅਗਰ ਪੇਰੈਂਟਸ ਦੀ ਸਮਰਥਾ ਇਸ ਕਰੋਨਾ ਕਾਲ ਦੇ ਵਿੱਚ ਫੀਸ ਦੇਣ ਦੀ ਨਹੀਂ ਹੈ ਤਾਂ ਕਿਸੇ ਵੀ ਬੱਚੇ ਤੋਂ ਜਾਂ ਕਿਸੇ ਵੀ ਪੇਰੈਂਟਸ ਤੋਂ ਫੀਸ ਨਹੀਂ ਮੰਗੀ ਜਾਏਗੀ। ਲੇਕਿਨ ਸਾਡੀ ਸਟੇਟ ਬਾਡੀਜ਼ ਨੇ ਜਾਂ ਸਾਡੇ ਬੋਰਡਸ ਨੇ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਲੋਕਾਂ ਨੂੰ ਇਹ ਪਰੇਸ਼ਾਨੀਆਂ ਆਈਆਂ। ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਾਰਵਾਈ ਤਾਂ ਕਰਨੀ ਬਣਦੀ ਸੀਗੀ, ਕਿਉਂਕਿ ਇਹ ਸਟੇਟ ਬਾਡੀਜ਼ ਦਾ ਮਾਮਲਾ ਹੈ ਔਰ ਸਟੇਟ ਬਾਡੀਜ਼ ਨੇ ਇਸ ਵਰਕ ਧਿਆਨ ਵੀ ਨਹੀਂ ਦਿੱਤਾ। ਅੱਜ ਮੇਰੇ ਵੀਰ ਨੇ ਇੱਕ ਗੱਲ ਕਹੀ ਕਿ ਸਾਡੇ ਸਿੱਖਿਆ ਮੰਤਰੀ ਨੇ, ਜਿੱਦਾਂ ਮੇਰੇ ਛੋਟੇ ਵੀਰ ਨੇ ਗੱਲ ਕਹੀ ਕਿ ਸਿੱਖਿਆ ਮੰਤਰੀ ਉਦੋਂ ਜਾਗੇ ਜਦੋਂ ਲੋਕਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ, ਉਹ ਤੋਂ ਪਹਿਲਾਂ ਕੋਈ ਸਿੱਖਿਆ ਮੰਤਰੀ ਨੂੰ ਯਾਦ ਨਹੀਂ ਆਇਆ ਕਿ ਸਾਡੇ ਪੰਜਾਬ ਦੇ ਬੱਚਿਆਂ ਦਾ ਕੀ ਹਾਲ ਹੋਏਗਾ। ਪੰਮਾ ਜੀ, ਸਰਕਾਰ ਹੈ, ਸਭ ਕੁਝ ਕਰ ਸਕਦੀ ਹੈ, ਨਿੱਜੀ ਸਕੂਲਾਂ ਨਾਲ ਗੱਲ ਕਰਨਾ ਕੋਈ ਵੱਡੀ ਗੱਲ ਨਹੀਂ ਸੀਗੀ, ਠੀਕ ਹੈ। ਹਾਈ ਕੋਰਟ ਚਲੇ ਗਏ, ਕੇਸ ਲਗਾ ਦਿੱਤਾ ਜੀ, ਸੈਕੰਡ ਬੈਂਚ ਦੀ ਜੋ ਜਜਮੈਂਟ ਹੈ ਉਹ ਵੀ ਆ ਚੁੱਕੀ ਹੈ। ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਕਿ ਜਿੱਥੇ ਤਾਂ ਫੀਸਾਂ ਮਾਫ ਕਰਨਾ ਜਾਂ ਕੋਈ ਕਰਜ਼ਾ ਮਾਫ ਕਰਨਾ, ਉੱਥੇ ਕੇਂਦਰ ਦਾ ਨਹੀਂ ਕੰਮ। ਜਿੱਥੇ ਦੇਸ਼ ਨੂੰ ਲੁੱਟਣਾ, ਹਾਂ ਉੱਥੇ ਆਪਾਂ ਲੁੱਟਣਾ ਜ਼ਰੂਰ ਹੈ। ਲੁੱਟਣ ਦਾ ਕੰਮ ਤਾਂ ਠੇਕਾ ਦੇਸ਼ ਨੂੰ ਕੇਂਦਰ ਨੇ ਲਿਆ ਹੋਇਆ, ਬੀਜੇਪੀ ਨੇ। ਜਿੱਥੇ ਮਾਫ ਕਰਨ ਦਾ ਕੰਮ ਉਹ ਸਟੇਟਾਂ ਕਰਨ। ਜਿੱਥੇ ਕਿਸਾਨਾਂ ਨੂੰ ਲੁੱਟਣਾ, ਐਮਐਸਪੀ ਖਤਮ ਕਰਨੀ, ਉਹ ਖਤਮ ਕਰੂਗੇ ਉਹ। ਜਿੱਥੇ ਸੜਕਾਂ ਤੇ ਆਣਾ, ਉਹ ਆਉਂਗੀਆਂ ਸਟੇਟਾਂ। ਗੱਲ ਇਹ ਹੈ, ਕੁੱਲ ਮਿਲਾ ਕੇ ਇਹਨਾਂ ਕੋਲ ਲੈਣ ਦੇਣ ਨੂੰ ਕੱਖ ਨਹੀਂ ਛੱਡਿਆ ਇਹਨਾਂ ਨੇ। ਲੁੱਟ ਲਿਆ ਦੇਸ਼ ਨੂੰ। ਮੈਂ ਕਹਿੰਦਾ ਇੱਥੇ ਸਾਡੇ ਭਾਰਤ ਦਾ ਮੈਂ ਇਹੋ ਜਿਹਾ ਪ੍ਰਧਾਨ ਮੰਤਰੀ ਕਾਬਲ ਦੇਖਿਆ ਹੀ ਨਹੀਂ ਕਿ ਜਿਹਨੇ ਸਾਰਾ ਕੁਛ ਲੁੱਟ ਲਿਆ। ਚੰਗੀ ਚਾਹ ਵੇਚੀ, ਹਜੇ ਤੱਕ ਕਿਤੇ ਮੈਂ ਕਹਿੰਦਾ ਚੰਗਾ ਰੈਸਟੋਰੈਂਟ ਨਹੀਂ ਦਾ ਇਹਦਾ। ਜੇ ਚਾਹ ਵੇਚ ਕੇ ਇੰਨਾ ਤੇਜ਼ ਪ੍ਰਧਾਨ ਮੰਤਰੀ ਦੇਖ ਲਿਆ, 40-40 ਹਜ਼ਾਰ ਕਰੋੜ ਦੇ ਜਹਾਜ਼ਾਂ 'ਚ ਘੁੰਮਣ ਵਾਲਾ, ਜੇ ਕਿਤੇ ਰੈਸਟੋਰੈਂਟ ਤੇ 5 ਸਟਾਰਾਂ ਵਾਲਾ ਹੁੰਦਾ, ਇਹ ਤਾਂ ਮੈਂ ਕਹਿੰਦਾ ਦੇਸ਼ ਨੂੰ ਹੀ ਉੱਪਰ ਲੈ ਜਾਂਦਾ। ਕੋਈ ਫੀਸਾਂ ਦੀ ਗੱਲ ਨਹੀਂ, ਜਿਹੜੀ ਨੋਟੀਫਿਕੇਸ਼ਨ ਦੀ ਗੱਲ ਕਰਦੇ, ਪੇਰੈਂਟਸ ਨੂੰ ਅਵੇਅਰ ਹੋਣਾ ਚਾਹੀਦਾ। ਮੈਂ ਤੁਹਾਨੂੰ ਆਪਣੇ ਮੋਬਾਈਲ 'ਚ ਮੇਲਾਂ ਦਿਖਾ ਸਕਦਾ। ਮੈਂ ਆਪਣੇ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ 'ਚ ਬਹੁਤ ਮਤਲਬ ਕਿ ਚਲੋ ਚੰਗੇ ਮਾੜੇ ਸਕੂਲਾਂ 'ਚ ਹਰ ਇੱਕ ਬੱਚਾ ਪੜ੍ਹਾਉਂਦਾ ਹੈ। ਸਕੂਲ ਦੇ ਵਿੱਚ ਆਪਾਂ ਮੇਲ ਭੇਜੀ, ਸਾਨੂੰ ਉਹਨਾਂ ਨੇ ਅਕਮੋਡੇਟ ਕੀਤਾ। ਪੇਰੈਂਟਸ ਨੇ ਵੀ ਅਵੇਅਰ ਹੋਣਾ। ਇਹ ਮੇਰੇ ਭਰਾ ਉਹਨਾਂ ਨੇ ਕਿਹਾ ਕਿ ਆ ਜਿਹੜਾ ਜੀ ਕੌਂਸਲ ਫੀਸਾਂ ਮਾਫ ਕਰ ਸਕਦੀ। ਦੇਖੋ, ਕੌਂਸਲ ਫੀਸਾਂ ਨਹੀਂ, ਕੌਂਸਲ ਨੇ ਆਨਰੇਬਲ ਹਾਈ ਕੋਰਟ ਦੇ ਹੁਕਮ ਮੰਨੇ। ਮੈਂ ਰਾਹਤ ਜੋ ਹਾਈ ਕੋਰਟ ਨੇ ਕਿਹਾ, ਆਨਰੇਬਲ ਹਾਈ ਕੋਰਟ ਨੇ ਕਿਹਾ ਟਿਊਸ਼ਨ ਫੀਸ ਲਾਓ, ਤੇ ਕੌਂਸਲ ਨੇ ਉਹਨਾਂ ਦੀ ਮੰਨਿਆ। ਜਿਹੜੀਆਂ ਇਹ ਕਹਿੰਦੇ ਨਾ ਮਾਫ ਕਰਨਾ, ਸਰਕਾਰੀ ਖਾਤਿਆਂ ਦੇ ਵਿੱਚੋਂ ਐਦਾਂ ਕਦੇ ਮਾਫ ਨਹੀਂ ਹੋ ਸਕਦਾ। ਹਾਈ ਕੋਰਟ ਦੇ ਫੈਸਲੇ ਦੇ ਅਗੇਂਸਟ ਨਹੀਂ ਜਾ ਸਕਦਾ। ਸਾਡੇ ਰਾਹਤ ਦਾ ਸਰਕਾਰਾਂ ਪੈਕੇਜ ਰਾਹਤ ਕਾਦੇ ਵਾਸਤੇ ਦਿੰਦੀ ਹੈ? ਰਾਹਤ ਪੈਕੇਜ ਕਿਉਂ ਨਹੀਂ ਦਿੱਤੇ ਗਏ ਸਕੂਲਾਂ ਵਾਸਤੇ? ਰਾਹਤ ਪੈਕੇਜ ਦੀ ਗੱਲ ਕਰਦੇ, ਜਿਹੜੇ ਟੀਚਰ ਸਾਹਿਬਾਨ ਦੀ ਗੱਲ ਕਰਦੇ, 20 ਸਕੂਲਾਂ ਦੀਆਂ ਐਫੀਲੀਏਸ਼ਨਾਂ ਰੱਦ ਕੀਤੀਆਂ ਗਈਆਂ ਪਿਛਲੇ ਹਫਤੇ ਸ਼੍ਰੀ ਵਿਜੇਂਦਰ ਸਿੰਗਲਾ ਜੀ ਵੱਲੋਂ। ਜਿਨ੍ਹਾਂ ਸਕੂਲ ਟੀਚਰਾਂ ਨੂੰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ, ਉਹਨਾਂ ਦੀਆਂ ਐਫੀਲੀਏਸ਼ਨ ਨੂੰ ਰੱਦ ਕੀਤਾ ਗਿਆ। ਜਿਹੜੀ ਗੱਲ ਦੂਸਰੀ ਰਹੀ ਫੀਸਾਂ ਦੀ, ਫੀਸਾਂ ਲਈ ਪੇਰੈਂਟਸ ਨੂੰ ਅਵੇਅਰ ਹੋਣਾ ਚਾਹੀਦਾ। ਆਨਰੇਬਲ ਹਾਈ ਕੋਰਟ ਦਾ ਲਾਸਟ ਡਬਲ ਬੈਂਚ ਦਾ ਵੀ ਫੈਸਲਾ ਆਇਆ ਕਿ ਓਨਲੀ ਟਿਊਸ਼ਨ ਫੀਸ ਲੈਣੀ। ਜਿਹੜੇ ਮਦਰ ਫਾਦਰ
ਟਿਊਸ਼ਨ ਫੀਸ ਨਹੀਂ ਵੀ ਦੇ ਸਕਦੇ ਪਰ ਜੈਨੂਇਨ ਕਾਜ਼ ਦੱਸਣਾ ਪੈਣਾ। ਜਿਵੇਂ ਸਾਡਾ ਵਕਾਲਤ ਦਾ ਕੰਮ ਹੈ, ਸਾਡਾ ਪਿਛਲੇ 5-7 ਮਹੀਨੇ ਤੋਂ ਬੰਦ ਹੈ, ਅਸੀਂ ਦੱਸੀਏ ਕਿ ਸਾਡੀਆਂ ਕੋਰਟਾਂ ਬੰਦ ਹੈ, ਉਹ ਅਕਮੋਡੇਟ ਕਰਨਗੇ। ਜਿਹੜੇ ਅਕਮੋਡੇਟ ਨਹੀਂ ਕਰਦੇ, ਕੋਈ ਨਿੱਜੀ ਸਕੂਲ ਨੰਗਲ ਇਲਾਕੇ ਦਾ ਲਿਆ ਦਿਓ, ਚਾਹੇ ਕਿਸੇ ਖਾਨਦਾਨੀ ਬੰਦੇ ਦਾ ਹੋਵੇ ਤੇ ਚਾਹੇ ਕਿਸੇ ਵੱਡੇ ਰਜਵਾੜੇ ਦਾ ਹੋਵੇ, ਮੈਂ ਸਕੂਲ ਬੰਦ ਕਰਵਾ ਕੇ ਤਾਲਾ ਲਵਾ ਕੇ ਦੱਸੂਗਾ। ਜਿਹੜਾ ਸਕੂਲ ਧੱਕਾ ਕਰਦਾ, ਪਰ ਪੇਰੈਂਟਸ ਕੰਪਲੇਂਟ ਤਾਂ ਕਰਨ। ਪੇਰੈਂਟਸ ਘਰ ਬੈਠੇ ਤਾਂ ਚੁਕਰ ਮੁਕਰ ਕਰੀ ਜਾਂਦੇ, ਸਕੂਲ ਦੇ ਖਿਲਾਫ ਕੰਪਲੇਂਟ ਨਹੀਂ ਕਰਦੇ। ਮੈਂ ਕਹਿੰਦਾ ਇੱਕ ਮੇਲ ਉਸ ਪ੍ਰਿੰਸੀਪਲ ਦੇ ਖਿਲਾਫ ਪਾਈ ਜਾਵੇ ਜਿਹੜਾ ਦਾ ਕੰਮ ਬੰਦ ਹੋ ਚੁੱਕਿਆ, ਜਿਨ੍ਹਾਂ ਦਾ ਠੱਪ ਹੋ ਚੁੱਕਿਆ ਕੰਮ, ਉਹ ਮੇਲਾਂ ਪਾਣ ਸਕੂਲ ਨੂੰ। ਜਿਹੜਾ ਬੰਦਾ ਨਹੀਂ ਕਰਾਂਦਾ, ਮੈਂ ਜ਼ਿੰਮੇਵਾਰੀ ਨਾ ਕਹਿੰਦਾ, ਅਗਲੀ ਵਾਰ ਨੂੰ ਚੈਨਲ ਤੇ ਡਿਬੇਟ ਕਰਾ ਲਿਓ, ਉਸ ਸਕੂਲ ਦੀ ਐਫੀਲੀਏਸ਼ਨ ਨੂੰ ਰੱਦ ਕਰਾ ਕੇ ਦੇਵਾਂਗਾ, ਨਹੀਂ ਤਾਂ ਰਾਜਨੀਤੀ ਛੱਡ ਦਾਂਗਾ। ਪਰ ਪੇਰੈਂਟਸ ਮੇਲਾਂ ਪਾਣ, ਕੋਈ ਤੰਗ ਕਰਨ, ਉਹਨਾਂ ਨੂੰ ਕੰਪਲੇਂਟਾਂ ਦੇਣ। ਜੀ ਬਿਲਕੁਲ। ਦੇਖੋ ਸਾਡੇ ਪੰਮਾ ਜੀ ਨੇ ਕਿਹਾ ਵੀ ਐਫੀਲੀਏਸ਼ਨ ਖਤਮ ਕਰਵਾ ਦਿਓ। ਲੋਕਾਂ ਦੇ ਉੱਤੇ ਐਫਆਈਆਰ ਲੌਜ ਹੋ ਗਈਆਂ, ਜਦੋਂ ਸੰਘਰਸ਼ ਕੀਤਾ ਫੀਸਾਂ ਲਈ ਉਹਨਾਂ ਤੇ ਐਫਆਈਆਰ ਲੌਜ ਹੋ ਗਈਆਂ, ਤੇ ਉਹ ਪੇਰੈਂਟਸ ਅਵੇਅਰ ਸੀਗੇ, ਉਹਨੇ ਆਪਣੇ ਫੀਸਾਂ ਲਈ ਕੀਤਾ। ਸਾਡੇ ਤਿੰਨ ਸਕੂਲ ਹੈ ਸਾਡੇ। ਮੈਂ FIR ਜ਼ਰੂਰ ਹੋਈਆਂ ਜਿਹੜੀਆਂ ਉਹ ਐਫਆਈਆਰ ਆ, ਉਹ ਵੀ ਕਿਹੜੇ ਘਰਾਣੇ ਦੇ ਸਕੂਲ ਆ, ਉਹ ਵੀ ਕੇਂਦਰ ਨਾਲ ਸੰਬੰਧਿਤ ਰੱਖਦੇ, ਉਹ ਵੀ ਕੇਂਦਰ ਉਹ ਵੀ ਨਿੱਜੀ ਸਕੂਲ ਹੈ। ਨਿੱਜੀ ਸਕੂਲਾਂ ਦੀ ਗੱਲ ਕਰਦਾ। ਤੁਸੀਂ ਕੀ ਕਹਿ ਰਹੇ ਹੋ ਜੀ? ਪੰਮਾ ਜੀ ਨੇ ਇੱਕ ਗੱਲ ਇਹਦੇ ਵਿੱਚ ਕਹੀ ਹੈ ਕਿ ਹਾਈ ਕੋਰਟ ਨੇ ਟਿਊਸ਼ਨ ਫੀਸ ਬਾਰੇ ਕਿਹਾ ਤਾਂ ਕਿ ਟਿਊਸ਼ਨ ਫੀਸ ਲੈ ਸਕਦੇ ਆ। ਉਹ ਹਾਈ ਕੋਰਟ ਨੇ ਸਿਰਫ ਪ੍ਰਾਈਵੇਟ ਜਿਹੜੇ ਸਕੂਲ ਸੇ ਉਹਨਾਂ ਲਈ ਕਿਹਾ ਥਾ। ਮੈਂ ਜੇ ਨਗਰ ਕੌਂਸਲ ਦੀ ਗੱਲ ਕਰਾਂ, ਨਗਰ ਕੌਂਸਲ ਦਾ ਫੁੱਲੀ ਜਿਹੜਾ ਸਕੂਲ ਹੈ ਸ਼ਿਵਾਲਿਕ ਸਕੂਲ, ਉਹ ਏਡ ਨਗਰ ਕੌਂਸਲ ਕਰ ਰਹੀ, ਉਹ ਸਰਕਾਰੀ ਸਕੂਲ ਹੈ। ਬਿਲਕੁਲ ਸਕੂਲ ਹੈ, ਪੰਜਾਬ ਸਰਕਾਰ ਦਾ ਹੀ ਅਦਾਰਾ ਹੈ। ਪੰਜਾਬ ਸਰਕਾਰ ਦਾ ਅਦਾਰਾ ਨਹੀਂ ਹੈ ਜੀ, ਇਹ ਸਥਾਨਕ ਸਰਕਾਰਾਂ ਹੈ। ਪੰਜਾਬ ਸਰਕਾਰ ਇੱਕ ਅਲੱਗ ਹੁੰਦੀ, ਸਥਾਨਕ ਸਰਕਾਰ ਅਲੱਗ ਹੁੰਦੀ ਆ, ਇੱਕ ਲੋਕਲ ਬਾਡੀ ਦਾ ਹੈ। ਜਦੋਂ ਅਸੀਂ ਟਿਊਸ਼ਨ ਫੀਸ ਮਾਫ ਕੀਤੀ ਹੈ, ਜੋ ਹਾਈ ਕੋਰਟ ਕਹਿੰਦਾ। ਦੇਖੋ ਜੀ, ਨਿੱਜੀ ਸਕੂਲਾਂ ਨੇ ਮੁਨਾਫਾ ਕਮਾਣਾ, ਉਹਨਾਂ ਦਾ ਕੰਮ ਹੈ ਮੁਨਾਫਾ। ਇੱਕ ਪਾਸਾ ਉਹ ਬੱਚਿਆਂ ਦੇ ਪੇਰੈਂਟਸ ਨੂੰ ਲੁੱਟਦੇ ਆ, ਤੇ ਦੂਜੇ ਪਾਸੇ ਜਿਹੜੇ ਟੀਚਰ ਹੈ ਉਹਨਾਂ ਦੀ ਉਹ ਤਨਖਾਹ ਨਹੀਂ ਦਿੰਦੇ, ਉਹਨਾਂ ਨੂੰ ਟੀਚਰਾਂ ਨੂੰ ਉਹ ਡਰਾਉਂਦੇ ਵੀ ਆ, ਧਮਕਾਉਂਦੇ ਵੀ ਆ। ਤੇ ਕਾਰਨ ਇਹ ਹੈ ਕਰੋਨਾ ਹੈਗੀ, ਬੱਚੇ ਨਹੀਂ ਆਉਂਦੇ, ਫੀਸ ਨਹੀਂ ਆਉਂਦੀ। ਤੇ ਜਿਹੜੇ ਅੱਜ ਕਰੋਨਾ ਤਾਂ ਹੁਣ ਆਇਆ 19 ਚ, ਉਹ ਤੋਂ ਪਹਿਲਾਂ ਦਾ ਤੁਹਾਡੇ ਕੋਲ ਸਾਰਾ ਫੰਡ ਹੈ, ਸਭ ਕੁਝ ਹੈ ਤੁਹਾਡੇ ਕੋਲ ਪਿਆ। ਟੀਚਰਾਂ ਦੀ ਤੁਸੀਂ ਤਨਖਾਹ ਕਿਉਂ ਨਹੀਂ ਦਿੰਦੇ? ਕਿਆ ਟੀਚਰਾਂ ਦੀ ਤਨਖਾਹ ਦਿਵਾਉਣ ਲਈ ਪੰਜਾਬ ਸਰਕਾਰ ਦਖਲ ਦਊਗੀ? ਇੱਕ ਗੱਲ। ਦੂਜੀ ਗੱਲ, ਜਿਹੜਾ ਪੇਰੈਂਟਸ ਤੇ ਬੱਚਿਆਂ ਨੇ ਸੰਘਰਸ਼ ਕੀਤਾ ਇਹਨਾਂ ਨਿੱਜੀ ਸਕੂਲਾਂ ਦੇ ਖਿਲਾਫ, ਜਿਹਦੇ ਚ ਸਾਡਾ ਬਨੋਪਲੀ ਏਰੀਆ ਵੀ ਜਿਹੜਾ ਹੱਬ ਤਾ ਉੱਥੇ ਵੀ ਕੀਤਾ, FIR ਲੌਜ ਹੋਈ, ਜਿਹੜੇ ਉੱਥੇ ਦੇ ਲੋਕਲ ਆਗੂ ਹੈ। ਕਿਆ ਪੰਜਾਬ ਸਰਕਾਰ, ਇਹ ਪੰਮਾ ਜੀ ਤੋਂ ਪੁੱਛਿਆ ਜਾਵੇ ਜਿਹੜੇ ਕਾਂਗਰਸ ਦੇ ਪ੍ਰਤੀਨਿਧੀ ਹੈ, ਕਿਆ ਪੰਜਾਬ ਦੀ ਸਰਕਾਰ ਉਹਨਾਂ ਦੇ ਜਿਹੜੀਆਂ FIR ਹੈ ਉਹਨੂੰ ਕੈਂਸਲ ਕਰੂਗੀ? ਤੇ ਜੇ ਕਰੂਗੀ ਤਾਂ ਕਦੋਂ ਤੱਕ ਕਰੂਗੀ? ਜੀ ਬਿਲਕੁਲ। ਨਿੱਜੀ ਸਕੂਲਾਂ ਦੇ ਜੋ ਸੰਘਰਸ਼ ਕਰ ਰਹੇ ਸੀਗੇ ਉਹਨਾਂ ਦੇ ਖਿਲਾਫ FIR ਲਾਂਚ ਹੋ ਗਈਆਂ ਜੀ। ਦੇਖੋ, ਇਹ FIR ਲੌਜ ਹੋਣੀ ਗਲਤ ਹੈ। ਜਿਹਦਾ ਵੀ ਫੈਸਲਾ ਲਿਆ ਗਿਆ, ਚਾਹੇ ਲੋਕਲ ਪੱਧਰ ਤੇ ਲਿਆ ਗਿਆ, ਇਹ ਗਲਤ ਫੈਸਲਾ ਲਿਆ ਗਿਆ। ਉਹਦਾ ਕਾਰਨ ਇਹ ਹੈ ਕਿ FIR ਗਲਤ ਹੈ। ਅਸੀਂ ਕਾਨੂੰਨੀ ਤੌਰ ਤੇ ਵਿਸ਼ਵਾਸ ਦਿਵਾਉਂਦੇ ਕਿ ਜਿਨ੍ਹਾਂ ਭਰਾਵਾਂ ਦੇ ਖਿਲਾਫ FIR ਹੋਈ ਹੈ, ਜਿੱਥੇ ਅਸੀਂ ਸਰਕਾਰ ਕੋਲ ਉਹਨਾਂ ਦੀ ਪਹੁੰਚ ਕਰਾਂਗੇ, ਉੱਥੇ ਨਾਲ ਦੀ ਨਾਲ ਅਸੀਂ ਕਾਨੂੰਨੀ ਤੌਰ ਤੇ ਉਹਨਾਂ ਨਾਲ ਖੜੇ ਹਾਂ। FIR ਗਲਤ ਕੀਤੀ ਗਈ, ਚਾਹੇ ਉਹ ਪੰਜਾਬ ਸਰਕਾਰ ਦੇ ਕਿਸੇ ਛੋਟੇ ਅਫਸਰ ਨੇ ਕੀਤੀ ਹੋਵੇ, ਉਹਦੀ ਮੈਂ ਨਿੰਦਾ ਕਰਦਾ। ਦੂਸਰੀ ਰਹੀ ਸ਼ਿਵਾਲਿਕ ਸਕੂਲ ਦੀ, ਆਪਾਂ ਉਹ ਫੀਸਾਂ ਦੇ ਮਾਮਲੇ ਨੂੰ ਛੱਡ ਕੇ ਲੋਕਡਾਊਨ ਦੀ ਗੱਲ ਕਰੀਏ। ਲੋਕਡਾਊਨ ਦੇ ਸਰਕਾਰ ਦੇ ਦੌਰਾਨ ਕੇਂਦਰ ਸਰਕਾਰ ਨੇ ਜੋ ਮੋਦੀ ਸਾਹਿਬ ਨੇ ਜੁਮਲਾ ਲੋਕਾਂ ਨੂੰ ਦਿਖਾਇਆ, ਉਹ ਜੁਮਲਾ ਆਉਣ ਵਾਲੀਆਂ ਸਦੀਆਂ ਤੱਕ ਯਾਦ ਰਹੇਗਾ। ਉਹਦਾ ਕਾਰਨ ਇਹ ਹੈ, ਜਿੱਥੇ 24% GDP ਥੱਲੇ ਆ ਗਈ, ਉੱਥੇ ਇਹਨਾਂ ਦੇ ਹਜ਼ਾਰਾਂ ਕਰੋੜ ਦੇ ਜਹਾਜ਼ ਖਰੀਦੇ ਗਏ। ਇਹ ਲੋਕਾਂ ਨੂੰ ਇਤਿਹਾਸ ਬਣਨ ਜਾ ਰਿਹਾ। ਉਸ ਤੋਂ ਬਾਅਦ ਮੈਂ ਇਹ ਕਹਿਣਾ ਕਿ ਲੋਕਡਾਊਨ ਫੈਸਲੇ ਦੇ ਵਿੱਚ ਜਿੰਨਾ ਦੇਸ਼ ਦੀ ਬਰਬਾਦੀ ਕੇਂਦਰ ਸਰਕਾਰ ਨੇ ਕੀਤੀ, ਜਿੰਨਾ 20 ਲੱਖ ਕਰੋੜ ਦਾ ਜਿਹੜਾ ਪੈਕੇਜ ਦਿੱਤਾ, ਉਹ ਯਾਰ ਮੈਨੂੰ ਇਹ ਨਹੀਂ ਇਹਨਾਂ ਦੀ ਸਮਝ ਆਉਂਦੀ 20 ਲੱਖ ਕਰੋੜ ਦੀ। ਇਹ ਸੀਗੇ ਸਕੂਲਾਂ ਤੇ ਗੱਲ ਕਰ ਰਹੇ ਸੀ। ਜੇ ਅਸੀਂ ਗੱਲ ਕਰੀਏ ਇਸ ਤੋਂ ਇਲਾਵਾ ਇਸ ਸਮੇਂ ਬਿਜਲੀ ਦੇ ਬਿੱਲਾਂ ਦੀ ਅਸੀਂ ਗੱਲ ਕਰਦੇ ਹਾਂ। ਪੰਜਾਬ ਸਰਕਾਰ ਦੁਆਰਾ ਬਿਜਲੀ ਦੇ ਬਿੱਲ ਹੈ, ਇਹਨਾਂ ਦੇ ਵਿੱਚ ਰਾਹਤ ਨਹੀਂ ਦਿੱਤੀ ਗਈ ਹੈ, ਤੁਸੀਂ ਕੀ ਕਹੋਗੇ? ਦੇਖੋ, ਰਾਹਤ ਕਿਸੇ ਚੀਜ਼ 'ਚ ਨਹੀਂ ਮਿਲੀ। 20 ਲੱਖ ਕਰੋੜ ਦੀ ਗੱਲ ਕਰਦੇ, 15 ਲੱਖ ਕਰੋੜ ਤਾਂ ਉਹਦੇ 'ਚ ਪਹਿਲਾਂ ਹੀ ਬਜਟ 'ਚ ਆ ਗਿਆ ਸੀਗਾ। ਤੇ ਹੁਣ ਜਿਹੜੇ ਬਿਜਲੀ ਦੇ ਬਿੱਲ ਹੈ, ਉਹ ਉੱਚ ਰਾਹਤ ਦੇਣ ਦੀ 4-4 ਮਹੀਨੇ ਦੇ ਇਕੱਠੇ ਆ ਗਏ। ਲੋਕ ਜਿਹੜੇ ਉਹਨਾਂ ਦੇ ਬੇਰੁਜ਼ਗਾਰ ਹੋ ਗਏ, ਲੋਕਾਂ ਦਾ ਕੰਮਕਾਰ ਚਲੇ ਗਿਆ। ਲੋਕਡਾਊਨ ਦੇ ਅੰਦਰ, ਜਿਹੜਾ ਲੋਕਡਾਊਨ ਹੋਇਆ ਉਹਦੇ ਅੰਦਰ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ। ਔਰ ਸਰਕਾਰ ਨੇ, ਚਾਹੇ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ, ਉਹਨਾਂ ਦੀਆਂ ਨੌਕਰੀਆਂ ਬਾਰੇ ਕੋਈ ਕੁਝ ਨਹੀਂ ਕੀਤਾ। ਪ੍ਰਾਈਵੇਟ ਸੈਕਟਰ 'ਚ ਵੀ ਬੇਰੁਜ਼ਗਾਰੀ ਕਿੰਨੀ ਵੱਧ ਗਈ ਹੈ? ਲਗਭਗ ਬੇਰੁਜ਼ਗਾਰੀ ਦਾ ਜਿਹੜਾ 14.5 ਕਰੋੜ ਬੇਰੁਜ਼ਗਾਰ ਸੀਗਾ ਪਹਿਲਾਂ, ਅੱਜ 28-29 ਕਰੋੜ ਦੇ ਕਰੀਬ ਚੱਲ ਗਿਆ, ਡਬਲ ਹੀ ਹੋ ਗਈ। ਕਰੋਨਾ ਦੇ ਅਸਰ ਹੈ ਜੀ। ਕਰੋਨਾ ਦਾ ਬਿਲਕੁਲ। ਕਰੋਨਾ ਪੈਕੇਜ ਗੱਲ ਇਹ ਵੀ ਕਰੋਨਾ ਪੀੜਤ, ਜਦੋਂ ਕਰੋਨਾ ਦੇ ਪੀੜਤ ਦੇ ਟਾਈਮ ਦੇ ਦੌਰਾਨ ਜਿਹੜੇ ਕਿ ਜਿੱਥੇ ਸਰਕਾਰ ਨੂੰ ਰਾਹਤ ਦੇਣੀ ਚਾਹੀਦੀ ਸੀਗੀ, ਉਹ ਬਿਜਲੀ ਦੇ ਬਿੱਲ ਲੋਕਾਂ ਨੂੰ ਜਿਹਨਾਂ ਨੂੰ ਮਾਫ ਸੀਗੇ ਨਾ, ਉਹਨਾਂ ਨੂੰ ਬਿੱਲ ਵੀ ਪਾਏ ਗਏ ਇਸ ਵਾਰ।
ਉਹਨਾਂ ਨੂੰ ਬਿੱਲ ਵੀ ਪਾਏ ਗਏ ਹੈ। ਰਹੀ ਗੱਲ ਕੇਂਦਰ ਸਰਕਾਰ ਦੀ ਚਾਹੇ ਸੂਬਾ ਸਰਕਾਰ ਦੀ, ਇਹਨਾਂ ਦੇ ਤਿੰਨੇ ਮਸਲੇ ਜਿਹੜੇ ਸੀਗੇ ਉਹ ਤਿੰਨੇ ਮਸਲੇ ਬੇਰੁਜ਼ਗਾਰੀ ਦਾ ਮੁੱਦਾ, ਮਹਿੰਗਾਈ ਦਾ ਮੁੱਦਾ ਤੇ ਔਰਤਾਂ ਉੱਤੇ ਅਤਿਆਚਾਰ ਦਾ ਮਸਲਾ, ਇਹ ਕਾਂਗਰਸ ਦੇ ਸਮੇਂ ਵੀ ਸੀਗਾ ਔਰ ਮੋਦੀ ਸਰਕਾਰ ਦੇ ਟਾਈਮ ਦੇ ਉੱਤੇ ਜਿਹੜੇ ਲੋਕਾਂ ਨੇ ਚੋਣ ਦੇਖ ਕੇ ਕਿ ਕਰੋਨਾ ਟਾਈਮ ਦੀ ਗੱਲ ਇਹ ਹੈ, ਕਰੋਨਾ ਟਾਈਮ ਦੇ ਉੱਤੇ ਜੋ ਰਾਹਤ ਚਾਹੀਦੀ ਸੀਗੀ ਉਹ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ। ਬਿਲਕੁਲ, ਜੋ ਰਾਹਤ ਚਾਹੀਦੀ ਸੀ ਨਹੀਂ ਮਿਲੀ ਹੈ। ਕੀ ਕਹੋਗੇ ਜੀ, ਕਿਸਾਨ ਆਗੂ, ਕਿਸਾਨਾਂ ਦੇ ਕਿਵੇਂ ਬਿੱਲ ਆਏ ਆ ਜੀ, ਕੀ ਪੇ ਆਊਟ ਕਰਨੇ ਪਏ ਇਸ ਵਾਰ? ਦੇਖੋ ਜੀ, ਜਿਹੜਾ ਕਰੋਨਾ ਦੇ ਟਾਈਮ 'ਚ ਅੱਗੇ ਬਿੱਲ ਆਉਂਦਾ ਤਾਂ 2 ਮਹੀਨੇ ਦਾ, ਤੇ ਹੁਣ ਇਹਨਾਂ ਨੇ ਰਾਹਤ ਤਾਂ ਕਿਆ ਦੇਣੀ, ਉਲਟਾ 4 ਮਹੀਨੇ ਦਾ ਕਰਤਾ। 4 ਮਹੀਨੇ ਦੇ ਨਾਲ ਲੋਕਾਂ ਨੂੰ ਕਿਆ ਫਰਕ ਪੈਣਾ ਇਹ ਸਮਝੋ। ਜਿਹੜੇ ਪਹਿਲੇ 100 ਯੂਨਿਟ ਹੈ ਉਹਨਾਂ ਦਾ ਰੇਟ ਘੱਟ ਹੈ, ਜਿਹੜੇ ਉਹ ਤੋਂ ਅਗਲੇ 100 ਯੂਨਿਟ ਹੈ ਉਹ ਕੁਛ ਵੱਧ ਹੈ, ਜਿਹੜੇ ਉਹ ਤੋਂ ਅਗਲਾ 200 ਯੂਨਿਟ ਹੈ ਉਹਨਾਂ ਦਾ ਰੇਟ 9% ਹੈ, 9 ਰੁਪਏ ਪ੍ਰਤੀ ਯੂਨਿਟ। ਹੁਣ ਜਿਹਦਾ ਪਹਿਲਾਂ 150 ਯੂਨਿਟ ਖਰਚ ਹੁੰਦਾ 2 ਮਹੀਨੇ ਦਾ, ਜਦ ਉਹ 4 ਮਹੀਨੇ ਬਾਅਦ ਬਿੱਲ ਆਇਆ ਉਹ ਤਾਂ ਪੁੱਜ ਗਿਆ 600 ਯੂਨਿਟ ਨੂੰ, ਰਾਹਤ ਨਹੀਂ ਮਿਲੀ ਫਿਰ। ਇਹਦਾ ਮਤਲਬ ਉਹਨਾਂ ਨੂੰ ਜਿਹੜਾ ਅੱਗਾ 4 ਰੁਪਏ ਯੂਨਿਟ ਪੈਣਾ ਤਾਂ ਉਹ ਹੁਣ 9 ਰੁਪਏ ਯੂਨਿਟ ਹੈ। ਇਹ ਬਣਦੀ ਹੈ ਕਿ ਜੇ ਕਰੋਨਾ ਕਾਲ ਦੇ ਵਿੱਚ ਅਸੀਂ ਏਡੇ ਵੱਡੇ ਵਾਅਦੇ ਕਰਦੇ ਹਾਂ, ਆਪਣੇ ਐਡਵਰਟਾਈਜ਼ਮੈਂਟ ਕਰਦੀ ਹੈ ਸਰਕਾਰ ਕਿ ਅਸੀਂ ਇਹ ਕੀਤਾ, ਤਾਂ ਬਿਜਲੀ ਦੇ ਬਿੱਲ ਵੀ ਗਵਰਨਮੈਂਟ ਨੂੰ ਮਾਫ ਕਰਨੇ ਚਾਹੀਦੇ। ਈਵਨ ਸ਼ਹਿਰਾਂ ਦੇ ਵਿੱਚ ਜਿਹੜਾ ਪ੍ਰਾਪਰਟੀ ਟੈਕਸ ਹੈ, ਸੀਵਰੇਜ ਹੈ, ਪਾਣੀ ਹੈ, ਉਹ ਵੀ ਮਾਫ ਕਰਨਾ ਚਾਹੀਦਾ। ਜੇ ਅਸੀਂ ਕੌਂਸਲ ਦੀ ਨੰਗਲ ਦੀ ਗੱਲ ਕਰੀਏ, ਨੰਗਲ ਕੋਈ ਇੰਨਾ ਸਫੀਸ਼ੀਐਂਟ ਪੈਸਾ ਹੈਗਾ ਕਿ ਨੰਗਲ ਦੀ ਕੌਂਸਲ ਸ਼ਹਿਰ ਤੋਂ ਬਾਹਰ ਪਿੰਡਾਂ ਵਿੱਚ ਪੈਸਾ ਲਾ ਰਹੀ, ਹੋਰ ਮਿਊਨਿਸਪੈਲਿਟੀਜ਼ ਕਿਤੇ ਭੇਜ ਰਹੀ ਹੈ। ਸ਼ਹਿਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਨਹੀਂ ਚਾਹੀਦੀ ਉਹ ਡਿਵੈਲਪਮੈਂਟ ਕਰ ਰਹੀ ਹੈ। ਤਾਂ ਨਗਰ ਕੌਂਸਲ ਨੂੰ ਦੇਖਣਾ ਚਾਹੀਦਾ ਤਾਂ ਕਿ ਇਸ ਦੌਰਾਨ ਦੇ ਵਿੱਚ ਲੋਕਾਂ ਦੇ ਪ੍ਰਾਪਰਟੀ ਟੈਕਸ, ਸੀਵਰੇਜ, ਪਾਣੀ, ਇਹ ਰਾਹਤ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਬਿਲਕੁਲ, ਇਹ ਰਾਹਤ ਜ਼ਰੂਰ ਦੇਣੀ ਚਾਹੀਦੀ। ਸੀਵਰੇਜ, ਪ੍ਰਾਪਰਟੀ, ਪਾਣੀ, ਬਿਜਲੀ ਦੇ ਟੈਕਸਾਂ ਵਿੱਚ ਰਾਹਤ ਨਹੀਂ ਮਿਲੀ ਕਰੋਨਾ ਦੇ ਚੱਲਦੇ। ਦੇਖੋ, ਜਿਹੜੀ ਬਿਜਲੀ ਦੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਉਸ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਜਿਹੜੇ ਪੁਰਾਣਿਆਂ ਬਿੱਲਾਂ ਬਾਰੇ ਲੋਕਾਂ ਨੂੰ ਨੋਟਿਸ ਭੇਜੇ ਗਏ, ਜਿਹੜਾ ਪੁਰਾਣੇ ਬਿੱਲਾਂ ਬਾਰੇ ਸਰਕਾਰਾਂ ਨੇ ਜਾਂ PSPCL ਨੇ ਆਪਣਾ ਬਿੱਲ ਭੇਜੇ ਆ ਉਹ ਗਲਤੀ ਨਾਲ ਭੇਜੇ ਗਏ, ਉਹਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਸਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਤੋਂ ਧੱਕੇ ਨਾਲ ਵਸੂਲੀ ਨਾ ਕੀਤੀ ਜਾਵੇ, ਕਿਸੇ ਦਾ ਕਨੈਕਸ਼ਨ ਨਾ ਕੱਟਿਆ ਜਾਵੇ। ਜਿਹੜੀ ਮਿਊਨਿਸਪਲ ਕੌਂਸਲ ਨੰਗਲ ਦੀ ਗੱਲ ਕਰ ਰਹੇ, ਮਿਊਨਿਸਪਲ ਕੌਂਸਲ ਬੇਸਿਕ ਐਮਿਨਿਟੀਜ਼ ਦੇਣ ਲਈ ਸ਼ਹਿਰ ਦੇ ਵਿੱਚ ਵਾਜਿਦ ਹੁੰਦੀ, ਉਹ ਕਾਨੂੰਨ ਹੈ, ਉਹ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੀ। ਮਿਊਨਿਸਪਲ ਕੌਂਸਲ ਨੇ ਇੰਡਸਟਰੀ ਨਹੀਂ ਲਾਣੀ, ਮਿਊਨਿਸਪਲ ਕੌਂਸਲ ਨੇ ਸੀਵਰੇਜ ਪਹੁੰਚਾਉਣਾ, ਮਿਊਨਿਸਪਲ ਕੌਂਸਲ ਨੇ ਪਾਰਕਾਂ ਬਣਾਉਣੀਆਂ, ਮਿਊਨਿਸਪਲ ਕੌਂਸਲ ਨੇ ਪਾਣੀ ਦੇਣਾ, ਮਿਊਨਿਸਪਲ ਕੌਂਸਲ ਨੇ ਹੋਰ ਬੇਸਿਕ ਐਮਿਨਿਟੀਜ਼ ਜਿੱਥੇ ਲੋੜ ਪਈ ਉਹ ਦੇਣੀਆਂ। ਮਿਊਨਿਸਪਲ ਕੌਂਸਲ, ਸਾਡੀ ਨੰਗਲ ਕੌਂਸਲ ਉਹ ਕੌਂਸਲ ਹੈ ਜਿਹੜੀ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਵੀ ਚਲਾ ਰਹੀ, ਜਿਹੜੀ 2 ਸਕੂਲ ਵੀ ਚਲਾ ਰਹੀ, ਜਿਹੜੀ ਕਾਲਜ ਵੀ ਬਣਾ। ਤੁਸੀਂ ਉਧਰ ਜਾ ਰਹੇ ਹੋ, ਅਸੀਂ ਗੱਲ ਕਰ ਰਹੇ ਹਾਂ ਪਾਣੀ, ਸੀਵਰੇਜ, ਬਿਜਲੀ ਤੇ ਪ੍ਰਾਪਰਟੀ ਟੈਕਸ, ਇੱਥੇ ਰਾਹਤ ਕਿਉਂ? ਦੇਖੋ, ਰਾਹਤ ਨਹੀਂ, ਪਰ ਲੇਕਿਨ ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਜਿਵੇਂ, ਕਿਉਂਕਿ ਪਹਿਲਾਂ ਤਾਂ ਕਰੋਨਾ ਨੂੰ ਸਾਂਭਣ ਲਈ ਉਲਝੀ ਹੋਈ ਸੀ, ਕਿਉਂਕਿ ਕੇਂਦਰ ਸਰਕਾਰ, ਮੋਦੀ ਸਾਹਿਬ ਉਹਦੇ ਪਰ ਬੈਠੇ ਸੀ, ਐਨ ਪੂਰਾ ਕੇਂਦਰ ਦੇ ਪੈਸੇ ਤੇ ਕਬਜ਼ਾ ਕਰਕੇ ਸਟੇਟਾਂ ਨੂੰ ਦੇ ਨਹੀਂ ਜਾ ਰਹੇ। ਕਿਉਂਕਿ ਸਟੇਟਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਜੀ? ਸਟੇਟਾਂ ਨੂੰ ਇਸ 20 ਲੱਖ ਕਰੋੜ ਦੇ ਪੈਕੇਜ ਦੇ ਅੰਦਰ 50,000 ਕਰੋੜ ਰੁਪਏ ਦਿੱਤਾ ਗਿਆ ਹੈ। ਸਭ ਤੋਂ ਪਹਿਲੀ ਗੱਲ। ਦੂਸਰੀ ਗੱਲ, ਹੁਣ ਮੈਂ ਗੱਲ ਇਹਨਾਂ ਦੀ ਕਰਦਾ, ਇਹਨਾਂ ਨੇ ਕਿਹਾ ਜੀ ਕਿ ਸਾਡੀ ਮਿਊਨਿਸਪਲ ਕੌਂਸਲ ਨੰਗਲ ਨੇ ਇਹ ਕੀਤਾ ਔਰ ਉਹ ਕੀਤਾ। ਮੈਂ ਇਹ ਦੱਸਣਾ ਚਾਹਾਂਗਾ ਮਿਊਨਿਸਪਲ ਕੌਂਸਲ ਨੰਗਲ ਨੇ ਕਿਆ ਕੀਤਾ ਔਰ ਸਾਡੇ ਸਥਾਨਕ ਵਿਧਾਇਕ ਨੇ ਕਿਆ ਕੀਤਾ। ਸਾਡੇ ਸਥਾਨਕ ਵਿਧਾਇਕ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਸਪੀਕਰ ਵੀ ਨੇ, ਉਹਨਾਂ ਨੇ 46 ਕਰੋੜ ਰੁਪਏ ਦੇ ਅੰਦਰ PACL ਨੂੰ ਵੇਚਿਆ ਇਸ ਕਰੋਨਾ ਕਾਲ ਦੇ ਵਿੱਚ। ਉਹਨਾਂ ਨੇ ਉਸ PACL ਦੇ ਅੰਦਰ ਸਾਲ ਪਰ ਪਹਿਲਾਂ 120 ਕਰੋੜ ਰੁਪਈਆ ਲਾ ਕੇ ਉਹਨਾਂ ਦੇ ਬੋਇਲਰ ਚੇਂਜ ਕਰਵਾਏ, ਅੰਦਰ ਤੱਕ ਦੀਆਂ ਸੜਕਾਂ ਬਣਵਾਈਆਂ ਮਿਊਨਿਸਪਲ ਕੌਂਸਲ ਦੇ ਪੈਸੇ ਦੀਆਂ, ਉਹ ਤੋਂ ਬਾਅਦ ਉਹਨੂੰ 46 ਕਰੋੜ ਰੁਪਏ 'ਚ ਵੇਚਿਆ। ਮੈਂ ਪੁੱਛਣਾ ਚਾਹਨਾ ਕਿ ਉਹ PACL ਕਿਉਂ ਵੇਚੀ ਗਈ ਜਿਹੜੀ ਫਾਇਦੇ ਚੱਲਦੀ ਪਈ ਸੀਗੀ? ਇਹ ਅੱਜ ਤੱਕ ਕੋਈ ਜਵਾਬ ਨਹੀਂ ਦੇ ਪਾਏ ਸਾਡੇ ਵਿਧਾਇਕ, ਨਾ ਸਾਡੇ ਬੰਮਾ ਜੀ। ਜੀ ਬਿਲਕੁਲ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ, ਸਾਰੀਆਂ ਗੱਲਾਂ ਕਰ ਰਹੇ। ਪਹਿਲੀ ਗੱਲ ਤਾਂ ਜਿਹੜਾ 20 ਲੱਖ ਕਰੋੜ ਦੀ ਲਗਾਤਾਰ ਗੱਲ ਕਰ ਰਹੇ ਨਾ ਸਾਡੇ BJP ਪ੍ਰਵਕਤਾ ਜੀ, ਉਹ 20 ਲੱਖ ਕਰੋੜ ਤਾਂ ਸੀਗਾ ਹੀ ਨਹੀਂ, ਠੀਕ ਹੈ ਨਾ। ਉਹਦੇ ਵਿੱਚ ਤਾਂ ਬਜਟ ਦੇ ਵੀ ਪੈਸੇ, ਹੋਰ ਵੀ ਪੈਸੇ, ਸਾਰੇ ਸਕੀਮਾਂ ਦੇ ਪੈਸੇ ਪਾ ਕੇ ਉਹ 20 ਲੱਖ ਕਰੋੜ ਬਣਾਤਾ। ਪਰ ਜਿੱਥੇ ਗੱਲ ਚਾਹੀਦੀ ਸੀਗੀ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹ ਜਿਹੜਾ ਇੱਥੇ ਰੁਜ਼ਗਾਰ ਦਾ ਵਸੀਲਾ ਕਰਨਾ ਚਾਹੀਦਾ ਸੀਗਾ, ਲੋਕਾਂ ਦੀ ਇਨਕਮ ਵਧਾਉਣੀ ਚਾਹੀਦੀ ਸੀਗੀ, ਲੋਕਾਂ ਦੀ ਪਰਚੇਜ ਪਾਵਰ ਵੱਧਦੀ, ਲੋਕਾਂ ਦੇ ਜੇਬ 'ਚ ਪੈਸੇ ਜਾਂਦੇ ਤਾਂ ਉਹ ਸਰਕੂਲੇਸ਼ਨ 'ਚ ਆਉਂਦੇ। ਪਰ ਹੋਇਆ ਉਲਟਾ ਹੈ। ਕੇਂਦਰ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਵੀ, ਦੋਨਾਂ ਨੇ ਮਿਲ ਕੇ ਉਹ ਕੁਝ ਕਾਰਪੋਰੇਟਰ ਜਿਹੜੇ ਘਰਾਣੇ ਸੀਗੇ ਉਹਨਾਂ ਨੂੰ ਜਿਹੜਾ ਉਹ ਪੈਸਾ ਉਹਨਾਂ ਦੇ ਕੋਲ ਇਕੱਠਾ ਕਰ ਦਿੱਤਾ ਸਾਰਾ। ਔਰ ਸਾਰਿਆਂ ਸਾਡੀ ਜਿਹੜੀ ਸਾਡੀ ਜਿਹੜੀ ਹੈ ਵੱਡੇ ਵੱਡੇ ਮੁਨਾਫੇ ਦੇ ਕਾਰਖਾਨੇ ਕੇਂਦਰ ਨੇ ਵੀ ਵੇਚ ਦਿੱਤੇ, ਟ੍ਰੇਨ ਕਰ ਦਿੱਤੀ, ਬੇਲ ਵਰਗੇ ਕਰ ਦਿੱਤੇ, ਵੇਚ ਦਿੱਤੇ, ਹੋਰ ਜਿਹੜੇ ਕਾਰਖਾਨੇ ਵੇਚ ਦਿੱਤੇ। ਔਰ ਉੱਥੇ ਬੇਰੁਜ਼ਗਾਰੀ ਲਗਾਤਾਰ ਵਧੀ ਹੈ, ਜਿੱਥੇ ਕਿ ਬੇਰੁਜ਼ਗਾਰੀ ਘਟਣੀ ਚਾਹੀਦੀ ਸੀ। ਇੱਕ ਲਗਾਤਾਰ ਸੰਘਰਸ਼ ਵੀ ਕੀਤਾ ਜਾ ਰਿਹਾ ਕਿ ਕਰੋਨਾ ਕਾਲ ਦੇ ਸਮੇਂ ਜੋ 8 ਘੰਟੇ ਡਿਊਟੀ ਸੀ ਕੇਂਦਰ ਨੇ 12 ਘੰਟੇ ਕਰ ਦਿੱਤੀ ਹੈ। ਦੇਖੋ ਕਿ ਇਕੱਲੀ ਡਿਊਟੀ ਨਹੀਂ ਕੀਤੀ, ਜਿਹੜੇ ਮਜ਼ਦੂਰਾਂ ਨੂੰ 44 ਫਾਇਦੇ ਮਿਲਦੇ ਸੀਗੇ ਜਿਹਦੇ ਵਿੱਚ ਉਹਨਾਂ ਨੂੰ ਅਧਿਕਾਰ ਸੀਗੇ,
ਉਹ ਸਾਰੇ ਖਤਮ ਕਰਕੇ ਸਿਰਫ 4 ਰਹਿਣ ਦਿੱਤੇ। 4 ਕਿਹੜੇ ਰਹਿਣ ਦਿੱਤੇ? ਜਿਹੜੇ ਵੱਡੇ ਇੰਡਸਟਰੀਅਲਿਸਟ ਉਹਨਾਂ ਦੇ ਹੱਕ ਦੇ। ਉਹ ਪਹਿਲਾਂ ਸੀਗਾ ਵੀ 100 ਜਿਹੜਾ ਜਿਸ ਇੰਡਸਟਰੀ ਦੇ ਅੰਦਰ 100 ਬੰਦਾ ਕੰਮ ਕਰਦਾ ਉੱਥੇ ਸਰਕਾਰ ਤੋਂ ਪਰਮਿਸ਼ਨ ਲੈ ਕੇ ਉਹਨੂੰ ਬੰਦ ਕਰਨਾ। ਹੁਣ ਕਰ ਦਿੱਤਾ ਵੀ 300 ਹੋਏਗਾ, ਜਿੱਥੇ 300 ਬੰਦਾ ਹੋਏਗਾ ਉਹ ਜਦ ਮਰਜੀ ਉਹ ਤਾਲਾ ਲਾ ਦੇਵੇ, ਜਿਹੜਾ ਇੰਡਸਟਰੀਅਲਿਸਟ ਨੂੰ ਜਦ ਮਰਜੀ ਕੱਢ ਦੇਵੇ। ਪੀਏਸੀਐਲ ਜਿਵੇਂ ਹੋਇਆ, ਪੀਏਸੀਐਲ ਜਿਹੜੀ ਹੈ ਉਹ ਤਾਂ ਜਮੇ ਧੱਕਾ ਹੋ ਗਿਆ, ਠੀਕ ਹੈ ਨਾ। ਉਹਦੇ ਵਿੱਚ ਤਾਂ ਉਹਨੂੰ ਰੈਨੋਵੇਟ ਕਰਕੇ ਉਹਨੂੰ ਸਜਾ ਕੇ ਤੇ ਜਾ ਕੇ ਵੇਚ ਦਿੱਤਾ, ਔਰ ਉਹ ਤਾਂ ਬਿਲਕੁਲ ਫਾਇਦੇ ਵਾਲੀ ਸੀਗੀ। ਇਹੀ ਜਿਹੜੇ ਹੈ ਸਾਰੇ ਕਾਨੂੰਨ ਜਿਹੜੇ ਹੈ ਜਿੰਨੇ ਸਰਕਾਰ ਨੇ ਲੈ ਕੇ ਆਂਦੇ, ਸੈਂਟਰ ਗਵਰਨਮੈਂਟ ਨੇ, ਉਹ ਵੀ ਮਜ਼ਦੂਰਾਂ ਦੇ ਖਿਲਾਫ ਆਏ। ਵੱਡੇ ਹੁਣ ਸਾਡੇ BBMP ਵਰਗਾ ਅਦਾਰਾ ਜਿਹੜਾ ਨੰਗਲ ਦੇ ਵਿੱਚ, ਉੱਥੇ ਅੱਜ ਲਗਾਤਾਰ ਰਿਟਾਇਰਮੈਂਟਾਂ ਹੋ ਰਹੀਆਂ। ਬੇਰੁਜ਼ਗਾਰ ਨੌਜਵਾਨ ਜਿਹੜੇ ਉਹ ਡਿਗਰੀਆਂ ਲੈ ਕੇ ਘੁੰਮ ਰਹੇ ਹੈ। ਕਰੋੜਾਂ ਰੁਪਏ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਆਪਣੇ ਨਿਆਣੇ ਪੜ੍ਹਾਏ। ਅੱਜ ਉਹ ਵਿਹਲੇ ਘੁੰਮ ਰਹੇ ਆ, ਉਹ ਸਾਡੇ ਕੋਲ ਪੋਸਟਾਂ ਖਾਲੀ ਪਈਆਂ। ਔਰ ਇਹ ਸਰਕਾਰ ਬਿਲਕੁਲ ਕੇਂਦਰ ਸਰਕਾਰ ਵੱਲੋਂ ਜੋ ਡਿਊਟੀ ਆਵਰਸ 8 ਘੰਟੇ ਤੋਂ 12 ਘੰਟੇ ਕਰ ਦਿੱਤੇ ਗਏ, ਕਰੋਨਾ ਕਾਲ ਦੇ ਵਿੱਚ ਹੀ ਕਿਉਂ ਕੀਤਾ ਗਿਆ ਜੀ? ਕਰੋਨਾ ਕਾਲ ਦੇ ਵਿੱਚ ਜਿਹੜੀ ਤੁਸੀਂ 12 ਘੰਟੇ ਡਿਊਟੀ ਦੀ ਗੱਲ ਕਰਦੇ ਹੋ, ਉਹ ਆਲਟਰਨੇਟ ਡੇ ਤੇ ਕੀਤਾ ਗਿਆ ਤਾਂ ਕਿ ਕੰਪਨੀਆਂ ਨੂੰ ਵੀ ਨੁਕਸਾਨ ਨਾ ਹੋਵੇ ਔਰ ਵਰਕਰ ਨੂੰ ਵੀ ਉਹਦੀ ਪੂਰੀ ਤਨਖਾਹ ਮਿਲ ਸਕੇ। ਇਸ ਕਰਕੇ ਇਹ ਟਾਈਮਲਾਈਨ ਵਧਾਇਆ ਗਿਆ ਸੀ। ਔਰ ਦੂਸਰੀ ਗੱਲ, ਮੈਂ ਹੁਣ ਦੂਜੀ ਗੱਲ ਕਰਨਾ ਚਾਹਾਂਗਾ। ਮੈਂ ਹੁਣ ਦੂਜੀ ਮੈਂ ਇੱਕ ਗੱਲ ਕਹਿਣਾ, 12 ਘੰਟੇ ਇਹਨਾਂ ਨੇ ਕਰਨੇ। ਉਮਰ ਕਹਿਣ ਲੱਗੇ 50 ਸਾਲ ਕਰ ਦੋ, ਆਪਣੀ ਕੀਤੀ ਹੋਈ 75 ਸਾਲ, ਇਹਨਾਂ ਦੀ 50 ਸਾਲ ਕਰ ਦੋ। ਜਿਹੜੇ ਨੌਕਰੀ ਕਰਨ ਵਾਲੇ ਤਨਖਾਹਾਂ ਦੇ ਵਿੱਚ ਕਟੌਤੀ ਕਰ ਦੋ। ਜਦੋਂ ਇਲੈਕਸ਼ਨ ਆਵੇ 2000 ਰੁਪਈਆ ਲੈ ਕੇ ਵੋਟ ਖਰੀਦ ਲਓ। ਹੁਣ ਇੱਕ ਮੈਂ ਇਹਨਾਂ ਦੀ ਗੱਲ ਨੂੰ ਮੈਂ ਕਹਿੰਦਾ ਸ਼ਰਮ ਨਹੀਂ ਆਉਂਦੀ ਇਹਨਾਂ BJP ਵਾਲਿਆਂ ਨੂੰ। ਵੀ ਬਿਹਾਰ ਦੇ ਏਜੰਡੇ ਚਲਾਈ ਜਾ ਰਹੀ ਕਿ ਅਸੀਂ ਤੁਹਾਨੂੰ ਕਰੋਨਾ ਦੇ ਵਿੱਚ ਨਾ, ਜੇ ਤੁਹਾਨੂੰ ਆਪਾਂ ਇਲੈਕਸ਼ਨ ਜਿਤਾਤੀ ਤਾਂ ਤੁਹਾਨੂੰ ਟੀਕਾ ਫ੍ਰੀ ਦਾ ਲਾऊं। ਇਹ ਟੀਕਾ ਇਹਨਾਂ ਨੇ ਉਹ ਲਾਉਣਾ ਜਿਹੜਾ ਰਾਮਦੇਵ ਵਾਲਾ 15 ਲੱਖ ਵਾਲਾ ਜਿਹੜਾ ਲਾਇਆ ਸੀ ਨਾ, ਵੀ ਵਿਦੇਸ਼ ਤੋਂ ਲਿਆਣਾ, ਜਿਹੜਾ ਕਾਲਾ ਧਨ ਵਾਲਾ। ਉਹ ਦੇਸ਼ ਦੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਮੈਨੀਫੈਸਟੋ ਦੇ ਵਿੱਚ ਇਹ ਗੱਲ ਆਵੇ ਕਿ ਬਿਹਾਰ ਵਾਸੀਓ ਸਾਨੂੰ ਵੋਟਾਂ ਪਾਓ, ਅਸੀਂ ਵੈਕਸੀਨੇਸ਼ਨ ਫ੍ਰੀ ਦਵਾਂਗੇ। ਦੁਰ ਫਿਟੇ ਮੂੰਹ ਤੁਹਾਡੇ ਜੰਮਣ ਦੇ ਦੇਸ਼ ਦੇ ਵਿੱਚ ਕਰੋਨਾ ਫੈਲਿਆ ਹੋਇਆ, ਕੱਲੇ ਬਿਹਾਰ ਨੂੰ ਵੈਕਸੀਨੇਸ਼ਨ ਦੇਣ ਨੂੰ ਫਿਰਦੇ। ਇਹੀ ਜੀ ਗੱਲ ਇਹਨਾਂ ਨੂੰ ਕਰਨੀ ਚਾਹੀਦੀ। ਕਰੋਨਾ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਰੋਨਾ ਤੇ ਜਿਹੜੀ ਰਾਜਨੀਤੀ ਹੈ ਉਹ ਕਾਂਗਰਸ ਸਰਕਾਰ ਦੇ ਸਾਰੇ ਪਹਿਲੀ ਵਾਰ ਏਜੰਡਾ ਆਇਆ ਕਿ ਟੀਕੇ ਫ੍ਰੀ ਦਿੱਤੇ ਜਾਣਗੇ, ਵੋਟਾਂ ਪਾਓ। ਰਾਜਨੀਤੀ ਅੱਜ ਤੱਕ ਕਾਂਗਰਸ ਸਰਕਾਰ ਕਰਦੀ ਰਹੀ ਹੈ। ਜਿੰਨੇ ਕਾਂਗਰਸ ਸ਼ਾਸਿਤ ਪ੍ਰਦੇਸ਼ ਨੇ ਮੈਨੂੰ ਇੱਕ ਵੀ ਦੱਸ ਦਿਓ ਕਿਤੇ ਵੀ ਕਿਸੇ ਨੂੰ ਮੈਂ ਬੇਨਤੀ ਕਰਾਂਗਾ। ਤੁਹਾਨੂੰ ਟਾਈਮ ਦਊਂਗਾ ਦੁਬਾਰਾ ਫਿਰ। ਟੀਕੇ ਲਾਵਾਂਗੇ ਫ੍ਰੀ ਤੁਹਾਡੇ। ਰਾਜਨੀਤੀ ਅੱਜ ਤੱਕ ਕਾਂਗਰਸ ਦੀ ਸਰਕਾਰ ਪਿਛਲੇ 70 ਸਾਲਾਂ 'ਚ ਕਰਦੀ ਰਹੀ ਹੈ। ਕੋਈ ਐਦਾ ਦਾ ਮੁੱਦਾ ਨਹੀਂ ਹੈ ਜਿਹਦੇ ਵਾਸਤੇ ਇਹਨਾਂ ਨੇ ਅੱਜ ਤੱਕ ਕਦੀ ਗਰੀਬ ਦੀ ਆਵਾਜ਼ ਚੁੱਕੀ ਹੋਵੇ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿਛੜੇ ਲਈ 9 ਲੱਖ ਦਾ ਸੂਟ ਪਾਉਣ ਵਾਲਾ ਗਰੀਬ ਹੈ, ਤੇ ਜਿਹੜੇ ਬੰਦਿਆਂ ਨੇ ਰੁਜ਼ਗਾਰ ਦਿੱਤਾ, ਜਿਨ੍ਹਾਂ ਕਾਂਗਰਸ ਪਾਰਟੀ ਨੇ ਬੰਦਰਗਾਹਾਂ ਬਣਾਈਆਂ, ਏਮਸ ਬਣਾਏ, ਰੇਲਵੇ ਬਣਾਈ, ਲੱਖ ਕਰੋੜਾਂ ਦੇ 1,86,000 ਕਰੋੜ ਦਾ ਘੋਟਾਲਾ, 2G ਘੋਟਾਲਾ, ਕੋਲਾ ਘੋਟਾਲਾ। ਕਰੋਨਾ ਦੇ ਘੋਟਾਲਿਆਂ ਦੀ ਗੱਲ ਕਰਦੇ ਜੀ, ਰਾਜਾ ਹੋਣੀ ਬਰੀ ਹੋਏ ਜੀ ਇਹਨਾਂ ਨੂੰ ਵੱਖ-ਵੱਖ ਕਰੋ। ਦੇਖੋ ਜੀ, ਜਿਹੜਾ ਬਿਜਲੀ ਬੋਰਡ ਵਾਲਾ ਸਵਾਲ ਹੈ ਕਿ ਨਹੀਂ, ਲੋਕਾਂ ਨੂੰ ਰਾਹਤ ਦੇਣ ਵਾਲੇ ਦਿੱਲੀ, ਹਰਿਆਣਾ, ਹਿਮਾਚਲ, ਇੱਥੇ ਜਿਹੜੇ ਯੂਨਿਟ ਹੈ ਉਹ 2.5 ਰੁਪਏ ਦੇ ਕਰੀਬ ਹੈ। ਇਹ ਹੁਣ ਕਾਂਗਰਸ ਦੇ ਜਿਹੜੇ ਪ੍ਰਤੀਨਿਧ ਹੈ ਇਹ ਬੜਾ ਉੱਚੀ ਰੋਲਾ ਪਾਉਂਦੇ। ਅਸੀਂ ਇਹਨਾਂ ਨੂੰ ਕਹਿੰਦੇ ਜਿਹੜੇ ਲੋਕਾਂ ਦੇ ਮਸਲੇ ਹੈ ਉਹਦੇ ਪਰ ਵੀ ਗੱਲ ਕਰੋ, ਤਾਂ ਤੁਸੀਂ ਉੱਚੀ ਤੇ ਬੋਲੋ। ਜਿਹੜੇ ਲੋਕ ਰੁਜ਼ਗਾਰ ਦੀ ਜਿਹੜੀ ਗੱਲ ਹੈ, ਜਿਹੜੀ ਰੁਜ਼ਗਾਰ ਦੀ ਗੱਲ ਹੈ, ਇਹਨਾਂ ਨਾਲ ਕਾਂਗਰਸ ਨਾਲ ਅਸੀਂ ਇਹਨਾਂ ਨੇ ਜਿਹੜੀ ਇਹਨਾਂ ਦੀ ਲੀਡਰਸ਼ਿਪ ਦੇਸ਼ ਨੂੰ ਆਜ਼ਾਦ ਹੋਣ ਵੇਲੇ ਤੀ, ਅਸੀਂ ਉਹਦੀ ਸਪੋਰਟ ਕੀਤੀ। ਕਿਉਂ ਕੀਤੀ ਤੀ? ਕਿਉਂਕਿ ਅਸੀਂ ਉਹ ਕਾਂਗਰਸ ਦੇ ਨਾਲ ਰਹੇ ਆਜ਼ਾਦੀ ਦੇਸ਼ ਨੂੰ ਦਿਵਾਉਣ ਲਈ। ਜਿਹੜੀ 1970 ਦੇ ਬਾਅਦ ਇਹਨਾਂ ਦੀ ਲੀਡਰਸ਼ਿਪ ਆਈ, ਉਹਨੇ 1991 ਇਹ ਜਿਹੜੀਆਂ ਅਦਾਰੀਕਰਨ, ਨਿਗਮੀਕਰਨ, ਜਿਹੜੀਆਂ ਆਰਥਿਕ ਨੀਤੀਆਂ ਹੈ, ਉਹ ਤਾਂ ਦੋਨਾਂ ਦੀਆਂ ਇੱਕੋ ਹੈ। ਇਹ ਕਿਉਂ ਲੜਦੇ? ਆਰਥਿਕ ਨੀਤੀਆਂ ਪਰ ਤਾਂ ਇਹ ਦੋਨੋਂ ਇੱਕ ਹੈ। ਇਸ ਕਰਕੇ ਉੱਚੀ ਬੋਲਣ ਨਾਲ ਲੋਕਾਂ ਦੀ ਜਿਹੜੀ ਆਰਥਿਕ ਨੀਤੀਆਂ ਦੀ ਗੱਲ ਕੀਤੀ ਨਾ ਜੀ ਇਹਨਾਂ ਨੇ, ਜਾਂਦਲਾ ਸਾਹਿਬ ਨੇ, ਦੇਖੋ ਆਰਥਿਕ ਨੀਤੀਆਂ ਜਦੋਂ ਆਈਆਂ 1991 'ਚ ਮਨਮੋਹਨ ਸਿੰਘ ਜੀ ਲੈ ਕੇ ਆਏ, ਉਹਨਾਂ ਨੂੰ ਲਾਗੂ ਕਰਨ 'ਚ 10-12 ਸਾਲ ਲੱਗ ਗਏ। ਫਿਰ ਸਰਕਾਰ ਆ ਗਈ 2004 'ਚ ਕਾਂਗਰਸ ਦੀ, ਇਹਨਾਂ ਨੇ ਹੌਲੀ ਲਾਗੂ ਕੀਤੀਆਂ। ਉਸ ਟਾਈਮ BJP ਨੇ ਡਟ ਕੇ ਵਿਰੋਧ ਕੀਤਾ ਇਸ ਚੀਜ਼ ਦਾ ਵੀ ਇਹ ਆਰਥਿਕ ਨੀਤੀਆਂ ਗਲਤ ਹੈ, ਨਿੱਜੀਕਰਨ ਨਹੀਂ ਹੋਣਾ ਚਾਹੀਦਾ। ਅੱਜ ਉਹੀ BJP
ਪਿਛਲੇ 7 ਸਾਲ ਤੋਂ 6 ਸਾਲ ਤੋਂ ਲਗਾਤਾਰ ਇੰਨੀ ਤੇਜ਼ੀ ਨਾਲ ਕੀਤਾ ਜਿਹੜਾ 10 ਸਾਲ 'ਚ ਨਹੀਂ ਕੀਤਾ ਕਾਂਗਰਸ ਨੇ, ਉਹ ਨਹੀਂ 6 ਸਾਲ 4 ਸਾਲ 'ਚ ਕਰ ਦਿੱਤਾ। ਕੋ ਕਹਿਣ ਦਾ ਮਤਲਬ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਇੱਕ ਹੈ, ਇਹ ਦੋਨੋਂ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹੈ, ਇਹਨਾਂ 'ਚ ਕੋਈ ਫਰਕ ਨਹੀਂ ਹੈ। ਇਸ ਕਰਕੇ ਬੇਰੁਜ਼ਗਾਰੀ ਵੀ ਵਧੀ ਹੈ। ਇੱਕ ਕਹਿੰਦੇ ਅਸੀਂ ਸਾਲ 'ਚ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ, ਕੋਈ ਨਹੀਂ ਦਿੱਤਾ। ਹੁਣੇ ਪੰਮਾ ਜੀ ਕਹਿ ਰਹੇ ਸੀਗੇ ਕਿ ਕਾਂਗਰਸ ਨੇ ਆਉਣ ਵਾਲੇ ਸਾਲ 'ਚ 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ। ਰੁਜ਼ਗਾਰ ਤਾਂ ਉਦੋਂ ਮਿਲਣਾ ਚਾਹੀਦਾ ਸੀਗਾ ਜਦੋਂ ਸਰਕਾਰ ਬਣ ਗਈ, ਕਿਉਂਕਿ ਵਾਅਦਾ ਸੀਗਾ ਸਰਕਾਰ ਦਾ ਵੀ ਹਰ ਘਰ ਨੌਕਰੀ। ਉਹ ਹਰ ਘਰ ਨੌਕਰੀ ਕਿਹੜੀ ਦਿੱਤੀ? ਪ੍ਰਾਈਵੇਟ। ਉਹ ਕਹਿਤਾ ITI ਜਾ ਕੇ ਲਾ ਲਓ ਜੀ, ਉਹ ਕੈਂਪ ਲਵਾਤੇ ਪ੍ਰਾਈਵੇਟ ਕੰਪਨੀਆਂ ਦੇ, ਜਿਹੜਾ ਕਿ ਬਿਲਕੁਲ ਗਲਤ ਸੀਗਾ। ਨੌਕਰੀ ਮਿਲੇ ਤਾਂ ਸਰਕਾਰੀ ਮਿਲੇ, ਇੰਨੀ ਪਬਲਿਕ ਅਦਾਰੇ ਖਤਮ ਕਰ ਦਿੱਤੇ। ਜਦੋਂ ਦੇਸ਼ ਆਜ਼ਾਦ ਹੋਇਆ, ਪੰਮਾ ਜੀ ਨੇ ਗੱਲ ਕਹੀ ਹੁਣੇ ਇੱਕ ਮਿੰਟ ਪਹਿਲਾਂ ਕਿ ਪੰਮਾ ਜੀ ਨੇ ਇੱਕ ਗੱਲ ਕਹੀ ਵੀ ਬੰਦਰਗਾਹਾਂ ਬਣਾਈਆਂ, ਇੰਡਸਟਰੀ ਲਾਈ, ਏਮਸ ਬਣਾਈ, IIT ਬਣਾਈ, ਬਹੁਤ ਕੁਝ ਬਣਾਇਆ, ਬਿਲਕੁਲ ਠੀਕ ਹੈ। ਪਰ ਅੱਜ ਜੋ ਸਭ ਕੁਝ ਗਵਾ ਵੀ ਰਹੇ ਹੈ ਜਿਹੜੇ ਸਰਕਾਰੀ ਅਦਾਰੇ। ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਤਾਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਹ ਗੱਲ ਕਹੀ ਸੀ ਕਿ ਜਦੋਂ ਦੇਸ਼ ਨੂੰ ਅੱਗੇ ਵਧਾਉਣਾ ਜਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਪਬਲਿਕ ਸੈਕਟਰ ਜਿਹੜਾ ਉਹ ਮਜ਼ਬੂਤ ਹੋਣਾ ਚਾਹੀਦਾ। ਪਬਲਿਕ ਸੈਕਟਰ ਜਿਹੜਾ ਵੱਧ ਹੋਣਾ। ਅੱਜ ਉਹੀ ਕਾਂਗਰਸ ਉਹੀ ਪਬਲਿਕ ਸੈਕਟਰ ਨੂੰ ਵੇਚ ਗਈ। ਉਹੀ ਕਾਂਗਰਸ ਨੇ ਪਬਲਿਕ ਸੈਕਟਰ ਖਤਮ ਕਰਤਾ। ਦੇਸ਼ ਅੱਜ ਦੇਸ਼ ਦੀ GDP ਜਿਹੜੀ ਹੈ, ਅੱਜ ਦੇਸ਼ ਦੀ ਜਿਹੜੀ GDP ਹੈ ਉਹ 24% ਮਾਈਨਸ ਚਲੇ ਗਈ ਜੇ ਪਬਲਿਕ ਸੈਕਟਰ ਖਤਮ ਹੋਇਆ। ਉਹ ਇਹ ਦੇਸ਼ ਨੂੰ ਸਾਰੇ ਲੁੱਟਣ ਬੈਠੇ ਹੈ। ਇਸ ਕਰਕੇ ਇਹ ਬਿਲਕੁਲ ਗਲਤ ਹੈ ਔਰ ਜਿਹੜਾ ਇਹ ਪਬਲਿਕ ਸੈਕਟਰ ਰਹਿਣਾ ਚਾਹੀਦਾ। ਜੀ ਬਿਲਕੁਲ। ਚੱਲਦੇ ਅਸੀਂ ਗੱਲ ਕਰਦੇ ਹਾਂ ਪੰਮਾ ਜੀ, ਜੇ ਅਸੀਂ ਗੱਲ ਕਰੀਏ ਰਿਆਇਤਾਂ ਦੀ ਗੱਲ ਕਰਦੇ ਤਾਂ ਰਿਆਇਤਾਂ ਕਿਹੜੀਆਂ ਦਿੱਤੀਆਂ ਗਈਆਂ? ਦੇਖੋ, ਪੰਜਾਬ ਸਰਕਾਰ ਵੱਲੋਂ ਇਸ ਸਾਲ 1 ਲੱਖ ਨੌਕਰੀ ਦਿੱਤੀ ਜਾਊਗੀ। ਜਿਵੇਂ ਮੈਂ ਕਰੋਨਾ ਤੋਂ ਬਾਅਦ ਜਿਹੜੇ ਵਿਨੋਦ ਭੱਟੀ ਜੀ ਦਾ ਜਵਾਬ ਦੇ ਦੇਵਾਂ ਕਿ 5 ਸਾਲ ਹੋ ਗਏ ਹੁਣ ਦੇਣ ਲੱਗੇ। ਇੱਕ ਸਰਕਾਰ ਜਦੋਂ ਲੋਕਤੰਤਰ ਚੁਣਦਾ ਤਾਂ 5 ਸਾਲ ਨਹੀਂ ਚੁਣਦਾ। ਲੋਕਤੰਤਰ ਇੱਕ ਦਿਨ ਲਈ ਨਹੀਂ ਚੁਣਦਾ ਵੀ ਅੱਜ ਸ਼ੂ ਮੰਤਰ ਲਿਆਂਦਾ ਲੱਖ ਨੌਕਰੀ ਦੇਤੀ। ਸਾਨੂੰ 5 ਸਾਲ ਦਾ ਸਮਾਂ ਸਰਕਾਰ ਵੱਲੋਂ ਦਿੱਤਾ ਗਿਆ। ਅਸੀਂ 5 ਸਾਲ 'ਚ 1 ਲੱਖ ਨੌਕਰੀ ਹੁਣ ਦੇ ਰਹੇ। 6 ਰੁਜ਼ਗਾਰ ਮੇਲੇ ਲਾ ਕੇ ਪੁਰਾਣੀਆਂ ਨੌਕਰੀਆਂ ਦੇ ਰਹੇ। ਸਟੇਟ ਦੇ ਵਿੱਚ ਰੈਵਨਿਊ ਹੈ ਕਿੱਥੋਂ ਹੁੰਦਾ? ਸਾਡੇ ਸਟੇਟ ਦੇ ਵਿੱਚ ਜਿਹੜਾ ਰੈਵਨਿਊ ਹੈ ਉਹ ਤਾਂ ਕੁੰਡਲੀ ਮਾਰ ਕੇ ਬੈਠਾ ਮੋਦੀ। ਸਾਨੂੰ ਤਾਂ 1 ਰੁਪਈਆ ਨਹੀਂ ਦਿੰਦਾ ਇਹ। ਆਪਾਂ ਆਪਣੇ ਕੋਲੋਂ ਜਿੰਨਾ ਹੈ ਸਾਡੇ ਕੋਲ ਅਸੀਂ ਦੇ ਰਹੇ। ਆਪਾਂ ਇਹ ਗੱਲ ਤੁਹਾਨੂੰ ਜ਼ਰੂਰ ਕਹਿਣਾ ਕਿ ਦੇਸ਼ ਦੇ ਵਿੱਚ ਰਾਜਨੀਤੀ ਲੋਕ ਲੱਖ ਬੰਦੇ 5 ਸਾਲ ਦੇ ਵਿੱਚ 1 ਲੱਖ ਬੰਦੇ ਨੂੰ ਨੌਕਰੀ ਬਹੁਤ ਮਾੜੀ ਗੱਲ ਹੈ। ਬੜੀ ਸ਼ਰਮ ਦੀ ਗੱਲ ਹੈ ਵੀ 5 ਸਾਲ 'ਚ 1 ਲੱਖ ਬੰਦੇ ਨੂੰ ਨੌਕਰੀ ਸਰਕਾਰੀ। ਇਹ ਹੁਣ ਇਹ ਦੱਸਣਗੇ ਸਰਕਾਰੀ ਨੌਕਰੀ ਮਿਲੇਗੀ। ਸਰਕਾਰੀ ਮੈਂ 1 ਲੱਖ ਦੀ ਤਾਂ ਹੁਣ ਕਰਦਾ। ਘੱਟੋ ਘੱਟ 20,000 ਟੀਚਰ ਰੱਖਿਆ ਗਿਆ। ਪੰਜਾਬ ਪੁਲਿਸ ਦਾ 10,000 ਤੋਂ ਉੱਪਰ ਮੁਲਾਜ਼ਮ ਰੱਖਿਆ ਗਿਆ। ਕਲਰਕ ਰੱਖੇ ਗਏ, ਕਾਂਸਟੇਬਲ ਰੱਖੇ ਗਏ, ਸਾਰਾ ਰੱਖਿਆ ਗਿਆ। ਪਰ 1 ਲੱਖ ਬੰਦਾ ਰੱਖਿਆ ਜਾਊਗਾ। ਇਹਨਾਂ ਮੰਗੋ ਕੇਂਦਰ ਸਰਕਾਰ ਨਾਲ ਮੈਂ ਗੱਲ ਕਰਦਾ। ਮੈਂ ਕੇਂਦਰ ਸਰਕਾਰ ਦੀ ਗੱਲ ਕਰਦਾ। ਗਲਤ ਅੰਕੜੇ। 3,000 ਬੰਦੇ ਮਗਰ ਅੱਜ 1 ਕਾਂਸਟੇਬਲ ਹੈ। 3,000 ਅਨੁਪਾਤ ਹੈ 1 ਤੇ 3,000। ਹੁਣ ਵੀ ਮੈਂ ਕਹਿੰਦਾ ਅੱਜ ਦੀ ਹੁਣ ਮੈਨੂੰ ਲਿਆ ਦਿਓ, ਮੈਂ ਸਬੂਤ ਦੇ ਦਿੰਦਾ। ਹੁਣ ਵੀ ਪੁਲਿਸ ਦੀ 10,000 ਪੋਸਟ ਨਿਕਲੀ ਹੋਈ। ਦੇਖੋ, ਇੱਕ ਸਟੇਟ ਹੈ ਫੈਡਰਲ ਢਾਂਚੇ ਨੂੰ ਜਿਹੜਾ ਸੰਘੀ ਢਾਂਚਾ ਉਹਨੂੰ ਕੇਂਦਰ ਖਤਮ ਕਰਨ ਤੇ ਲੱਗਿਆ ਹੋਇਆ। ਸਾਡੇ ਤੋਂ ਅਧਿਕਾਰ ਛੀਨੇ ਜਾ ਰਹੇ। ਜੇ ਕਿਸਾਨਾਂ ਦੀ ਮੰਡੀਆਂ ਤੇ ਵੀ 70,000 ਕਰੋੜ ਦਾ MSP ਆ ਰਹੀ, ਉਹ ਤੇ ਸਾਡੇ ਕੋਲੋਂ 4,000 ਕਰੋੜ ਰੁਪਏ ਦਾ ਰੈਵਨਿਊ ਹੋਣਾ, ਉਹ ਵੀ ਸਾਡੇ ਤੋਂ ਖੋਇਆ ਜਾ ਰਿਹਾ। ਇੱਕ ਦੇਸ਼ ਇੱਕ ਟੈਕਸ ਲਾ ਕੇ ਸਾਡੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ। ਮੋਦੀ ਸਰਕਾਰ ਵੱਲੋਂ ਦੇਸ਼ ਦੇ ਜਿਹੜੇ ਸੂਬਿਆਂ ਦੇ ਅਧਿਕਾਰ ਖੋ ਕੇ ਉਹਨੂੰ ਖਤਮ ਕਰਕੇ ਪੰਜਾਬ ਵਰਗੀ ਉਪਜਾਊ ਸਟੇਟ ਨੂੰ, ਫਰਟਾਈਲ ਲੈਂਡ ਨੂੰ ਇਹ ਬੰਜਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨੋ ਜੀ 1 ਲੱਖ ਸਰਕਾਰੀ ਨੌਕਰੀਆਂ ਜੀ ਬਿਲਕੁਲ ਜੋ ਡਾਟੇ ਦੱਸ ਰਹੇ ਮੇਰੇ ਭਰਾ ਬਿਲਕੁਲ ਗਲਤ ਹੈਗੇ ਹੈ। ਇਹ ਤਾਂ ਪੰਜਾਬ ਦੇ ਡਾਟੇ ਦੱਸੇ ਰਹੇ ਨੇ 1 ਲੱਖ। ਮੈਂ ਕਦੀ ਨਾ ਪੜ੍ਹੇ ਨਾ ਹੀ ਕਦੀ ਦੇਖੇ ਨਾ ਫਿਜ਼ੀਕਲ ਕਿਸੇ ਨੂੰ ਜੌਬਸ ਮਿਲੀ ਹੈ। ਵੱਡੀ ਗੱਲ ਨਾ ਕਰੇ, ਛੋਟੀ ਗੱਲ ਅਸੀਂ ਕਰ ਲਈਏ। ਜੇ ਨੰਗਲ ਦੀ ਗੱਲ ਕਰ ਲਈਏ, ਨੰਗਲ ਦੇ ਵਿੱਚ ਵੀ ਪੰਜਾਬ ਸਰਕਾਰ ਹੈ। ਨੰਗਲ ਦੇ ਵਿੱਚ 10 ਦਿਨ ਕਿੰਨੀਆਂ ਜੌਬਸ ਦਿੱਤੀਆਂ, ਚਾਹੇ ਉਹ BBMB ਦਾ ਅਦਾਰਾ ਹੈਗਾ, ਚਾਹੇ ਉਹ ਮਿਊਨਿਸਪੈਲਿਟੀ ਦਾ ਅਦਾਰਾ ਹੈਗਾ ਜਾਂ ਹੋਰ ਸਰਕਾਰੀ ਅਦਾਰੇ ਹੈਗੇ ਆ, ਉਹਦੇ ਵਿੱਚ ਕਿੰਨੀਆਂ ਦਿੱਤੀਆਂ ਉਹ ਸਾਹਮਣੇ ਹੈ। ਲੋਕਾਂ ਦੇ ਫਿਗਰ ਕਿ ਅੱਜ ਸ਼ਹਿਰ ਸਾਡਾ ਜੇਜੋ ਬਣਨ ਜਾ ਰਿਹਾ। ਡੇ ਬਾਈ ਡੇ 'ਚ ਇੰਪਲਾਇਮੈਂਟ ਘੱਟ ਹੋ ਰਹੀ ਹੈ, ਡੇ ਬਾਈ ਡੇ ਵਪਾਰ ਥੱਲੇ ਜਾ ਰਿਹਾ। ਇਹ ਕਿਹੜੀ ਇੰਪਲਾਇਮੈਂਟ ਦੀ ਗੱਲ ਕਰਦੀ? ਕਿੱਥੇ ਦਿੱਤੀਆਂ ਇਹਨਾਂ ਨੇ? ਦੱਸਣ ਸਰਕਾਰੀ ਉਹ ਵੀ। ਬਿਲਕੁਲ ਗੱਲ ਨੌਕਰੀਆਂ ਦੀ ਕਰਦੇ ਪੰਜਾਬ ਸਰਕਾਰ। 2017 ਦੀਆਂ ਚੋਣਾਂ ਤੋਂ ਪਹਿਲਾਂ ਜਵਾਨਾਂ ਤੋਂ ਫਾਰਮ ਭਰਾਏ ਗਏ ਕਿ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਮੈਂ ਆਪਣੀ ਇੱਕ ਵਿਅਕਤੀਗਤ ਗੱਲ ਦੱਸ ਰਿਹਾ। 2017 ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਫਰਵਰੀ ਦੇ ਅੰਦਰ ਬਣੀ ਸੀ। 2017 ਦਸੰਬਰ ਦੇ ਅੰਦਰ ਹਿਮਾਚਲ ਦੇ ਅੰਦਰ ਸਰਕਾਰ ਬਣੀ ਸੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ, ਇੱਕ ਮਿੰਟ ਗੱਲ ਸੁਣੋ ਮੇਰੀ, ਹਿਮਾਚਲ ਦੀ ਸਰਕਾਰ ਨੇ ਸਾਨੂੰ ਅਨੁਮਤੀ ਦਿੱਤੀ ਕਿ ਤੁਸੀਂ ਜੌਬ ਫੇਅਰ ਲਾਓ, ਤੁਸੀਂ ਲੋਕਾਂ ਨੂੰ ਰੋਜ਼ਗਾਰ ਦਿਓ। ਲੇਕਿਨ ਪੰਜਾਬ ਸਰਕਾਰ ਨੇ ਜਦੋਂ ਜੌਬ ਫੇਅਰ ਲਾਏ, ਲੋਕਾਂ ਨੂੰ ਜੁਆਇਨਿੰਗ ਨਹੀਂ ਦਿੱਤੀ, ਲੋਕਾਂ ਨੂੰ ਲੈਟਰ ਆਫ ਇੰਟੈਂਟ ਨਹੀਂ ਦਿੱਤੇ, ਲੋਕਾਂ ਨੂੰ ਇੱਕ ਨੌਕਰੀ ਨਹੀਂ ਮਿਲੀ, ਇੱਕ ਵੀ ਨੌਕਰੀ ਨਹੀਂ ਮਿਲੀ। ਮੇਰੀ ਗੱਲ ਸੁਣੋ, ਇਹ ਪੰਜਾਬ ਦੇ ਹਿੱਤ ਦੀ ਗੱਲਾਂ ਕਰਦੇ। BJP ਦੀ ਸਰਕਾਰ ਨੇ 1997 ਦੇ ਵਿੱਚ ਉੱਤਰਾਖੰਡ, ਹਿਮਾਚਲ ਇਹਨੂੰ
ਸਾਰੇ ਟੈਕਸ ਐਗਜ਼ੈਂਪਸ਼ਨ ਦੇ ਕੇ ਸਾਡੇ ਕੋਲ ਬਿਲਕੁਲ। ਸਾਰੀ ਇੰਡਸਟਰੀ ਸਾਡੀ ਖੋ ਕੇ ਲੈ ਇਸ ਗਏ। ਵੇਲੇ ਅਸੀਂ ਗੱਲ ਕਰ ਨੌਕਰੀਆਂ ਦੇ ਮਾਮਲੇ 'ਚ ਦੋਨੋਂ ਇੱਕ ਹੈ। ਕੇਂਦਰ ਦੀ ਸਰਕਾਰ ਨੇ, ਮੋਦੀ ਸਾਹਿਬ ਨੇ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ ਤੇ ਕੈਪਟਨ ਸਾਹਿਬ ਨੇ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ। ਜੇ ਘਰ ਦੇ ਇੱਕ ਪਰਿਵਾਰ ਨੂੰ ਵੀ ਨੌਕਰੀ ਦੀ ਗੱਲ ਕਰ ਲਈਏ, ਅੱਜ 90 ਲੱਖ ਪਰਿਵਾਰ ਹੈ ਪੰਜਾਬ 'ਚ। ਤੁਸੀਂ ਜੌਬ ਕਰਦੇ ਹੋ? ਹਾਂ 8 ਕਰੋੜ ਇਹ ਕਰੋਨਾ ਮਹਾਮਾਰੀ ਦੇ ਦੌਰਾਨ 8 ਕਰੋੜ ਜਿਹੜਾ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਮੁਲਾਜ਼ਮ ਕੰਮ ਕਰਦਾ ਸੀ ਉਹ ਘਰ ਬੈਠਾ ਵਿਹਲਾ ਬੈਠ ਗਿਆ। ਇਹ 2 ਕਰੋੜ ਨੌਕਰੀਆਂ ਦੀ ਗੱਲ ਕਰਦੇ ਆ। ਲੇਕਿਨ ਅਸੀਂ ਗੱਲ ਕਰੀਏ ਇਹ ਦੋਵੇਂ ਇੱਕੋ ਥਾਲੀ ਦੇ ਚੱਟੇ ਬੱਟੇ ਆ। ਜਿਹੜੀ ਕਾਂਗਰਸ ਹੈ, ਕਾਂਗਰਸ ਤੋਂ ਲੋਕ ਦੁਖੀ ਹੋ ਗਏ। ਇਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਮੋਦੀ ਦੀ ਆਸ ਕੀਤੀ ਸੀ, ਪਰ ਮੋਦੀ ਨੇ ਲੋਕਾਂ ਨੂੰ ਝੂਠੇ ਜੁਮਲੇ ਲਾ ਕੇ 15-15 ਲੱਖ ਦੇ ਦਾਅਰੇ ਲਾ ਕੇ ਲੋਕਾਂ ਨੂੰ ਅੱਜ ਜੇ ਕਹੋ ਨਾ ਕਰੋਨਾ ਮਹਾਮਾਰੀ ਦੇ ਦੌਰਾਨ ਇਹ ਕਿਹਾ, ਇਹਨਾਂ ਨੇ ਗੱਲ ਕੀਤੀ ਬੀਜੇਪੀ ਦੇ ਸਾਥੀ ਨੇ ਕਿ 500 ਰੁਪਇਆ ਮਹਿਲਾਵਾਂ ਨੂੰ ਮਿਲਿਆ ਕਿ ਕਰੋਨਾ ਮਹਾਮਾਰੀ ਦੇ ਦੌਰਾਨ। ਉਹ 500 ਰੁਪਇਆ ਵੀ ਕਿਤੇ ਲੋਕਾਂ ਨੂੰ ਮਿਲਿਆ, ਉਹ ਵੀ ਲੋਕਾਂ ਨੂੰ ਬਹੁਤਾਂ ਨੂੰ ਨਹੀਂ ਮਿਲਿਆ ਹੈ। ਜੀ ਬਿਲਕੁਲ, ਜੇ ਅਸੀਂ ਗੱਲ ਕਰੀਏ ਤੇ ਅੱਜ ਜੋ ਅਸੀਂ ਮੁੱਦੇ ਤੇ ਗੱਲ ਕਰ ਰਹੇ ਸੀਗੇ ਕਰੋਨਾ ਦੇ ਚੱਲਦੇ ਕਿਸ ਪ੍ਰਕਾਰ ਜੋ ਰਾਹਤ ਪੈਕੇਜ ਹੈ ਐਲਾਨੇ ਗਏ ਸੀ ਉਹਨਾਂ ਦਾ ਫਾਇਦਾ ਮਿਲਿਆ ਕਿ ਨਹੀਂ ਮਿਲਿਆ। ਚੱਲਦੇ ਅਸੀਂ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਕੀ ਜੋ ਰਾਹਤ ਪੈਕੇਜ ਹੋਰ ਹੋਣੇ ਚਾਹੀਦੇ ਆ। ਜਦੋਂ ਕਰੋਨਾ ਆਇਆ, ਅਸੀਂ ਇੱਕ ਮਿੰਟ ਚ ਕਿਸਾਨ ਸੰਘਰਸ਼ ਕਮੇਟੀ ਨੇ ਪੰਜਾਬ ਦੀ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਕਿਹਾ ਕਿ 7500 ਰੁਪਇਆ ਪਰ ਮਹੀਨਾ ਜਦ ਤੱਕ ਕਰੋਨਾ ਰਹਿਣਾ ਇਹ ਲੋਕਾਂ ਦੇ ਖਾਤਿਆਂ 'ਚ ਪਾਇਆ ਜਾਵੇ, ਤਾਂ ਕਿ ਲੋਕ ਹੈ ਜਿਹੜੇ ਆਪਣੀ ਜ਼ਰੂਰੀ ਦੇ ਨਿਤਨੇਮ ਦੀਆਂ ਚੀਜ਼ਾਂ ਹੀ ਜਿਹੜੀਆਂ ਉਹ ਖਰੀਦ ਸਕਣ। ਬਿਲਕੁਲ, ਚੱਲਦੇ ਕੀ ਕਹੋਗੇ ਜੀ, ਕੀ ਹੋਰ ਹੋਣਾ ਚਾਹੀਦਾ ਜੀ ਬਿਲਕੁਲ, ਕਰੋਨਾ ਦੇ ਵਿੱਚ ਜਿਹੜੀ ਅਸੀਂ ਪਹਿਲੇ ਵੀ ਗੱਲ ਕੀਤੀ ਹੈ ਕਿ ਜੋ ਆਮ ਲੋਕਾਂ ਦੇ ਬਿਜਲੀ ਦੇ ਬਿੱਲ, ਉਹਨਾਂ ਦੀਆਂ ਸਕੂਲ ਦੀਆਂ ਬੱਚਿਆਂ ਦੀਆਂ ਫੀਸਾਂ ਤੇ ਕੁਝ ਉਹਨਾਂ ਨੂੰ ਜਿਹੜਾ ਉਹਨਾਂ ਦੇ ਖਾਤਿਆਂ ਵਿੱਚ ਪੈਸਾ ਆਵੇ, ਸਰਕਾਰ ਪਾਵੇ, ਜਿਹਦੇ ਕਰਕੇ ਉਹਨਾਂ ਦੀ ਇਕਨੋਮਿਕਲੀ ਜਿਹੜਾ ਹੈਗੇ ਉਹ ਜਿਹੜਾ ਵੀਕ ਹੋਇਆ ਉਹਨਾਂ ਦਾ ਅਪਰ ਹੈਂਡ ਹੋਵੇ। ਜੀ ਬਿਲਕੁਲ, ਚੱਲਦੇ ਇਸ ਤੋਂ ਇਲਾਵਾ ਹੋਰ ਕੀ ਪੈਕੇਜ ਹੋਣੇ? ਸਰਕਾਰ ਨੇ ਆਲਰੇਡੀ 8 ਕਰੋੜ ਮਹਿਲਾਵਾਂ ਨੂੰ 3 ਮਹੀਨੇ ਵਾਸਤੇ ਹਰ ਮਹੀਨੇ ਦਾ ਇੱਕ ਸਿਲੰਡਰ ਦਿੱਤਾ ਗਿਆ ਸਰਕਾਰ ਵੱਲੋਂ ਮੁਫਤ। ਸਰਕਾਰ ਨੇ 500 ਰੁਪਏ ਮਹਿਲਾਵਾਂ ਦੇ ਅਕਾਊਂਟ 3 ਮਹੀਨੇ ਲਈ ਪਾਏ। ਸਰਕਾਰ ਨੇ ਮੋਰਟੋਰੀਅਮ ਦਿੱਤਾ 6 ਮਹੀਨੇ ਲਈ। ਉਸ ਤੋਂ ਇਲਾਵਾ ਜੋ ਹੁਣ ਵੀ ਮੰਗਾ ਹੋਣਗੀਆਂ, ਮੋਰੀਟੋਰੀਅਮ ਦੀ ਗੱਲ ਕਰਦੇ ਹਾਂ, ਮੋਰੀਟੋਰੀਅਮ ਦਿੱਤਾ ਗਿਆ ਪਰ ਉਸ ਦੇ ਵਿੱਚ ਰਾਹਤ ਕੀ ਹੈ? ਪੈਸਾ ਤਾਂ ਦੇਣਾ ਹੀ ਹੈ ਸਰਕਾਰ ਕੀ। ਪਰ ਸਰਕਾਰ ਨੇ, ਮੇਰੇ ਵੀਰ ਨੇ ਕਿਹਾ ਪਰਚੇਸ ਪਾਵਰ ਘੱਟ ਹੋ ਗਈ। ਅੱਜ ਕਰੋਨਾ ਹੌਲੀ ਖਤਮ ਹੋ ਰਿਹਾ, ਲੋਕਾਂ ਦੀਆਂ ਨੌਕਰੀਆਂ ਵਾਪਸ ਮਿਲ ਰਹੀਆਂ, ਲੋਕ ਆਪਣੇ ਕੰਮਾਂ ਤੇ ਵਾਪਸ ਜਾਣੇ ਸ਼ੁਰੂ ਹੋ ਗਏ। ਜਦ ਉਹਨਾਂ ਦੀ ਸਮਰੱਥਾ ਹੋਏਗੀ ਉਹ ਵਾਪਸ ਕਰ ਸਕਦੇ ਨੇ ਪੈਸਾ। ਇਸ ਕਰਕੇ ਸਰਕਾਰ ਨੇ 6 ਮਹੀਨੇ ਕਿਸੇ ਤੋਂ ਪੈਸਾ ਨਹੀਂ ਲਿਆ। ਸਰਕਾਰ ਨੇ ਇਨਕਮ ਟੈਕਸ ਰਿਬੇਟ ਦਿੱਤੀ। ਸਰਕਾਰ ਨੇ ਸਿੱਧਾ ਕਿਹਾ ਕਿ ਤੁਸੀਂ ਮਾਰਚ 2021 ਹੋਰ ਕੀ ਹੋਣਾ ਚਾਹੀਦਾ? ਔਰ ਹੋਰ ਜੋ ਵੀ ਲੋਕਾਂ ਦੇ ਸੁਝਾਅ ਹੋਣਗੇ ਉਹ ਆਪਾਂ ਉੱਪਰ ਤੱਕ ਪਹੁੰਚਾ ਕੇ ਉਹ ਕੰਮ ਕਰਾਵਾਂਗੇ। ਜੀ ਬਿਲਕੁਲ, ਚੱਲਦੇ ਜੇ ਅਸੀਂ ਗੱਲ ਕਰੀਏ ਤਾਂ ਹੋਰ ਕਿਹੜੇ ਜੋ ਰਾਹਤ ਪੈਕੇਜ ਹੈ? ਦੇਖੋ, ਇੱਕ ਤਾਂ ਇਹਨਾਂ ਨੇ ਦੋ ਵੱਡੇ ਬਹੁਤ ਆਸਾਨ ਕੀਤੇ। ਇੱਕ ਸਿਲੰਡਰ ਦਿੱਤਾ 500 ਰੁਪਏ ਵਾਲਾ, ਇੱਕ 500 ਕਹਿੰਦੇ ਮਹਿਲਾਵਾਂ ਤੇ। ਮੈਂ ਕਹਿੰਦਾ ਸਾਰੀ ਉਮਰ ਤੁਹਾਡਾ ਭਾਰਤ ਦੇਸ਼ ਰਣੀ ਰਹੂੰਗਾ ਵੀ ਬਹੁਤ ਹੀ ਵੱਡਾ ਆਸਾਨ ਕਰਤਾ। ਇੱਕ ਸਿਲੰਡਰ ਕਰੋਨਾ 'ਚ ਦੇ ਕੇ ਨਾਲੇ 500 ਲੇਡੀਜ਼ ਦੇ ਖਾਤੇ 'ਚ। ਮੈਂ ਕਹਿੰਦਾ ਸਾਰੀ ਜ਼ਿੰਦਗੀ ਮੋਦੀ ਸਾਹਿਬ ਦਾ ਆਸਾਨ ਸਾਰਾ ਦੇਸ਼ ਨਹੀਂ ਭੁੱਲੂਗਾ। ਚੱਲਦੇ ਦੂਜੀ ਸਰਕਾਰ ਇਹ ਗੱਲ ਰਹੀ ਕਿ ਜਦ ਤੱਕ ਕੇਂਦਰ ਸਰਕਾਰ ਰਾਜਾਂ ਦੇ ਹਿੱਤਾਂ ਦੇ ਡਾਕਾ ਮਾਰਨਾ ਨਹੀਂ ਛੱਡਦੀ, ਉਦੋਂ ਤੱਕ ਰਾਜਾਂ ਕੋਲ ਰੈਵਨਿਊ ਨਹੀਂ ਹੈ, ਰਾਜਾਂ ਕੋਲ ਆਪਣੇ ਸਾਧਨ ਨਹੀਂ ਹੈ ਆਮਦਨ ਦੇ। ਇਹਨਾਂ ਨੇ ਰਾਜਾਂ ਕੋਲ ਆਮਦਨ ਨਹੀਂ ਆਪਣੇ। ਉਹ ਮੈਂ ਕਿਹਾ ਤੁਹਾਨੂੰ ਤਾਂ ਲੁੱਟਣ ਤੋਂ ਇਲਾਵਾ ਕੋਈ। ਮੈਨੂੰ ਕਹਿਣ ਦਿਓ ਮੈਂ ਕਹਿੰਦਾ ਇੱਕ ਇਹਨਾਂ ਨੂੰ ਪ੍ਰਤੀਕ ਜੀ, ਲਾਸਟ ਕਮੈਂਟ ਸਾਡਾ ਹੈ ਕਿ ਜਦ ਤੱਕ ਤੁਸੀਂ ਦੇਸ਼ ਦੇ ਰਾਜਾਂ ਨੂੰ ਵੱਧ ਅਧਿਕਾਰ ਨਹੀਂ ਦਿੰਦੇ, ਰਾਜਾਂ ਤੇ ਹਿੱਤਾਂ ਤੇ ਤੁਸੀਂ ਡਾਕਾ ਨਹੀਂ ਮਾਰਦੇ, ਤੁਸੀਂ ਕਿਸਾਨ ਵਿਰੋਧੀ ਨੀਤੀਆਂ ਨੂੰ ਦੇਸ਼ ਤੋਂ ਬਦਲਦੇ ਨਹੀਂ, ਤੁਸੀਂ ਗਰੀਬ ਮਾਰ ਕਰਦੇ, ਵੋਟਾਂ ਨੇੜੇ। ਮੈਂ ਕਹਿੰਦਾ ਇੱਕ ਪੁਰਾਣਾ ਇੱਕ ਦੇਸ਼ ਦਾ ਇਤਿਹਾਸ ਬਣ ਗਿਆ ਕਿ ਸਾਡੇ ਦੇਸ਼ ਦੇ ਵਿੱਚ ਸਾਡਾ ਪ੍ਰਧਾਨ ਮੰਤਰੀ ਇਹ ਐਨਡੀਏ ਕਹਿ ਰਿਹਾ ਕਿ ਬਿਹਾਰ ਵਾਸੀਓ ਜਿਤਾ ਦਿਓ, ਇੱਕ ਕਰੋਨਾ ਦਾ ਤੁਹਾਨੂੰ ਟੀਕਾ ਦਊਂਗਾ। ਡੁੱਬ ਕੇ ਸਾਡਾ ਵੀ ਸ਼ਰਮ ਨੂੰ ਦਿਲ ਕਰਦਾ। ਸਰ ਹੋਰ ਅਸੀਂ ਗੱਲ ਕਰ ਰਹੇ ਹਾਂ ਚੱਲਦੇ ਹੋਰ ਕੀ ਹੋਣਾ ਚਾਹੀਦਾ? ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਜਿਹੜਾ ਰਾਜਾਂ ਦਾ ਪੈਸਾ ਹੈ, ਜਿਹੜਾ ਸਾਡਾ GST ਦਾ, ਸਾਡਾ ਹੀ ਨਹੀਂ ਸਾਰੀਆਂ ਸਟੇਟਾਂ ਦਾ ਪੈਸਾ ਜਿੱਤੇ ਕੁੰਡਲੀ ਮਾਰ ਕੇ ਬੈਠੇ ਹੋਏ ਸਟੇਟਾਂ ਨੂੰ ਦਿੱਤਾ ਜਾਵੇ, ਤਾਂ ਜੋ ਅਸੀਂ ਲੋਕਾਂ ਦੇ ਕੰਮਾਂ ਦੇ ਲਾਹੇ ਲਈ ਲਾ ਸਕੀਏ ਉਸ ਪੈਸੇ ਨੂੰ। ਇਹ ਕੇਂਦਰ ਸਰਕਾਰ ਨੇ, ਨਹੀਂ ਤਾਂ ਜਿੱਥੇ ਆਪ ਡੁੱਬਣਾ ਇੱਥੇ ਦੇਸ਼ ਡੋਬ ਲੈਣਾ। ਸਾਡਾ ਦੇਸ਼ ਦੀ ਆਰਥਿਕਤਾ ਨੂੰ ਖਤਮ ਕਰ ਦੇਣਾ ਇਹਨਾਂ ਨੇ। ਚੱਲਦੇ ਕੀ ਹੋਰ ਹੋਣਾ ਚਾਹੀਦਾ ਜੀ? ਦੇਖੋ, ਆਰਥਿਕ ਪੈਕੇਜ ਵਾਸਤੇ ਤਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਪੈਸੇ ਜਾਣੇ ਚਾਹੀਦੇ, ਤਾਂ ਕਿ ਲੋਕ ਜਿਹੜੇ ਆ ਉਹਨੂੰ ਖਰਚ ਸਕਣ ਔਰ ਆਪਣੀ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਨੂੰ ਸੌਖਾ ਜੀ ਸਕਣ। ਅੱਜ ਲੋਕ 500 ਰੁਪਏ ਦੀ ਗੱਲ ਕਰਦੇ, 500 ਰੁਪਏ ਨਾਲ ਤਾਂ ਇੱਕ ਟਾਈਮ ਦੀ ਦਵਾਈ ਨਹੀਂ ਆਉਂਦੀ ਅੱਜ ਦੀ ਰੇਟ 'ਚ। ਇਸ ਕਰਕੇ ਉਹ 500 ਰੁਪਇਆ ਕੋਈ ਜ਼ਿਆਦਾ ਨਹੀਂ ਹੈ। 7500 ਰੁਪਇਆ ਹਰ ਮਹੀਨੇ ਜਿਹੜਾ
ਉਹ ਗਰੀਬ ਲੋਕਾਂ ਦੇ ਖਾਤੇ 'ਚ ਜਾਣਾ ਚਾਹੀਦਾ ਡਾਇਰੈਕਟਲੀ, ਤਾਂ ਕਿ ਉਹਨੂੰ ਖਰਚ ਸਕਣ ਔਰ ਪੈਸਾ ਜਿਹੜਾ ਸਰਕੂਲੇਸ਼ਨ 'ਚ ਆ ਸਕੇ। ਜੀ ਬਿਲਕੁਲ ਰਾਜੇ ਜੀ, ਤੁਹਾਡਾ ਵਿਊ ਜਾਣਾਂਗੇ। ਚੱਲਦੇ ਹੋਰ ਕਰੋਨਾ ਦੇ ਚੱਲਦੇ ਕਿਹੜੇ ਪੈਕੇਜ ਹੋਣੇ ਚਾਹੀਦੇ ਜੀ, ਕੀ ਹੋਣਾ ਚਾਹੀਦਾ ਹੈ? ਦੇਖੋ ਹਾਂ ਬਿਲਕੁਲ ਜੀ ਬਿਲਕੁਲ, ਜਿਹੜੀ ਹਾਂ ਬਿਲਕੁਲ ਇਹ ਹੈ ਕਿ ਦੇਖੋ ਲੋਕਾਂ ਨੂੰ ਘੱਟੋ ਘੱਟ ਸਾਰਾ ਬਾਇਓਡਾਟਾ ਇਹਨਾਂ ਲੋਕਾਂ ਕੋਲ, ਸਾਰੀ ਸਰਕਾਰਾਂ ਕੋਲ ਹੈ। ਜਿਹੜੇ ਗਰੀਬ ਲੋਕ ਹੈ, ਜਿਹੜੇ ਲੋਕ ਮਤਲਬ ਗਰੀਬੀ ਰੇਖਾ ਦੇ ਵਿੱਚ ਆਉਂਦੇ ਹੈ, ਉਹਨਾਂ ਲੋਕਾਂ ਨੂੰ ਘੱਟੋ ਘੱਟ ਪਰ ਮੈਂਬਰ 10,000 ਰੁਪਏ ਘੱਟੋ ਘੱਟ ਪੈਣਾ ਚਾਹੀਦਾ ਉਹਦੇ ਖਾਤਿਆਂ ਦੇ ਵਿੱਚ, ਤਾਂ ਕਿ ਉਹ ਲੋਕ ਕੋਈ ਰਾਹਤ ਮਹਿਸੂਸ ਕਰ ਸਕਦੇ। ਜੀ ਬਿਲਕੁਲ, ਇਹ ਸੀਗੇ ਸਾਡੀ ਅੱਜ ਦੀ ਡਿਬੇਟ, ਜਿਸ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਕਰੋਨਾ ਦੇ ਚੱਲਦੇ ਹੋਏ ਜੋ ਸਰਕਾਰਾਂ ਵੱਲੋਂ ਪੈਕੇਜ ਐਲਾਨੇ ਗਏ ਸੀਗੇ, ਉਹਨਾਂ ਦਾ ਬੈਨੀਫਿਟ ਕਿਵੇਂ ਮਿਲਿਆ ਨਹੀਂ ਮਿਲਿਆ, ਇਸ ਉੱਤੇ ਸਾਰੀ ਗੱਲਬਾਤ ਅਸੀਂ ਕੀਤੀ ਹੈ। ਤੇ ਨਾਲ ਹੀ ਅਸੀਂ ਇਹਨਾਂ ਦੇ ਸੁਝਾਅ ਵੀ ਲਿਆ ਕਿ ਇਸ ਤੋਂ ਇਲਾਵਾ ਹੋਰ ਕੀ ਹੋਣਾ ਚਾਹੀਦਾ ਤਾਂ ਜੋ ਕਰੋਨਾ ਦੇ ਚੱਲਦੇ ਆਮ ਜਨਤਾ ਨੂੰ ਰਾਹਤ ਮਿਲ ਸਕੇ। ਫਿਲਹਾਲ ਅਗਲਾ ਮੁੱਦਾ ਲੈ ਕੇ ਫਿਰ ਤੁਹਾਡੇ ਤੱਕ ਹਾਜ਼ਰ ਹੋਵਾਂਗੇ। ਤੇ ਅੱਜ ਜੋ ਗੈਸਟ ਸਾਡੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਫਿਲਹਾਲ ਮੇਰੇ ਸਾਥੀ ਸ਼ੇਖਰ ਅਤੇ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ। ਧੰਨਵਾਦ।